ਸਤਿ ਸ਼੍ਰੀ ਅਕਾਲ। ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਸਵੇਰ ਦੀ ਸਭਾ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਆਵਾਜ਼ ਦੀਆਂ ਤਰੰਗਾਂ 'ਤੇ ਮੇਰੇ ਵੱਲੋਂ ਆਪ ਜੀ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ, ਵਿਚਾਰ ਚਰਚਾ ਕਿਸੇ ਵੀ ਮੁੱਦੇ 'ਤੇ ਕਰ ਸਕਦੇ ਹੋ। ਉਸ ਦੇ ਵਾਸਤੇ ਤੁਸੀਂ ਕਾਲ ਕਰਨੀ ਹੈ 98 763 096 55 'ਤੇ 98763 09655 ਇਸ ਨੰਬਰ 'ਤੇ ਤੁਸੀਂ ਵਟਸਐਪ ਕਾਲ ਵੀ ਕਰ ਸਕਦੇ ਹੋ। ਅਤੇ ਇਸ ਦੇ ਨਾਲ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਤੁਸੀਂ ਲਿਸਨ ਟੂ ਕਾਲ ਨੰਬਰ ਹੈ ਜਿਹੜਾ ਉਹ ਹੈ 667 930 9260 ਯਾਨੀ ਕਿ 667 930 9260 ਇਸ ਨੰਬਰ 'ਤੇ ਵੀ ਕਾਲ ਕਰਕੇ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਸਾਡੀਆਂ ਜਿਹੜੀਆਂ ਐਪਸ ਨੇ ਟਿਵਾਣਾ ਰੇਡੀਓ ਦੀਆਂ ਉਹ ਤੁਹਾਨੂੰ ਐਂਡਰਾਇਡ ਐਪਸ ਮਿਲਣਗੀਆਂ, ਆਈਫੋਨ ਮਿਲਣਗੀਆਂ। ਇਹ ਵੀ ਡਾਊਨਲੋਡ ਕਰੋ ਅਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ। ਇਹਨਾਂ ਪ੍ਰੋਗਰਾਮਾਂ ਦੇ ਨਾਲ ਜੇ ਤੁਸੀਂ ਰਿਪੀਟ ਪ੍ਰੋਗਰਾਮ ਸੁਣਨਾ ਤਾਂ ਤੁਸੀਂ YouTube 'ਤੇ ਜਾ ਕੇ ਟਿਵਾਣਾ ਰੇਡੀਓ ਦਾ YouTube ਪੇਜ ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ, ਜਾਂ ਫਿਰ tiwana.radio.com ਜਿਹੜੀ ਸਾਡੀ ਵੈਬਸਾਈਟ ਹੈ www tiwana.radio.com ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵੀ ਤੁਹਾਨੂੰ ਵੈਬਸਾਈਟ ਤੋਂ ਮਿਲ ਸਕਦੀ ਹੈ। ਅਤੇ ਇਸ ਦੇ ਨਾਲ ਅੱਜ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਮੁਲਕ ਦੇ ਵਿੱਚ ਨਹੀਂ ਪੂਰੇ ਆਲਮ ਦੇ ਵਿੱਚ ਜਿਹੜਾ ਇਹਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਨਜ਼ਰਾਂ ਸਭ ਦੀਆਂ ਲੱਗੀਆਂ ਹੋਈਆਂ ਨੇ। ਭਾਰਤ ਦੀ ਸੁਪਰੀਮ ਕੋਰਟ ਨੇ ਇਸ ਮੁਤਲਕ ਕੱਲ੍ਹ ਜਿਹੜੀ ਸੁਣਵਾਈ ਕੀਤੀ ਹੈ, ਉਹ ਸੁਣਵਾਈ ਦੇ ਦੌਰਾਨ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਉਹਨਾਂ ਦੇ ਸਹਿਯੋਗੀ ਬੈਂਚ ਨੇ ਇਹ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਜਿਹੜਾ ਟਕਰਾਅ ਹੈ ਉਸ ਨੂੰ ਰੋਕਣ ਦੇ ਵਾਸਤੇ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨ ਜਿਨ੍ਹਾਂ ਦਾ ਕਿਸਾਨੀ ਵਿਰੋਧ ਕਰ ਰਹੀ ਹੈ ਉਸ 'ਤੇ ਰੋਕ ਲਗਾਉਣ ਵਾਸਤੇ ਇੱਕ ਕਮੇਟੀ ਬਣਾਈ ਗਈ ਹੈ, ਜੋ ਕਮੇਟੀ 2 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦੇਵੇਗੀ। ਹੁਣ ਜੇ ਇਸ ਕਮੇਟੀ ਦਾ ਜ਼ਿਕਰ ਕਰੀਏ, ਇਸ ਕਮੇਟੀ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੀ ਸ਼ਮੂਲੀਅਤ 'ਤੇ ਹੀ ਸਵਾਲ ਖੜ੍ਹੇ ਹੋ ਗਏ ਨੇ। ਕੀ ਇਹ ਲੋਕ ਜਿਹੜੇ ਇਸ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਨੇ, ਕੀ ਇਹ ਵਾਕਈ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਣਗੇ? ਪਰ ਉਸ ਤੋਂ ਪਹਿਲਾਂ ਜੇ ਉਹਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਇਹਨਾਂ ਕਮੇਟੀ ਦੇ ਵਿੱਚ ਸ਼ਾਮਲ ਸੱਜਣਾਂ ਦੇ ਉੱਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਨੇ। ਇਸ ਸੰਬੰਧੀ ਜਿਹੜੇ 4 ਮੈਂਬਰ ਨਿਯੁਕਤ ਕੀਤੇ ਗਏ ਨੇ ਇਸ ਕਮੇਟੀ ਦੇ ਵਿੱਚੋਂ, ਇਹ ਜਿਹੜੇ ਖੇਤੀ ਕਾਨੂੰਨ ਦੇ ਸਮਰਥਕ ਰਹੇ ਨੇ, ਇਹਨਾਂ ਦੇ ਵਿੱਚ ਭਾਵੇਂ 2 ਕਿਸਾਨ ਨੇਤਾ ਵੀ ਨੇ ਅਤੇ 2 ਇਸ ਦੇ ਵਿੱਚ ਐਕਸਪਰਟ ਨੇ, ਖੇਤੀ ਮਾਹਰ ਨੇ। ਪਰ ਇਹ ਚਾਰੋਂ ਦੇ ਚਾਰੋਂ ਵਿਅਕਤੀ ਜੋ ਇਸ ਕਮੇਟੀ ਦੇ ਵਿੱਚ ਨਿਯੁਕਤ ਕੀਤੇ ਗਏ ਨੇ, ਇਹਨਾਂ ਨੇ ਇਸ ਕਾਨੂੰਨ ਦੇ ਬਣਦਿਆਂ ਭਾਰਤ ਸਰਕਾਰ ਦੀ, ਖਾਸ ਕਰਕੇ ਮੋਦੀ ਸਰਕਾਰ ਦੀ ਉਚੇਚੀ ਤਾਰੀਫ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਆਰਟੀਕਲ ਲਿਖੇ, ਚਿੱਠੀਆਂ ਲੈ ਕੇ ਕੀਤੀ ਹੈ, ਜਾਣੀ ਕਿ ਇਸ ਕਾਨੂੰਨ ਦੇ ਹੱਕ ਦੇ ਵਿੱਚ ਭੁਗਤੇ ਨੇ। ਇਸ ਕਰਕੇ ਕਿਸਾਨ ਕਿਵੇਂ ਇਸ ਕਮੇਟੀ ਅੱਗੇ ਆਪਣਾ ਪੱਖ ਰੱਖਣਗੇ? ਇਹ ਜਿਹੜੇ ਕਮੇਟੀ ਮੈਂਬਰ ਨੇ ਅਸ਼ੋਕ ਗੁਲਾਟੀ ਨੇ, ਡਾਕਟਰ ਪ੍ਰਮੋਦ ਜੋਸ਼ੀ ਨੇ ਜੋ ਕਿ ਐਗਰੀਕਲਚਰ ਇਕਨੋਮਿਕਸ ਨੇ, ਜਦੋਂ ਕਿ ਭੁਪਿੰਦਰ ਸਿੰਘ ਮਾਨ ਪੰਜਾਬ ਤੋਂ ਨੇ, ਸਾਬਕਾ ਮੰਤਰੀ ਨੇ। ਭੁਪਿੰਦਰ ਸਿੰਘ ਮਾਨ ਦਾ ਬੇਟਾ ਜਿਹੜਾ ਉਹ ਕਾਂਗਰਸ ਖੇਮੇ ਦੇ ਵਿੱਚੋਂ ਆ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਹੈ। ਭੁਪਿੰਦਰ ਸਿੰਘ ਮਾਨ ਦੀਆਂ ਵੀ ਨਜ਼ਦੀਕੀਆਂ ਕਾਂਗਰਸ ਪਾਰਟੀ ਦੇ ਨਾਲ ਰਹੀਆਂ ਨੇ। ਅਤੇ ਫਿਰ ਦੂਸਰੇ ਜਿਹੜੇ ਅਨਿਲ ਧਨਗਟ ਬਣਾਏ ਗਏ ਨੇ ਮਹਾਰਾਸ਼ਟਰ ਤੋਂ, ਉਹ ਵੀ ਕਿਸਾਨ ਨੇਤਾ ਨੇ। ਪਰ ਇਹ ਚਾਰੇ ਲੋਕ ਇਸ ਕਾਨੂੰਨ ਦੇ ਹੱਕ ਦੇ ਵਿੱਚ ਲਿਖਤੀ ਆਪਣਾ ਵਿਊ ਪੇਸ਼ ਕਰ ਚੁੱਕੇ ਨੇ। ਇਹਨਾਂ ਦੇ ਆਰਟੀਕਲ, ਇਹਨਾਂ ਦੀ ਇੰਟਰਵਿਊ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਰਹੀਆਂ ਨੇ। ਅਸ਼ੋਕ ਗੁਲਾਟੀ ਜਿਹੜੇ ਕਿ ਖੇਤੀਬਾੜੀ ਮਾਹਰ ਨੇ, ਉਹਨਾਂ ਨੇ ਜਦੋਂ ਇਹ ਕਾਨੂੰਨ ਆਇਆ ਸੀ ਆਖਿਆ ਸੀ ਕਿ ਇਹ ਕਾਨੂੰਨ ਕਿਸਾਨਾਂ ਦਾ ਜਿਹੜਾ ਹੈਗਾ ਸਮਰਥਕ ਹੈ ਅਤੇ ਉਹਨਾਂ ਨੂੰ ਹੋਰ ਵਧੇਰੇ ਆਜ਼ਾਦੀ ਦੇਵੇਗਾ। ਜ਼ਿਕਰ ਖਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 2015 ਦੇ ਵਿੱਚ ਅਸ਼ੋਕ ਗੁਲਾਟੀ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਸੀ। ਉਹ ਇਸ ਵਕਤ ਇੰਡੀਅਨ ਕੌਂਸਲ ਫਾਰ ਰਿਸਰਚ ਐਂਡ ਇੰਟਰਨੈਸ਼ਨਲ ਇਕਨੋਮਿਕਸ ਰਿਲੇਸ਼ਨ ਜਾਣੀ ਕਿ ICRIR ਦੇ ਪ੍ਰੋਫੈਸਰ ਨੇ ਅਤੇ ਨੀਤੀ ਆਯੋਗ ਦੇ ਤਹਿਤ ਪ੍ਰਧਾਨ ਮੰਤਰੀ ਦੀ ਤਰਫੋਂ ਬਣਾਈ ਗਈ ਐਗਰੀਕਲਚਰ ਟਾਸਕ ਫੋਰਸ ਦੇ ਵੀ ਮੈਂਬਰ ਨੇ। ਖੇਤੀ ਬਾਜ਼ਾਰਾਂ ਦੇ ਵਿੱਚ ਸੁਧਾਰ ਸੰਬੰਧੀ ਬਣੇ ਗਏ ਐਕਸਪਰਟ ਪੈਨਲ ਦੇ ਵੀ ਪ੍ਰਧਾਨ ਨੇ। ਉਹ ਇਸ ਕਾਨੂੰਨ ਨੂੰ ਹਰ ਪੱਖੋਂ ਕਿਸਾਨਾਂ ਦੇ ਲਈ ਲਾਹੇਵੰਦ ਦੱਸ ਰਹੇ ਨੇ। ਅਤੇ ਫਿਰ ਕਿਸਾਨ ਇਹਨਾਂ ਅੱਗੇ ਕੀ ਪੱਖ ਰੱਖਣਗੇ? ਜਿਹੜਾ ਵਿਅਕਤੀ ਖੁਦ ਇਸ ਕਾਨੂੰਨ ਦੀ ਪੈਰਵਾਈ ਕਰਦਾ ਹੋਵੇ ਅਤੇ ਫਿਰ ਕਿਸਾਨਾਂ ਦੀ ਉਹ ਕੀ ਸੁਣੇਗਾ? ਇਹਨਾਂ ਦੇ ਬਹੁਤ ਸਾਰੇ ਆਰਟੀਕਲ ਨੇ
ਜਿਹੜੇ ਇਸ ਕਾਨੂੰਨ ਦੀ ਪੈਰਵਾਈ ਕਰਦੇ ਨੇ। ਇਸੇ ਤਰ੍ਹਾਂ ਡਾਕਟਰ ਪ੍ਰਮੋਦ ਜੋਸ਼ੀ ਨੇ, ਜਿਹੜੇ ਕਿ ਖੇਤੀਬਾੜੀ ਮਾਹਰ ਨੇ, ਉਹਨਾਂ ਨੇ ਵੀ ਆਖਿਆ ਸੀ ਇਸ ਕਾਨੂੰਨ ਦੇ ਆਉਂਦਿਆਂ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਅਤੇ ਕਿਸਾਨਾਂ ਦੇ ਲਈ ਫਾਇਦੇਮੰਦ ਰਹੇਗਾ। ਇਹ ਪ੍ਰਮੋਦ ਜੋਸ਼ੀ ਡਾਕਟਰ ਸਾਊਥ ਏਸ਼ੀਆ ਇੰਟਰਨੈਸ਼ਨਲ ਫੂਡ ਐਂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਨੇ ਅਤੇ ਐਗਰੀਕਲਚਰ ਸੈਕਟਰ ਦੇ ਵਿੱਚ ਕੰਮ ਕਰਨ ਦੇ ਲਈ ਉਹਨਾਂ ਨੂੰ ਕਈ ਸਾਰੇ ਮਾਣ ਸਨਮਾਨ ਭੱਤੇ ਮਿਲੇ ਹੋਏ ਨੇ। 2017 ਦੇ ਵਿੱਚ ਉਹਨਾਂ ਨੇ ਫਾਈਨੈਂਸ਼ੀਅਲ ਐਕਸਪ੍ਰੈਸ ਦੇ ਵਿੱਚ ਵੀ ਆਪਣੇ ਆਰਟੀਕਲ ਦੇ ਵਿੱਚ ਕੰਟਰੈਕਟ ਫਾਰਮਿੰਗ ਦੇ ਫਾਇਦੇ ਦੱਸੇ ਸੀ ਅਤੇ ਇਹ ਕਾਨੂੰਨ ਦੇ ਆਉਂਦਿਆਂ ਉਹਨਾਂ ਨੇ ਇਸ ਕਾਨੂੰਨ ਦੇ ਹੱਕ ਦੇ ਵਿੱਚ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਸੀ, ਆਪਣੀ ਗਵਾਹੀ ਭਰੀ ਸੀ। ਇਸ ਤਰ੍ਹਾਂ ਭੁਪਿੰਦਰ ਸਿੰਘ ਮਾਨ ਅਖਿਲ ਭਾਰਤੀ ਕਿਸਾਨ ਕਮੇਟੀ ਦੇ ਪ੍ਰਮੁੱਖ ਨੇ। ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੀ ਹੈ ਇਹਨਾਂ ਦੀ ਕਿਸਾਨ ਸਮਿਤੀ ਜਿਹੜੀ ਬਣੀ ਹੋਈ ਆ। ਗੁਜਰਾਂਵਾਲਾ ਦੇ ਵਿੱਚ 15 ਸਤੰਬਰ ਨੂੰ 1939 ਨੂੰ ਪੈਦਾ ਹੋਏ ਸਨ ਪਾਕਿਸਤਾਨ ਦੇ ਵਿੱਚ। ਰਾਸ਼ਟਰਪਤੀ ਨੇ ਉਹਨਾਂ ਨੂੰ 1990 ਦੇ ਵਿੱਚ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ ਸੀ। ਕਾਂਗਰਸ ਖੇਮੇ ਤੋਂ ਰਹੇ ਨੇ ਅਤੇ ਉਹ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਆਪਣੀ ਗੱਲ ਕਹਿ ਚੁੱਕੇ ਨੇ ਅਤੇ ਉਹਨਾਂ ਦੀ ਜਿਹੜੀ ਸਮਿਤੀ ਹੈ, ਜਥੇਬੰਦੀ ਆ, ਉਹਨਾਂ ਨੇ 14 ਦਸੰਬਰ ਨੂੰ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਉਚੇਚਾ ਇੱਕ ਪੱਤਰ ਲਿਖ ਕੇ ਇਹਨਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਅਤੇ ਹੁਣ ਪੰਜਾਬ ਦੇ ਕਿਸਾਨ ਕਿਵੇਂ ਭੁਪਿੰਦਰ ਸਿੰਘ ਮਾਨ ਅੱਗੇ ਆਪਣਾ ਪੱਖ ਰੱਖਣਗੇ, ਕਿਉਂ ਰੱਖਣਗੇ? ਇਸੇ ਤਰ੍ਹਾਂ ਅਨਿਲ ਧਨਗਟ ਨੇ, ਜਿਹੜੇ ਕਿ ਸ਼ੇਤਕਾਰੀ ਸੰਗਠਨ ਮਹਾਰਾਸ਼ਟਰ ਦੇ ਪ੍ਰਧਾਨ ਨੇ, ਅਤੇ ਇਹਨਾਂ ਨੇ ਵੀ ਖੇਤੀ ਕਾਨੂੰਨਾਂ ਦੇ ਬਹੁਤ ਕਸੀਦੇ ਪੜ੍ਹੇ ਸਨ। ਹਾਲਾਂਕਿ ਇਹ ਜਿਹੜਾ ਇਹਨਾਂ ਦਾ ਸੰਗਠਨ ਹੈ ਇਹ ਕਿਸਾਨ ਨੇਤਾ ਰਹੇ ਸ਼ਰਦ ਜੋਸ਼ੀ ਨੇ 1979 ਦੇ ਵਿੱਚ ਬਣਾਇਆ ਸੀ। ਇਹ ਵੀ ਖੇਤੀਬਾੜੀ ਕਾਨੂੰਨ ਦੇ ਹੱਕ ਦੇ ਵਿੱਚ ਭੁਗਤਦੇ ਆਏ ਨੇ। ਹੁਣ ਇਹਨਾਂ ਚਾਰੇ ਪੈਨਲ ਮੈਂਬਰਾਂ ਦੀ ਜਿਹੜੀ ਕਮੇਟੀ ਹੈ 2 ਮਹੀਨੇ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਪਰ ਇਸ ਦੌਰਾਨ ਸਰਕਾਰ ਦੀ ਸੁਪਰੀਮ ਕੋਰਟ ਦੀ ਬਣਾਈ ਹੋਈ ਇਸ ਕਮੇਟੀ ਦੇ ਅੱਗੇ ਕਿਸਾਨ ਆਪਣਾ ਕੀ ਪੱਖ ਰੱਖਣਗੇ। 8 ਹਫ਼ਤਿਆਂ ਦੇ ਬਾਅਦ ਇਹ ਕਿਸਾਨਾਂ ਦੀ ਸੁਣਵਾਈ ਕਰਕੇ ਸੁਪਰੀਮ ਕੋਰਟ ਨੂੰ ਆਪਣੀ ਰਿਪੋਰਟ ਦੇਵੇਗੀ। ਪਰ ਇਸ ਦੌਰਾਨ ਇਹ ਜਿਹੜਾ ਸੁਪਰੀਮ ਕੋਰਟ ਦੀ ਕਮੇਟੀ ਦਾ ਫੈਸਲਾ ਆਇਆ, ਇਸ 'ਤੇ ਰਿਵਿਊ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਆਪਣੇ ਜਿਹੜੇ ਨੇ ਲੀਗਲ ਐਡਵਾਈਜ਼ਰ ਉਹਨਾਂ ਨੂੰ ਰਿਪੋਰਟ ਦੇਣ ਦੇ ਵਾਸਤੇ ਕਿਹਾ ਅਤੇ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਹੜੀ ਤੋਂ ਇੱਕ ਦਿਨ ਬਾਅਦ ਯਾਨੀ ਕਿ 14 ਤਾਰੀਖ ਨੂੰ ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। ਇਸ ਦੇ ਨਾਲ ਜਿਹੜਾ ਦੂਸਰਾ ਵੱਡਾ ਪੱਖ ਹੈ, ਕਿਸਾਨ ਇਸ ਨੂੰ ਨਕਾਰ ਚੁੱਕੇ ਨੇ। ਉਹਨਾਂ ਦਾ ਕਹਿਣਾ ਕਿ ਉਹ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ। ਇਹ ਉਹਨਾਂ ਦੇ ਅਲਫਾਜ਼ ਨੇ, ਉਹ ਪਹਿਲਾਂ ਹੀ ਇਸ ਤੋਂ ਮੁਨਕਰ ਹੋ ਚੁੱਕੇ ਨੇ। ਦੂਜੇ ਬੰਨੇ ਇਹ ਕਮੇਟੀ ਬਣਨ ਤੋਂ ਬਾਅਦ ਹੁਣ ਨਰਿੰਦਰ ਮੋਦੀ ਸਰਕਾਰ ਜਿਹੜਾ ਦੂਸਰਾ ਪੱਤਾ ਖੇਡ ਰਹੀ ਹੈ, ਉਹ ਇਹ ਖੇਡ ਰਹੀ ਹੈ ਕਿ ਇਸ ਅੰਦੋਲਨ ਦੇ ਵਿੱਚ ਖਾਲਿਸਤਾਨੀ ਘੁਸਪੈਠ ਕਰ ਚੁੱਕੇ ਨੇ। ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਭਾਰਤ ਸਰਕਾਰ ਦੀ ਤਰਫੋਂ ਅਟਾਰਨੀ ਜਨਰਲ ਨੇ ਜਿਹੜੇ ਕੇ ਵੇਣੂਗੋਪਾਲ, ਉਹਨਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕੱਲ੍ਹ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਜਿਹੜੇ ਕਿਸਾਨ ਬੈਠੇ ਨੇ, ਇਹਨਾਂ ਦੇ ਵਿੱਚ ਖਾਲਿਸਤਾਨੀ ਆ ਚੁੱਕੇ ਨੇ, ਦੇਸ਼ ਲਈ ਇਹ ਘਾਤਕ ਹੋ ਚੁੱਕੇ ਨੇ। ਇਸ ਸੰਬੰਧੀ ਇਹਨਾਂ ਦੇ ਉੱਤੇ ਪਾਬੰਦੀ ਲਗਾਈ ਜਾਵੇ। ਇਸ ਦੇ ਨਾਲ ਜਦੋਂ ਸੁਪਰੀਮ ਕੋਰਟ ਨੇ ਇਸ ਬਾਰੇ ਹੋਰ ਜਾਣਨਾ ਚਾਹਿਆ ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੇਣੂਗੋਪਾਲ ਜੀ, ਤੁਸੀਂ ਲਿਖਤੀ ਹਲਫਨਾਮਾ ਦਿਓ। ਅਤੇ ਹੁਣ ਭਾਰਤ ਦੇ ਅਟਾਰਨੀ ਜਨਰਲ ਕੇ ਵੇਣੂਗੋਪਾਲ ਬੁੱਧਵਾਰ ਨੂੰ ਜਾਣੀ ਕਿ ਅੱਜ ਇਹ ਹਲਫਨਾਮਾ ਦੇਣਗੇ ਲਿਖਤੀ ਕਿ ਇਸ ਅੰਦੋਲਨ ਦੇ ਵਿੱਚ ਖਾਲਿਸਤਾਨੀ ਆ ਚੁੱਕੇ ਨੇ। ਇਸ ਦੇ ਨਾਲ 26 ਤਾਰੀਖ ਨੂੰ ਜਿਹੜਾ ਕਿਸਾਨ ਮਾਰਚ ਹੋ ਰਿਹਾ, ਉਸ ਦੇ ਵਾਸਤੇ ਪੰਜਾਬ ਦੇ ਪਿੰਡਾਂ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿਸਾਨ ਟਰੈਕਟਰ ਟਰਾਲੀਆਂ ਜਾਂ ਹੋਰ ਸਾਧਨਾਂ ਲਈ ਜਾਣੇ ਸ਼ੁਰੂ ਹੋ ਗਏ ਨੇ। ਉਸ ਨੂੰ ਰੋਕਣ ਦੇ ਵਾਸਤੇ ਵੀ ਭਾਰਤ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਦੇ ਵਿੱਚ ਇਹ ਮੰਗ ਰੱਖੀ ਗਈ ਹੈ ਕਿ ਇਹਨਾਂ ਦੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਰੋਕ ਲਗਾਈ ਜਾਵੇ, ਕਿਉਂਕਿ ਇਹ ਪ੍ਰਦਰਸ਼ਨ ਦੇਸ਼ ਦੀ ਸ਼ਾਖ ਨੂੰ ਵੱਟਾ ਲਾਉਣ ਵਾਲਾ। ਦੂਜੇ ਬੰਨੇ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ। ਹਾਲਾਂਕਿ ਮੌਸਮ ਵੀ ਬਹੁਤ ਠੰਡਾ ਹੈ, ਬੱਦਲਵਾਈ ਬਣੀ ਹੋਈ ਹੈ, ਕਿਉਂਕਿ ਉਪ ਮੁੱਖ ਮੰਤਰੀ JJP ਪਾਰਟੀ ਵਾਲੇ ਚੌਟਾਲਾ ਦੇ ਪੋਤਰੇ ਦੁਸ਼ਯੰਤ ਚੌਟਾਲਾ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਆਪਣਾ ਪੱਖ ਰੱਖਿਆ ਅਤੇ ਇਸ ਦੇ ਕਾਰਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਸੁਪਰੀਮ ਕੋਰਟ ਦੇ ਖੇਤੀ ਕਾਨੂੰਨਾਂ 'ਤੇ ਸਟੇ ਲਾਉਣ ਦੇ ਕੁਝ ਘੰਟਿਆਂ ਬਾਅਦ ਹੋਈ ਹੈ। ਇਸ ਮੌਕੇ ਭਾਜਪਾ ਅਤੇ JJP ਦੇ ਸੂਬਾ ਪ੍ਰਧਾਨ ਵੀ ਮੌਜੂਦ ਸਨ। ਕਾਬਲੇ ਜ਼ਿਕਰ ਹੈ ਕਿ ਹਰਿਆਣਾ ਦੇ ਵਿੱਚ ਵੀ ਖੱਟੜ ਸਰਕਾਰ ਦੇ ਨਾਲੋਂ ਕਦੇ ਵੀ ਹਮਾਇਤ ਜਨ ਨਾਇਕ ਜਨਤਾ ਪਾਰਟੀ
ਜਿਹੜੀ ਹੈ ਵਾਪਸ ਲੈ ਸਕਦੀ ਹੈ, ਕਿਉਂਕਿ ਚੌਟਾਲਾ ਪਰਿਵਾਰ ਦੇ ਵਿੱਚ ਵੀ ਜਿਹੜੀ ਸੱਤਾ ਪ੍ਰਾਪਤੀ ਨੂੰ ਲੈ ਕੇ ਲੜਾਈ ਹੋਈ ਸੀ, ਜਿਸ ਦੇ ਵਿੱਚ ਇੱਕ ਧਿਰ ਜਨਨਾਇਕ ਜਨਤਾ ਪਾਰਟੀ ਦੁਸ਼ਯੰਤ ਚੌਟਾਲਾ ਭਾਜਪਾ ਦੇ ਨਾਲ ਸਾਂਝ ਪਾ ਗਏ ਸਨ। ਹਾਲਾਂਕਿ ਦੁਸ਼ਯੰਤ ਚੌਟਾਲਾ ਦੇ ਉੱਤੇ ਵੀ ਬੜਾ ਪ੍ਰੈਸ਼ਰ ਹੈ, ਕਿਉਂਕਿ ਜੇ 26 ਜਨਵਰੀ ਤੱਕ ਕਾਨੂੰਨ ਵਾਪਸ ਨਹੀਂ ਆਉਂਦੇ ਤਾਂ ਇਸ ਦੌਰਾਨ ਹਰਿਆਣਾ ਦੇ ਵਿੱਚ ਵੀ ਭਾਜਪਾ ਅਤੇ JJP ਦਾ ਗੱਠਜੋੜ ਟੁੱਟ ਸਕਦਾ ਹੈ, ਕਿਉਂਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਵੇ ਚੌਟਾਲਾ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਅਤੇ ਕਹਿ ਦਿੱਤਾ ਕਿ 26 ਜਨਵਰੀ ਤੱਕ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ। ਅਵੇ ਚੌਟਾਲਾ ਦੇ ਇਹਨਾਂ ਕਦਮਾਂ ਦੇ ਨਾਲ ਪਰਿਵਾਰਕ ਲੜਾਈ ਵਜੋਂ ਵੱਡੀ ਧਿਰ ਜਿਹੜੀ ਜਨਨਾਇਕ ਜਨਤਾ ਪਾਰਟੀ ਜਾਣੀ ਕਿ ਇਹਨਾਂ ਦੇ ਚਾਚੂ ਨੇ ਜਦੋਂ ਇਹ ਅਸਤੀਫਾ ਜਿਹੜਾ ਹੈਗਾ ਦੇ ਦਿੱਤਾ ਅਤੇ ਹੁਣ ਭਤੀਜੇ ਦੁਸ਼ਯੰਤ ਚੌਟਾਲਾ 'ਤੇ ਪ੍ਰੈਸ਼ਰ ਬਹੁਤ ਵੱਧ ਗਿਆ, ਕਿਉਂਕਿ JJP ਦੇ ਜਿਹੜੇ 10 ਵਿਧਾਇਕ ਨੇ ਇਹਨਾਂ ਦੇ ਵਿੱਚੋਂ ਕਿਸਾਨ ਅੰਦੋਲਨ ਦੇ ਕਾਰਨ 6 ਵਿਧਾਇਕ ਕਿਸਾਨਾਂ ਦੇ ਹੱਕ ਦੇ ਵਿੱਚ ਆ ਚੁੱਕੇ ਨੇ। ਸੋ ਇਸ ਕਰਕੇ ਦੁਸ਼ਯੰਤ ਚੌਟਾਲਾ ਨੂੰ ਆਪਣੀ ਪਾਰਟੀ JJP ਜਿਹੜੀ ਨਵੀਂ ਬਣਾਈ ਹੈ ਉਸ ਨੂੰ ਬਚਾਉਣ ਦੇ ਵਾਸਤੇ ਸਟੈਪ ਚੁੱਕਣਾ ਹੋਵੇਗਾ, ਕਿਉਂਕਿ ਜੇ 10 ਚੋਂ 6 ਵਿਧਾਇਕ ਕਿਸਾਨਾਂ ਦੇ ਹੱਕ 'ਚ ਆ ਗਏ ਨੇ ਫਿਰ ਦੁਸ਼ਯੰਤ ਚੌਟਾਲਾ ਦੀ ਸਪੋਰਟ BJP ਨੂੰ ਕੀ ਰਹੇਗੀ। ਸੋ ਇਸ ਸੰਬੰਧੀ ਸਥਿਤੀ ਕਾਫੀ ਜਿਹੜੀ ਹੈ ਇਸ ਕਿਸਾਨ ਅੰਦੋਲਨ ਦੇ ਦੌਰਾਨ ਸਿਆਸੀ ਤੌਰ 'ਤੇ ਲਟਕਾਅ ਵਾਲੀ ਬਣੀ ਹੋਈ ਹੈ। ਦੂਜੇ ਬੰਨੇ ਕਿਸਾਨਾਂ ਨੇ ਕਹਿ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਇਹਨਾਂ ਫੈਸਲਿਆਂ ਦਾ ਸਵਾਗਤ ਤਾਂ ਕਰਦੇ ਨੇ ਕਿ ਰੋਕ ਲਗਾ ਦਿੱਤੀ ਹੈ, ਪਰ ਜਦੋਂ ਤੱਕ ਕਾਨੂੰਨ ਭਾਰਤ ਸਰਕਾਰ ਰੱਦ ਨਹੀਂ ਕਰਦੀ ਉਹ ਰਾਜਧਾਨੀ ਤੋਂ ਆਪਣਾ ਮੋਰਚਾ ਨਹੀਂ ਪੱਟਣਗੇ। 40 ਦੇ ਕਰੀਬ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨ ਦੀ ਸਾਂਝੀ ਜਥੇਬੰਦੀ ਹੈ ਜਿਹੜੀ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਅਗਲੇ ਦਿਨਾਂ ਦੇ ਦੌਰਾਨ ਜੋ ਆਪਣੀ ਰਣਨੀਤੀ ਅਪਣਾਉਣੀ ਹੈ ਉਸ 'ਤੇ ਚਰਚਾ ਕਰਨ ਵਾਸਤੇ ਮੀਟਿੰਗ ਸੱਦ ਲਈ ਹੈ, ਪਰ ਪਹਿਲੀ ਝੱਟੇ ਉਹਨਾਂ ਨੇ ਇਸ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਤਾਂ ਕੀਤਾ ਕਿ ਰੋਕ ਲਾ ਦਿੱਤੀ ਚੰਗਾ ਹੈ, ਪਰ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਇੱਥੋਂ ਧਰਨਾ ਪੁੱਟ ਲਈਏ। ਧਰਨਾ ਉਦੋਂ ਹੀ ਪੁੱਟਿਆ ਜਾਵੇਗਾ ਜਦੋਂ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਣਗੇ। ਕਿਸਾਨਾਂ ਨੇ ਵੀ ਇਸ ਗੱਲ ਦੇ ਦੋਸ਼ ਲਾ ਦਿੱਤੇ ਨੇ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਭੁਪਿੰਦਰ ਸਿੰਘ ਮਾਨ ਜਾਂ ਹੋਰ ਲੋਕ ਸ਼ਾਮਲ ਨੇ, ਇਹ ਸਰਕਾਰੂ ਕਮੇਟੀ ਹੈ। ਇਸ ਦੇ ਵਿਰੋਧ ਦੇ ਵਿੱਚ, ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਉਹ ਅੱਜ ਲੋਹੜੀ ਵਾਲੇ ਦਿਨ ਇਹਨਾਂ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਦਾ ਭੋਗਾ ਮਨਾ ਕੇ ਲੋਹੜੀ ਮਨਾਉਣਗੇ। ਇਸ ਵਾਰੀ ਲੋਹੜੀ ਥੋੜ੍ਹੀ ਵੱਖਰੀ ਕਿਸਮ ਦੀ ਹੋਵੇਗੀ। ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੀ ਬਿਮਾਰੀ ਦੇ ਕਾਰਨ ਲਗਾਤਾਰ ਮੌਤ ਹੋ ਰਹੀ ਹੈ। ਮੁਕਤਸਰ ਜ਼ਿਲ੍ਹੇ ਦੇ ਬਲਾਕ ਦੋਦਾ ਦੇ ਪਿੰਡ ਲੋਹਾਰਾ ਦਾ ਕਿਸਾਨ ਅਵਤਾਰ ਸਿੰਘ ਦੀ ਵੀ ਟਰਕੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਾਹਰਾਂ ਦਾ ਇਹ ਵੀ ਮੰਨਣਾ ਕਿ ਇਹਨਾਂ ਮੌਤਾਂ ਦਾ ਕਾਰਨ, ਦਿਲ ਦੇ ਦੌਰੇ ਦਾ ਕਾਰਨ ਉੱਥੋਂ ਦਾ ਰਹਿਣ ਸਹਿਣ, ਭਾਰੀ ਖੁਰਾਕ, ਆਕਸੀਜਨ ਦੀ ਕਮੀ ਅਤੇ ਮਾਨਸਿਕ ਚਿੰਤਾ ਆਦਿ ਕਾਰਨ ਬਣ ਰਹੇ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ, ਜਿਸ ਦੇ ਤਹਿਤ 12ਵੀਂ ਦੀ ਪ੍ਰੀਖਿਆ 22 ਮਾਰਚ ਤੋਂ 27 ਅਪ੍ਰੈਲ ਤੱਕ ਹੋਵੇਗੀ ਅਤੇ 10ਵੀਂ ਦੀ ਪ੍ਰੀਖਿਆ 9 ਅਪ੍ਰੈਲ ਤੋਂ 1 ਮਈ ਤੱਕ ਲਈ ਜਾਵੇਗੀ। ਕਿਸਾਨ ਅੰਦੋਲਨ ਦੇ ਦੌਰਾਨ ਕਈ ਸਾਰੇ ਹਾਲਾਤ ਅਜੀਬ ਬਣਦੇ ਨੇ। ਤੁਹਾਨੂੰ ਚੇਤੇ ਹੋਣਾ ਕਿ ਜਦੋਂ ਇਸ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਉਸ ਵਕਤ ਵੀ ਕਾਮਰੇਡ ਬਨਾਮ ਖਾਲਿਸਤਾਨ ਦਾ ਰੌਲਾ ਪਿਆ ਸੀਗਾ। ਇਹ ਲੜਾਈ ਨੂੰ ਉਸ ਵਕਤ ਹਵਾ ਮਿਲ ਗਈ ਸੀ ਜਦੋਂ 17 ਅਕਤੂਬਰ 2020 ਨੂੰ ਮਾਝੇ ਦੇ ਪੱਟੀ ਵਿਖੇ ਕਾਮਰੇਡ ਬਲਵਿੰਦਰ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਭੀਖੀਵਿੰਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਸੰਦੀਪ ਸਿੰਘ ਭੂਰਾ, ਗੁਰਜੀਤ ਸਿੰਘ ਭਾ ਨੂੰ ਦਿੱਲੀ ਤੋਂ ਕੱਲ੍ਹ DSP ਭੀਖੀਵਿੰਡ ਰਾਜਵੀਰ ਸਿੰਘ ਦੀ ਅਗਵਾਈ ਦੇ ਵਿੱਚ ਲਿਆਂਦਾ ਗਿਆ ਅਤੇ ਪੁਲਿਸ ਨੇ 3 ਕਸ਼ਮੀਰੀ ਨੌਜਵਾਨ ਵੀ ਇਸ ਕੇਸ ਦੇ ਵਿੱਚ ਜੋ ਗ੍ਰਿਫਤਾਰ ਕੀਤੇ ਹੋਏ ਨੇ, ਜਿਨ੍ਹਾਂ ਦਾ ਨਾਂ ਸ਼ਬੀਰ ਅਹਿਮਦ, ਗੋਜੀ ਰਿਆਜ਼ ਅਤੇ ਮੁਹੰਮਦ ਅਜੂਬ ਹੈ। ਇਹਨਾਂ ਨੂੰ ਪੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁਲਿਸ ਨੇ ਇਹਨਾਂ ਮੁਲਜ਼ਮਾਂ ਦਾ 5 ਦਿਨਾਂ ਰਿਮਾਂਡ ਲਿਆ। ਇਸ ਸੰਬੰਧੀ ਜਾਂਚ ਕਰ ਰਹੀਆਂ ਏਜੰਸੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਖਾਲਿਸਤਾਨ ਨਾਲ ਸੰਬੰਧਿਤ ਅਤੇ ਕੁਝ ਕਸ਼ਮੀਰ ਨਾਲ ਸੰਬੰਧਿਤ ਨੌਜਵਾਨਾਂ ਨੇ ਇਸ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕੀਤਾ ਹੈ। ਇਸ ਦੇ ਵਾਸਤੇ ਸਬੂਤ ਜੁਟਾਉਣ ਦੇ ਵਾਸਤੇ ਪੱਟੀ ਦੀ ਅਦਾਲਤ ਵੱਲੋਂ ਇਹਨਾਂ ਦਾ 5 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ। ਗੁਜਰਾਤ ਦੇ ਵਿੱਚ ਸ਼ਰਾਬ ਦੀ ਪਾਬੰਦੀ ਹੈ, ਪਰ ਇਸ ਦੇ ਬਾਵਜੂਦ ਗੁਜਰਾਤ ਦੇ ਵਿੱਚ ਸ਼ਰਾਬ ਪੀਣ ਦੇ ਮਾਮਲਿਆਂ ਦੇ ਵਿੱਚ ਬੀਬੀਆਂ ਬੰਦਿਆਂ ਨੂੰ ਪਿੱਛੇ ਛੱਡ ਗਈਆਂ ਨੇ, ਜਾਣੀ ਕਿ ਬਹੁਤੀਆਂ ਗੁਜਰਾਤਣਾਂ ਸ਼ਰਾਬ ਜ਼ਿਆਦਾ ਪੀਣ ਲੱਗੀਆਂ ਨੇ। ਇਹ ਕੋਈ ਐਰੇ ਗੈਰੇ ਦੇ ਸਰਵੇ ਨਹੀਂ। ਗੁਜਰਾਤ ਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ ਫੈਮਿਲੀ ਹੈਲਥ ਸਰਵੇ ਹੈ, ਨੈਸ਼ਨਲ ਫੈਮਿਲੀ ਹੈਲਥ ਸਰਵੇ ਹੈ, ਉਸ ਦੀ ਰਿਪੋਰਟ ਇਹ ਗੱਲ ਜ਼ਾਹਰ ਕਰਦੀ ਹੈ। ਬੀਤੇ 5 ਸਾਲਾਂ ਦੇ ਦੌਰਾਨ ਸ਼ਰਾਬਬੰਦੀ ਵਾਲੇ ਸੂਬੇ ਗੁਜਰਾਤ ਦੇ ਵਿੱਚ ਮਹਿਲਾਵਾਂ ਦੇ ਸ਼ਰਾਬ ਪੀਣ ਦੀ ਸੰਖਿਆ ਦੁੱਗਣੀ ਹੋ ਗਈ ਹੈ, ਜਦੋਂ ਕਿ ਪੁਰਸ਼ਾਂ ਦੇ ਸ਼ਰਾਬ ਪੀਣ ਦੇ ਮਾਮਲੇ ਘਟੇ ਨੇ। ਹਾਲ ਹੀ ਵਿੱਚ ਭਾਰਤ ਸਰਕਾਰ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ
NFHS 2019-20 ਦੀ ਰਿਪੋਰਟ ਦੱਸਦੀ ਹੈ ਕਿ ਗੁਜਰਾਤ ਦੇ ਵਿੱਚ ਕੁੱਲ 33,343 ਮਹਿਲਾਵਾਂ ਅਤੇ 5351 ਮਰਦਾਂ 'ਤੇ ਇਹ ਸਰਵੇਖਣ ਕੀਤਾ ਗਿਆ ਸੀ। ਇਸ ਦੇ ਵਿੱਚੋਂ 200 ਮਹਿਲਾਵਾਂ ਜਾਣੀ ਕਿ ਇਹਨਾਂ ਕੁੱਲ ਸਰਵੇ ਵਾਲਿਆਂ ਦੇ ਵਿੱਚੋਂ 0.6% ਅਤੇ 310 ਬੰਦਿਆਂ ਜਾਣੀ ਕਿ 5.8 ਨੇ ਇਹ ਦਾਅਵਾ ਕੀਤਾ ਕਿ ਉਹ ਸ਼ਰਾਬ ਪੀਂਦੇ ਨੇ। ਹਾਲਾਂਕਿ 2015 ਦੇ ਵਿੱਚ ਹੀ ਅਜਿਹੇ ਸਰਵੇ ਦੇ ਵਿੱਚ 68 ਮਹਿਲਾਵਾਂ ਅਤੇ 668 ਮਰਦਾਂ ਨੇ ਸ਼ਰਾਬ ਪੀਣ ਦੀ ਗੱਲ ਕਬੂਲੀ ਸੀ। ਇਹਨਾਂ ਅੰਕੜਿਆਂ ਦੀ ਤੁਲਨਾ ਕਰਨ 'ਤੇ ਪਤਾ ਚੱਲਦਾ ਕਿ 2015 ਦੇ ਵਿੱਚ ਸਿਰਫ 0.1% ਸ਼ਹਿਰੀ ਮਹਿਲਾਵਾਂ ਨੇ ਇਹ ਮੰਨਿਆ ਸੀ ਕਿ ਉਹ ਸ਼ਰਾਬ ਪੀਂਦੀਆਂ ਨੇ, ਜਦੋਂ ਕਿ 2020 ਦੇ ਇਸ ਸਰਕਾਰੀ ਸਰਵੇ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਹੈ ਕਿ 0.3% ਮਹਿਲਾਵਾਂ ਨੇ ਸ਼ਰਾਬ ਦਾ ਸੇਵਨ ਕਰਨ ਦੀ ਲੱਤ ਪਾ ਲਈ ਹੈ। 2015 ਦੇ ਵਿੱਚ ਸ਼ਰਾਬ ਪੀਣ ਵਾਲੇ ਪੁਰਸ਼ਾਂ ਦੇ ਮਾਮਲੇ ਦੇ ਵਿੱਚ 10.6% ਸੀਗੇ ਅਤੇ ਜਦੋਂ ਕਿ 2020 ਦੇ ਵਿੱਚ ਇਹ ਘਟ ਕੇ 4.4% ਰਹਿ ਗਏ, ਜਾਣੀ ਕਿ ਗੁਜਰਾਤੀ ਭਾਈ ਸ਼ਰਾਬ ਪੀਣੀ ਘਟਾ ਗਏ ਨੇ। ਜਦੋਂ ਕਿ ਪੇਂਡੂ ਖੇਤਰਾਂ ਦੇ ਵਿੱਚ ਵੀ ਸ਼ਰਾਬ ਦਾ ਸੇਵਨ ਕਰਨ ਵਾਲੀਆਂ ਮਹਿਲਾਵਾਂ ਦਾ ਪ੍ਰਤੀਸ਼ਤ 2015 ਦੇ ਵਿੱਚ ਜਿਹੜਾ 0.4% ਸੀ ਉਹ 5 ਸਾਲਾਂ ਬਾਅਦ 2020 ਦੇ ਵਿੱਚ ਵੱਧ ਕੇ 0.8 ਹੋ ਗਿਆ, ਜਾਣੀ ਕਿ ਸ਼ਰਾਬ ਪੀਣ ਵਾਲੀਆਂ ਪੇਂਡੂ ਗੁਜਰਾਤਣਾਂ ਦੀ ਤਾਦਾਦ ਦੁੱਗਣੀ ਹੋ ਗਈ ਹੈ। ਸ਼ਰਾਬ ਪੀਣ ਵਾਲੇ ਪੁਰਸ਼ਾਂ ਦੀ ਸੰਖਿਆ 2015 ਦੇ ਵਿੱਚ 11.4% ਤੋਂ ਘਟ ਕੇ 2020 ਦੇ ਵਿੱਚ 6.8% ਹੋ ਗਈ ਹੈ, ਜਾਣੀ ਕਿ ਸ਼ਰਾਬ ਪੀਣ ਦੇ ਮਾਮਲੇ ਦੇ ਵਿੱਚ ਗੁਜਰਾਤੀ ਬੰਦਿਆਂ ਦੇ ਨਾਲੋਂ ਗੁਜਰਾਤਣ ਬੀਬੀਆਂ ਨੰਬਰ ਲੈ ਗਈਆਂ ਨੇ। ਜਦੋਂ ਕਿ ਮਹਾਰਾਸ਼ਟਰ ਦੇ ਵਿੱਚ ਵੀ ਕੱਲ੍ਹ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 11 ਲੋਕਾਂ ਦੀ ਜਾਨ ਚਲੀ ਗਈ ਹੈ। ਲਓ ਦੋਸਤੋ, ਥੋੜ੍ਹਾ ਗੀਤ ਸੰਗੀਤ ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਸ ਦਾ ਇੰਤਜ਼ਾਰ। ਨੰਬਰ 98-763-09655 'ਤੇ ਤੁਸੀਂ ਕਾਲ ਕਰਨੀ ਹੈ ਅਤੇ ਕੁਝ ਮਾਹਰ ਮਹਿਮਾਨਾਂ ਦੇ ਨਾਲ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਾਂਗੇ। ਗੀਤ ਦੇ ਬੋਲ ਤੁਸੀਂ ਸੁਣਿਏ ਮਰਕਜ਼ ਮੇਰਾ, ਪਰ ਇਹ ਮਰਕਜ਼ ਇਸਲਾਮ ਨਾਲ ਸੰਬੰਧਿਤ ਲਫ਼ਜ਼ ਹੈ। ਮੁਸਲਮਾਨ ਧਰਮ ਦੇ ਅਕੀਦਿਆਂ ਦਾ ਸਥਾਨ ਦਿੱਲੀ ਦੇ ਵਿੱਚ ਇੱਕ ਮਰਕਜ਼ ਸੀ ਕਰੋਨਾ ਦੇ ਦੌਰਾਨ, ਜਿਸ ਨੂੰ ਮਰਕਜ਼ ਮਾਮਲੇ ਦੇ ਤੌਰ 'ਤੇ ਵੀ ਚਰਚਿਤ ਰੱਖਿਆ ਗਿਆ। ਸੁਪਰੀਮ ਕੋਰਟ ਨੇ ਵੀ ਪਿਛਲੇ ਦਿਨੀਂ ਇਹ ਗੱਲ ਆਖੀ ਕਿ ਹਾਲਾਤ ਕਿਤੇ ਮਰਕਜ਼ ਵਾਲੇ ਨਾ ਬਣ ਜਾਣ। ਕਿਸੇ ਦੇ ਧਾਰਮਿਕ ਸਥਾਨ ਨਾਲ ਸੰਬੰਧਿਤ ਸਥਾਨ, ਖਾਸ ਕਰਕੇ ਮਰਕਜ਼ ਦਾ ਜ਼ਿਕਰ ਜਦੋਂ ਹੁੰਦਾ ਹੈ, ਖਾਸ ਕਰਕੇ ਮਾੜੀ ਸਥਿਤੀ ਦੇ ਨਾਲ, ਅਤੇ ਫਿਰ ਘੱਟ ਗਿਣਤੀਆਂ ਨੂੰ ਕਈ ਵਾਰੀ ਅਦਾਲਤੀ ਭਾਸ਼ਾ 'ਤੇ ਵੀ ਉਜ਼ਰ ਹੁੰਦਾ ਹੈ। ਇਸ ਵਕਤ ਕੁਝ ਕਾਲਰ ਜੁੜੇ ਨੇ, ਉਹਨਾਂ ਨੂੰ ਨਾਲ ਜੋੜਾਂਗੇ। ਤੁਸੀਂ ਵੀ ਕਾਲ ਕਰਨੀ ਹੈ ਤਾਂ 98-763-09655 'ਤੇ ਸਾਂਝ ਬਣਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨਰ ਹੋ। ਹਾਂਜੀ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਭਾਜੀ, ਸਤਿ ਸ਼੍ਰੀ ਅਕਾਲ। ਹਾਂਜੀ ਟਵਾਣਾ ਸਾਹਿਬ, ਦੋ ਤਿੰਨ ਗੱਲਾਂ ਕਰਨੀਆਂ। ਇੱਕ ਤਾਂ ਮੈਨੂੰ ਹੁਣ ਐਂ ਲੱਗਦਾ ਹੈ ਵੀ ਜਿਹੜੀ ਕਮੇਟੀ ਹੈ ਨਾ, ਉਹਦੀ ਅੱਗੇ ਸਰਕਾਰ ਜਿਹੜੀ ਆਪਣੀਆਂ ਬਣਾਈਆਂ ਯੂਨੀਅਨਾਂ ਹੈਗੀਆਂ ਉਹਨਾਂ ਨੂੰ ਪੇਸ਼ ਕਰੂਗੀ ਜ਼ਰੂਰ, ਤਾਂ ਕਿ ਐਂ ਲੱਗੇ ਵੀ ਦੇਖੋ ਜੀ ਕਿਸਾਨ ਯੂਨੀਅਨਾਂ ਜਿਹੜੀਆਂ ਉਹ ਆਪਣੇ ਸੁਝਾਅ ਦੇ ਰਹੀਆਂ, ਜੋ ਵੀ ਇਸ ਤਰ੍ਹਾਂ ਹੈਗਾ। ਜੀ ਬਿਲਕੁਲ। ਦੂਸਰੀ ਗੱਲ ਟਵਾਣਾ ਸਾਹਿਬ, ਜਿਹੜਾ ਮੈਂ ਬਹੁਤ ਵਾਰੀ ਨੋਟ ਕੀਤਾ ਇਹ ਗੱਲ ਨੂੰ ਕਿ ਜਦੋਂ ਤੁਸੀਂ ਸਬਰੀਮਾਲਾ ਵਾਲਾ ਜ਼ਿਕਰ ਕਰਦੇ ਹੋ ਨਾ, ਤੇ ਨਾਲ ਤੁਸੀਂ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਵਾਲਾ ਮਸਲਾ ਵੀ ਨਾਲ ਉਠਾਉਣੇ ਹੋ। ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਉਹ ਕੁਛ ਕਾਲਰਾਂ ਨੂੰ ਭੁਲੇਖਾ ਹੁੰਦਾ, ਉਹਨਾਂ ਨੂੰ ਧਿਆਨ ਨਾਲ ਸਾਰੀ ਗੱਲ ਸੁਣਨੀ ਚਾਹੀਦੀ ਹੁੰਦੀ ਹੈ। ਭੁਲੇਖਾ ਨਹੀਂ ਭਾਜੀ, ਅਸਲ ਜਾਣ ਬੁੱਝ ਕੇ ਲੋਕ ਤਿਕੜਮਬਾਜ਼ੀ ਕਰਦੇ ਨੇ। ਹੁਣ ਜਦੋਂ ਤਾਂ 3 ਤਲਾਕ ਦੂਜੇ ਦੇ ਧਰਮ ਦਾ ਮਾਮਲਾ, ਫਿਰ ਤੇ ਬਹੁਤ ਕਿ ਹਾਂ ਮੋਦੀ ਸਾਹਿਬ ਉਹਨਾਂ ਦੀਆਂ ਪਤਨੀਆਂ ਦਾ ਮਸਲਾ, ਤੁਸੀਂ ਉਹਦਾ ਫਿਕਰ ਕਰਦੇ ਹੋ, ਚੰਗੀ ਗੱਲ ਹੈ। ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਕਾਨੂੰਨ ਤਬਦੀਲ ਕਰਨੇ ਚਾਹੀਦੇ ਨੇ ਕਿਸੇ ਵੀ ਔਰਤ, ਕਿਉਂਕਿ ਉਹ ਵੀ ਇਸ ਦੇਸ਼ ਦੀ ਸਿਟੀਜ਼ਨ ਹੈ। ਜੇ ਉਹ ਸਦੀਆਂ ਤੋਂ 3 ਤਲਾਕ ਕਹਿ ਕੇ ਉਹਨਾਂ ਨੂੰ ਸਮੱਸਿਆ ਪਹੁੰਚਾਉਂਦੇ ਨੇ ਤਾਂ ਉਹਦਾ ਵੀ ਨਿਵਾਰਨ ਹੋਣਾ ਚਾਹੀਦਾ। ਜੇ ਪ੍ਰਧਾਨ ਮੰਤਰੀ ਸਾਹਿਬ ਦੀ ਪਤਨੀ ਆਪਣਾ ਰਾਈਟ ਟੂ ਇਨਫੋਰਮੇਸ਼ਨ ਐਕਟ ਜਾਣਨਾ ਚਾਹੁੰਦੀ ਹੈ ਤਾਂ ਉਹਦਾ ਵੀ ਸਮਾਧਾਨ ਹੋਣਾ ਚਾਹੀਦਾ। ਜੇ ਸਬਰੀਮਾਲਾ ਦੇ ਵਿੱਚ ਕੁਝ ਔਰਤਾਂ ਕਹਿੰਦੀਆਂ ਅਸੀਂ ਜਾਣਾ ਚਾਹੁੰਦੀਆਂ ਸ਼ਨੀ ਸ਼ਿਗਨਾਪੁਰ, ਸਾਰੇ ਮਤਲਬ ਪ੍ਰਧਾਨ ਮੰਤਰੀ ਇਹ ਨਹੀਂ ਕਿ ਕਿਸੇ ਵਿਸ਼ੇਸ਼ ਧਰਮ ਦੀ ਹੀ ਤਰਫਦਾਰੀ ਕਰੇ, ਹੈ ਨਾ। ਉੱਥੇ ਸਵਾਲ ਇਹ ਭਗਤ ਲੋਕ ਨੇ, ਇਹ ਨਹੀਂ ਮੰਨਣਗੇ। ਸਾਡੇ ਸਿੱਖ ਧਰਮ 'ਚ ਵੀ ਹੈਗੇ, ਉਹਨਾਂ ਨੂੰ ਬੜੀ ਤਕਲੀਫ ਹੋਣੀ ਆ ਜਿਹੜੇ ਉਹ ਮਨੂਵਾਦੀ ਸਿਧਾਂਤ ਵਾਲੇ ਨੇ ਕਿ ਠੀਕ ਹੈ। ਦੇਖੋ ਦਰਬਾਰ ਸਾਹਿਬ ਦੇ ਵਿੱਚ ਮੈਂ ਜਦੋਂ ਤੋਂ ਮੈਨੂੰ 2004-05 ਦੀ ਮੈਂ ਪੱਤਰਕਾਰੀ ਕਰਦਾ 3 ਦੀ, ਮੈਂ ਉਦੋਂ ਤੋਂ ਇਸ਼ੂ ਉਠਾ ਰਿਹਾ। ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਸੀ, ਉਹਨਾਂ ਨੇ ਖੁੱਲ੍ਹ ਵੀ ਦੇ ਦਿੱਤੀ ਸੀ ਕਿ ਭਾਈ ਜਿਹਨੇ ਸੇਵਾ ਕਰਨੀ ਆਓ, ਪਰ ਸਿਰਫ 2 ਬੀਬੀਆਂ ਆਈਆਂ ਸੀ, ਇੱਕ ਇੰਗਲੈਂਡ ਤੋਂ, ਇੱਕ US ਤੋਂ। ਉੱਥੇ ਕੀਰਤਨ ਕਰਨ 'ਤੇ ਪਾਬੰਦੀ ਹੈ, ਉੱਥੇ ਸੇਵਾ 'ਤੇ ਪਾਬੰਦੀ ਹੈ, ਉੱਥੇ ਹਾਜ਼ਰ ਹੋਣ 'ਤੇ ਪਾਬੰਦੀ ਨਹੀਂ। ਇੱਕ ਜਿਹੜਾ ਪ੍ਰੋਸੈਸ ਹੈ ਨਾ ਸੇਵਾ ਕਰਨ ਦਾ, ਸਫਾਈ ਦਾ ਜਾਂ ਕੀਰਤਨ ਕਰਨ ਦਾ, ਕਿਉਂਕਿ ਪਹਿਲਾਂ ਸਿੱਖ ਕੀਰਤਨੀ ਬੀਬੀਆਂ ਹੈ ਹੀ ਨਹੀਂ ਸੀ। ਅਤੇ ਸੇਵਾ ਸੰਭਾਲ ਦਾ ਜਿਹੜਾ ਮਸਲਾ ਉਹ ਇਹ ਹੈ
ਕਿ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਰਹੇ ਨੇ, ਜਿਸ ਤਰ੍ਹਾਂ ਮਿਸਲਾਂ ਦਾ ਵਕਤ ਸੀ, ਮੁਗਲਾਂ ਦਾ ਵਕਤ ਸੀ, ਉੱਥੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਆਪਣਾ ਸ਼ਹਾਦਤ ਵੀ ਦੇਣੀ ਪਈ, ਬਲੀਦਾਨ ਵੀ ਦੇਣਾ ਪਿਆ। ਇਸ ਕਰਕੇ ਉੱਥੇ ਸਾਰਾ ਪ੍ਰੋਸੈਸ ਬੰਦੇ ਕਰਦੇ ਨੇ। ਉਹ ਇੱਕ ਰਵਾਇਤ ਬਣਾ ਲਈ ਇਹਨਾਂ ਨੇ ਕਿ ਇਹ ਕੰਮ ਤਾਂ ਜੀ ਬੰਦੇ ਹੀ ਕਰਨਗੇ। ਇਹ ਨਹੀਂ ਕਿ ਉੱਥੇ ਔਰਤਾਂ ਦੀ ਹਾਜ਼ਰੀ ਨਹੀਂ। ਹੁਣ ਉੱਥੇ ਔਰਤਾਂ ਬੈਠ ਸਕਦੀਆਂ ਨੇ, ਜੇ ਉੱਥੇ ਬੈਠ ਸਕਦੀਆਂ ਨੇ ਤਾਂ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪਵਿੱਤਰ ਐਲਾਨਿਆ ਹੋਇਆ, ਉਹਨਾਂ ਨੂੰ ਮਾਨਤਾ ਹੈਗੀ ਹੈ। ਪਰ ਇਹ ਆ ਵੀ ਕੀਰਤਨ 'ਚ ਪਹਿਲਾਂ ਬੀਬੀਆਂ ਕੀਰਤਨ, ਬੀਬੀ ਬਲਜੀਤ ਕੌਰ ਹੁਣੀ ਪਹਿਲੀਆਂ ਬੀਬੀਆਂ ਸੀ ਜਿਹੜੀਆਂ ਕੀਰਤਨ 'ਚ ਆਈਆਂ ਸੀਗੀਆਂ। ਉਸ ਤੋਂ ਪਹਿਲਾਂ ਤਾਂ ਸਿੱਖ ਕੀਰਤਨ 'ਚ ਬੀਬੀਆਂ ਆਉਂਦੀਆਂ ਹੀ ਨਹੀਂ ਸੀਗੀਆਂ। ਸੋ ਇੱਕ ਰਵਾਇਤ ਬਣਾ ਲਈ ਉਹਨਾਂ ਨੇ, ਟਕਸਾਲ ਜਾਂ ਹੋਰ ਸੰਸਥਾਵਾਂ ਨੇ, ਕਿ ਨਹੀਂ ਜੀ ਔਰਤਾਂ ਨੂੰ ਇੱਥੇ ਆਉਣਾ ਨਹੀਂ ਦੇਣਾ ਚਾਹੀਦਾ। ਸੋ ਇਹ ਇੱਕ ਵੱਖਰਾ ਮਸਲਾ ਜਦੋਂ ਦਰਬਾਰ ਸਾਹਿਬ ਦਾ ਵੀ ਉੱਠੇਗਾ ਤੇ ਉਹ ਸਵਾਗਤ ਕਰਨਾ ਚਾਹੀਦਾ ਉਸ ਦਾ ਵੀ। ਜੀ ਪਰਮਿੰਦਰ ਭਾਜੀ। ਟਿਵਾਣਾ ਸਾਹਿਬ, ਮਤਲਬ ਮੁੱਕਦੀ ਗੱਲ ਤਾਂ ਇੱਥੇ ਇਹ ਹੈ ਨਾ ਵੀ ਜਦੋਂ ਅਸੀਂ ਕਿਸੇ ਪਾਰਟੀ ਦੇ ਬਾਹਲੇ ਕੱਟੜ ਸਮਰਥਕ ਹੋ ਜਾਂਦੇ ਹਾਂ ਤਾਂ ਅਸੀਂ ਉਹਦੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੁੰਦੇਗੇ। ਸਾਨੂੰ ਬਾਕੀਆਂ ਦੇ ਵਿੱਚ ਹੀ ਸਾਰੇ ਨੁਕਸ ਜਿਹੜੇ ਆ ਨਜ਼ਰ ਆਉਂਦੇ ਆ। ਤੋ ਅਗਲੀ ਗੱਲ ਟਿਵਾਣਾ ਸਾਹਿਬ, ਜਿਹੜੇ ਭੁਪਿੰਦਰ ਮਾਨ ਹੈ, ਮੈਨੂੰ ਤਾਂ ਐਂ ਲੱਗਦਾ ਵੀ ਜ਼ਰੂਰ ਇਹ ਕੈਪਟਨ ਸਾਹਿਬ ਦੀ ਸਹਿਮਤੀ ਦੇ ਨਾਲ ਇਹ ਕੰਮ ਹੋਇਆ ਲੱਗਦਾ ਹੋਏਗਾ। ਪਤਾ ਨਹੀਂ ਕਿਉਂ ਐਂ ਲੱਗ ਰਿਹਾ। ਤੇ ਇੱਕ ਟਿਵਾਣਾ ਸਾਹਿਬ, ਜਿਹੜੇ ਕਿਸਾਨ ਜਥੇਬੰਦੀਆਂ ਨਾ, ਇਹਨਾਂ ਦੇ ਵੈਸੇ ਤਾਂ ਜ਼ਿੰਮੇਵਾਰ ਆਗੂ ਆ, ਪਰ ਇਹਨਾਂ ਨੂੰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ, ਜਿਵੇਂ ਤੁਸੀਂ ਕਹਿੰਦੇ ਹੋ ਤੀਰ ਵਾਲਾ ਮਸਲਾ ਜਾਂ ਬੱਚੇ ਵਾਲਾ, ਇਹਨਾਂ ਨੂੰ ਫਟਾਫਟ ਉਸ ਦੀ ਜਿਹੜੀ ਹੈ ਉਹਨੂੰ ਮਤਲਬ ਵਰਜ ਦੇਣਾ ਚਾਹੀਦਾ ਵੀ ਇਸ ਤਰ੍ਹਾਂ ਦੇ ਭਾਈ ਇੱਥੇ ਤੁਸੀਂ ਕੋਈ ਨਾ ਬਿਆਨਬਾਜ਼ੀ ਕਰੋ ਜਿਹਦੇ ਨਾਲ ਮਾਹੌਲ ਖਰਾਬ ਹੋਵੇ। ਤੇ ਇੱਕ ਟਿਵਾਣਾ ਸਾਹਿਬ ਜਿਹੜੀ ਹੈ ਨਾ, ਦਵਿੰਦਰ ਸ਼ਰਮਾ ਜੀ ਦੀ ਜਿਹੜੀ ਤੁਸੀਂ ਕਹਿੰਦੇ ਹੋ ਉਹ ਹੋਇਆ ਸੀ 10 ਤਰੀਕ ਵਾਲਾ, ਉਹ ਕਿਤੇ ਸੁਣਨ ਨੂੰ ਮਿਲ ਸਕਦਾ ਵੀ ਕਿਤੇ, ਜਾਂ ਕਿਸੇ ਵੀਡੀਓ ਪਈ ਹੋਵੇ? ਮੈਨੂੰ ਪਤਾ ਨਹੀਂ ਲੱਗ ਰਿਹਾ। ਹਾਂ, ਨਹੀਂ ਉਹ ਦੇਖੋ, ਉਹ ਬਿਆਨ ਹੀ ਮੈਂ ਪੜ੍ਹਿਆ ਸੀ। ਮੈਂ ਕੋਸ਼ਿਸ਼ ਕਰਦਾ, ਦਵਿੰਦਰ ਜੀ ਮੇਰੇ ਨਾਲ ਮੇਰੀ ਗੱਲ ਤਾਂ ਹੋਈ ਸੀਗੀ ਕਿ ਉਹਨਾਂ ਕੋਲ ਥੋੜ੍ਹੀ ਮਸ਼ਰੂਫੀਅਤ ਹੈ। ਮੈਂ ਅੱਜ ਜਾਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਲੰਮੀ ਚੌੜੀ ਇੰਟਰਵਿਊ ਕਰ ਰਿਹਾ। ਮੇਰੀ ਗੱਲ ਹੋ ਗਈ ਹੈ ਕਿਉਂਕਿ ਉਹਨਾਂ ਨੇ ਫੈਕਟ ਦਿੱਤਾ ਕਿ ਮੁਲਾਜ਼ਮਾਂ ਦੀ ਤਨਖਾਹ 120 ਗੁਣਾ ਵਧੀ ਹੈ 50 ਸਾਲਾਂ 'ਚ, ਅਤੇ ਕਿਸਾਨਾਂ ਦੀ ਜਿਹੜੀ ਫਸਲ ਦੀ ਕੀਮਤ 19 ਗੁਣਾ ਵਧੀ ਹੈ। ਬਹੁਤ ਵਧੀਆ ਅਰਥ ਸ਼ਾਸਤਰੀ ਨੇ, ਪੱਤਰਕਾਰ ਨੇ, ਇਨਸਾਨ ਨੇ। ਦੇਖੋ ਇਹ ਗੱਲ ਨਹੀਂ, ਜੇ ਕੁਛ ਲੋਕ ਮੋਦੀ ਦੇ ਭਗਤ ਨੇ, ਉਹ ਹਿੰਦੂ ਨੇ, ਅਤੇ ਕੁਛ ਲੋਕ ਮੋਦੀ ਸਾਹਿਬ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦੇ ਨੇ, ਉਹ ਵੀ ਹਿੰਦੂ ਨੇ। ਹੁਣ ਦਵਿੰਦਰ ਸ਼ਰਮਾ ਬਾਈ ਕਾਸਟ ਪੰਡਤ ਜੀ ਨੇ, ਬਦਰੀ ਨਾਰਾਇਣ ਚੌਧਰੀ ਨੇ, ਹਿੰਦੂ ਨੇ। ਅਤੇ ਜੇ ਗੱਲ ਕਰੀਏ ਸਿੱਖਾਂ ਦੇ ਵਿੱਚੋਂ ਹਰਜੀਤ ਸਿੰਘ ਗਰੇਵਾਲ ਮੁੱਛ ਦਾ ਵਾਲ ਬਣੇ ਨੇ ਮੋਦੀ ਸਾਹਿਬ ਦਾ। ਦੇਖੋ ਕਿੰਨਾ ਰਿਸਕ ਲੈ ਕੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਕਿਸਾਨਾਂ ਦੇ। ਸਨੀ ਦਿਓਲ ਪਰਿਵਾਰ ਹੈ। ਸੋ ਇਹ ਗੱਲ ਨਹੀਂ ਕਿ ਮੋਦੀ ਸਾਹਿਬ ਦੇ ਜਿਹੜੇ ਸਾਰੇ ਭਗਤ ਨੇ ਉਹ ਹਿੰਦੂ ਹੀ ਨੇ, ਜਾਂ ਕਿਸਾਨਾਂ ਦੇ ਜਿਹੜੇ ਸਾਰੇ ਭਗਤ ਨੇ ਉਹ ਸਿੱਖ ਹੀ ਨੇ। ਸਿੱਖਾਂ 'ਚ ਵੀ ਉੱਧਰ ਲੋਕ ਹੈਗੇ ਨੇ ਸਪੋਰਟ ਕਰਨ ਵਾਲੇ, ਅਤੇ ਹਿੰਦੂਆਂ 'ਚ ਵੀ ਜਿਹੜੇ ਇਸ ਕਾਨੂੰਨ ਦੇ ਹੱਕ 'ਚ ਲੋਕ ਨੇ। ਇਸ ਕਰਕੇ ਹਿੰਦੂ ਸਿੱਖ ਜਾਂ ਮੁਸਲਮਾਨ ਦਾ ਮਸਲਾ ਨਹੀਂ ਹੈ, ਪਰ ਸਰਕਾਰਾਂ ਮਸਲਾ ਬਣਾਉਣਾ ਚਾਹੁੰਦੀਆਂ ਨੇ। ਜੀ ਟਿਵਾਣਾ ਸਾਹਿਬ, ਜਿਹੜਾ ਜਿਵੇਂ ਨਾ ਉਹ ਇੱਕ ਪੰਜਾਬੀ 'ਚ ਕਹਿੰਦੇ ਵੀ ਕੜੀ ਘੋਲਣੀ, ਉਹ ਕੁਛ ਇਹੋ ਜਿਹਾ ਹੀ ਫੈਸਲਾ ਇਹ ਹੋਇਆ ਜਿਹੜਾ ਉਹਨੂੰ ਹੋਰ ਜ਼ਿਆਦਾ ਰੱਫੜ ਦੇ ਵਿੱਚ ਪਾਤਾ ਹੈਗਾ। ਮੈਂ ਇੱਕ ਵੀਡੀਓ ਦੇਖ ਰਿਹਾ ਸੀ ਹੁਣੇ, ਇੱਕ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਆ, ਉਹਨਾਂ ਦੇ ਸਾਹਮਣੇ ਕੁਛ ਜਿਹੜੇ ਸਮਰਥਕ ਹੈ ਭਾਜਪਾ ਦੇ, ਉਹ ਉਹਨਾਂ ਨੂੰ ਕਹਿ ਰਹੇ ਆ ਵੀ 70% ਜਿਹੜੇ ਆ ਆਪਣੇ ਖਿਲਾਫ ਹੋ ਜਾਣਗੇ, ਤੁਸੀਂ ਇਹਨਾਂ ਕਾਨੂੰਨਾਂ ਦੇ ਬਾਰੇ ਕੁਛ ਕਰੋ, ਇਹਨਾਂ ਨੂੰ ਵਾਪਸ ਲਓ। ਔਰ ਉਹ ਅੱਗੋਂ ਉਹ ਹੱਥ ਜੇ ਜੋੜੀ ਜਾਂਦੇ ਸੀ। ਮੈਂ ਹੁਣੇ ਉਹ ਵੀਡੀਓ ਦੇਖੀ ਜਾਂਦਾ ਸੀਗਾ। ਸੋ ਬਾਕੀ ਟਿਵਾਣਾ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਇਸੇ ਤਰ੍ਹਾਂ ਹੀ ਜਾਰੀ ਰੱਖੋ ਜੀ। ਥੈਂਕ ਯੂ। ਮਿਹਰਬਾਨੀ। ਸਾਹਿਬ ਪਰਮਿੰਦਰ ਸਿੰਘ ਮੋਗਾ ਤੋਂ ਜੁੜੇ ਸਨ, ਰਿਟਾਇਰਡ ਅਧਿਆਪਕ ਨੇ, ਸੁਲਝੀ ਸ਼ਖਸੀਅਤ ਨੇ। ਮੈਂ ਫਿਰ ਬੇਨਤੀ ਕਰਦੇ ਹਾਂ ਕਿ ਇਹ ਜਿਹੜਾ ਸਾਰਾ ਮਸਲਾ ਨਾ, ਇਹਨੂੰ ਅਸੀਂ ਹਿੰਦੂ ਸਿੱਖ ਜਾਂ ਮੁਸਲਮਾਨ ਸਿੱਖ ਨਹੀਂ ਬਣਾ ਸਕਦੇ, ਕਿਉਂਕਿ ਉਹਦੇ ਵਿੱਚ ਹਰ ਧਰਮ ਵਰਗ ਦੇ ਲੋਕ ਨੇ ਜਿਹੜੇ ਉਸ ਦੇ ਵਿੱਚ ਸ਼ਾਮਲ ਨੇ। ਅਤੇ ਇਸ ਕਰਕੇ ਕੁਛ ਲੋਕ ਸਿੱਖ ਹੋ ਕੇ ਵੀ ਬੀਜੇਪੀ ਦੇ ਹੱਕ 'ਚ ਖੜ੍ਹੇ ਨੇ। ਆਰਪੀ ਸਿੰਘ ਹੈ ਦਿੱਲੀ ਤੋਂ, ਹੈ ਨਾ, ਸ਼ਾਹਨਵਾਜ਼ ਹੈ ਨਾ, ਅਤੇ ਇਸ ਕਰਕੇ ਜ਼ਰੂਰੀ ਨਹੀਂ ਹੈ। ਪਰ ਅਸੀਂ ਇਸ ਨੂੰ ਧਰਮ ਦਾ ਮਸਲਾ ਹਰਗਿਜ਼ ਨਹੀਂ ਬਣਾਉਣਾ ਅਤੇ ਨਾ ਹੀ ਬਣਨ ਦੇਣਾ, ਅਤੇ ਨਾ ਹੀ ਹੈਗਾ। ਆਪ ਦਾ ਸਵਾਗਤ ਸਰ, ਵੈਲਕਮ। ਤੁਸੀਂ ਹਾਂਜੀ, ਬਲਵਿੰਦਰ ਜੀ ਆਸਟ੍ਰੇਲੀਆ ਤੋਂ। ਜੀ ਜਿਹੜੀ ਗੱਲ ਕਰਨੀ ਸੀ ਵੀ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਲਾ ਲਓ ਜਾਂ ਕੁਛ ਵੀ ਲਾ ਲਓ, ਜਿਹੜਾ ਹੋਇਆ ਇਹ ਲਾ ਲਓ ਜਾਂ ਰੀਕਨਸੀਡਰ ਕਰਨ ਲਈ ਕਿਹਾ, ਇਹ ਇੱਕ ਪੋਲੀਟੀਕਲ ਸਟੈਂਸ ਹੈ, ਇਹ ਲੀਗਲ ਇੰਟਰਫੇਰੈਂਸ ਨਹੀਂ ਹੈਗੀ ਜੀ। ਕਿਉਂਕਿ ਹੁਣ ਗੱਲਬਾਤ ਦਾ ਜਿਹੜਾ ਇਹਨਾਂ ਨੇ ਦਰਵਾਜ਼ੇ ਬੰਦ ਕਰਨ ਲਈ ਇਹ ਕਹਿ ਕੇ ਕਰਨਗੇ ਵੀ ਇਹ ਜਿਹੜਾ ਮੈਟਰ ਹੈ ਸੁਪਰੀਮ ਕੋਰਟ ਕੋਲ ਰੀਕਨਸੀਡਰ ਲਈ ਹੈ। ਇਹਨੂੰ ਪਹਿਲੇ 6 ਮਹੀਨੇ ਰੱਖ ਦੇਣ, ਸਾਲ ਰੱਖ ਦੇਣ, ਮਤਲਬ ਠੰਡੇ ਵਾਸਤੇ ਤੇ ਜਿਹੜੀ ਜਿਵੇਂ ਇਸ ਚੀਜ਼ ਨੂੰ ਪਾ ਸਕਦੇ ਸੀ 3 ਕਾਨੂੰਨਾਂ ਨੂੰ,
ਉਹ ਸੁਪਰੀਮ ਕੋਰਟ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਵੀ ਇਹ ਸਟੰਟ ਜ਼ਰੂਰ ਚਲਾਇਆ ਜਾਊਗਾ ਜੀ, ਵੀ ਜਿਹੜਾ ਵੀ ਸੁਪਰੀਮ ਕੋਰਟ ਰੀਕਨਸੀਡਰ ਕਰੂਗੀ ਜਾਂ ਜਿਹੜੀ ਚੀਜ਼ ਰੀਕਨਸੀਡਰ ਕਰ ਰਹੀ ਹੈ, ਜਿਹੜੇ ਆਪਣੇ ਕਾਨੂੰਨ ਮੰਤਰੀ ਨੇ ਜਾਂ ਖੇਤੀ ਮੰਤਰੀ ਨੇ, ਉਹ ਕਹਿਣਗੇ ਵੀ ਇਹ ਮੇਰੀ ਲਿਮਟ ਤੋਂ ਬਿਲੋਂਡ ਹੈ ਕੰਮ, ਇਹ ਸੁਪਰੀਮ ਕੋਰਟ ਕੋਲ ਚਲਾ ਗਿਆ, ਅਸੀਂ ਗੱਲਬਾਤ ਕਰਨੀ ਕਰ ਦਿੱਤੀ ਪੂਰੀ। ਤੇ ਇਹ ਬਹੁਤ ਕਿਉਂਕਿ ਸੁਪਰੀਮ ਕੋਰਟ ਦਾ ਆਪਾਂ ਨੇ ਦੇਖ ਲਿਆ ਵੀ ਜਿਹੜੇ ਜੱਜ ਨੇ ਰਾਜ ਸਭਾ ਚ ਇਹਨਾਂ ਨੇ ਭੇਜਤੇ ਜੀ, ਕਿਤੇ ਕਿਤੇ ਫੈਸਲੇ ਇਹਨਾਂ ਨੇ ਘੰਟਿਆਂ ਦੇ ਹਿਸਾਬ ਨਾਲ ਕਰਵਾ ਲਏ ਵੀ ਕੱਲੀ ਪਾਰਲੀਮੈਂਟ ਨਹੀਂ ਜੀ, ਉਹਦਾ ਜਿਵੇਂ ਉਹਨਾਂ ਨੇ ਬਿਆਨ ਦਿੱਤਾ ਸੀ ਜੀ ਆਪਣਾ ਪ੍ਰਸ਼ਾਂਤ ਭੂਸ਼ਣ ਜੀ ਨੇ ਵੀ ਜਿਹੜੇ ਜੱਜ ਨੇ ਆਪਣੀ ਗਰੀਮਾ ਖੋ ਚੁੱਕੇ ਨੇ, ਤੇ ਉਹ ਚੀਜ਼ਾਂ ਜਦ ਇਸ ਮੁਲਕ ਚ ਨਿਆਂਪਾਲਿਕਾ ਵਿਧਾਨ ਪਾਲਿਕਾ ਇਹ ਕੁਛ ਕਰ ਲੈ ਜੀ, ਫਿਰ ਆਪਾਂ ਕੀ ਉਮੀਦ ਰੱਖ ਸਕਦੇ ਹਾਂ ਵੀ ਕੀ ਤੋਂ ਕਾਨੂੰਨ ਵਾਪਸ ਮੁਲਵਾਣੇ ਨੇ ਜੀ, ਕੀ ਤੋਂ ਇਨਫੋਰਸ ਕਰਵਾਣੇ ਨੇ। ਤੇ ਇੱਕ ਗੱਲ ਤੁਸੀਂ ਕੀਤੀ ਸੀ ਜੀ ਖਾਲਿਸਤਾਨ ਦੀ ਜੀ, ਵੀ ਖਾਲਿਸਤਾਨੀ ਘੁਸਪੈਠ ਕਰ ਚੁੱਕੇ ਨੇ ਜੀ, ਇਹ ਕੰਪਲੇਂਟ ਹੋਈ ਹੈ ਜੀ ਜੀ ਜੀ। ਜਿਹੜਾ ਖਾਲਿਸਤਾਨ ਸ਼ਬਦ ਹੈ ਨਾ ਜੀ, ਸ਼ਬਦ ਇਹ ਆਪਾਂ ਨੇ ਇਜਾਦ ਨਹੀਂ ਕੀਤਾ ਕਿ ਆਪਾਂ ਨੂੰ ਦੱਸਿਆ ਗਿਆ ਜੀ ਇਹ ਖਾਲਿਸਤਾਨ ਨਾਮ ਦੇ ਵਿੱਚ ਨਾਮ ਮਿਲਣਾ ਹੈ ਜੀ, ਕਿਉਂਕਿ ਇਹ ਨਾਮ ਹੈ ਜਿਹੜਾ ਇਸ ਹਿਸਾਬ ਨਾਲ ਦੱਸਿਆ ਵੀ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਨਾ ਹੋ ਸਕਣ ਇਸ ਪਾਰਟੀਕੂਲਰ ਜੀਓਗ੍ਰਾਫੀ ਕਿੱਥੇ ਦੀ ਹੈ ਜੀ। ਜਿਹੜਾ ਇਜ਼ਰਾਈਲ ਬਣਿਆ ਉਹ ਕੁਛ ਹੋਰ ਮਾਡਲ ਸੀ, ਜਿਹੜਾ ਪੰਜਾਬ ਦਾ ਵੱਖਰਾ ਸਟੇਟ ਲੈਣੀ ਹੈ ਜੀ, ਇਹਦੇ ਵਿੱਚ ਜਿਹੜਾ ਸ਼ਬਦ ਹੈ ਇਹ ਬਹੁਤ ਲੋਕਾਂ ਨੂੰ ਦੌਰਾਨ ਹੈ ਜੀ ਵੀ ਸਾਡੇ ਨਾਲ ਪਤਾ ਨਹੀਂ ਕੀ ਹੋ ਜਾਊਗਾ। ਵੀ ਖਾਲਿਸਤਾਨ ਦਾ ਸ਼ਬਦ ਹੈ ਜਿਹੜਾ ਇਹ ਆਪਣੇ ਆਪ ਤੇ ਨਾਮ ਮਿਲਣ ਦੀ ਨਹੀਂ ਰੱਖਦਾ ਵੀ ਇਹ ਸਟੇਟ ਨਹੀਂ ਬਣ ਸਕਦੀ, ਆਪਾਂ ਨੂੰ ਦੱਸਿਆ ਹੋਇਆ ਸ਼ਬਦ ਹੈ ਰੈਦਰ ਦੈਨ ਕਿ ਇਹਦਾ ਕੋਈ ਇਹ ਮੰਗਣਾ ਸੀ ਵੀ ਸਾਨੂੰ ਪੁਰਾਣਾ ਪੰਜਾਬ ਚਾਹੀਦਾ, ਹਿਮਾਚਲ ਦੇ ਆਪਣੇ ਨਾਲ ਲੱਗਣ, ਪੰਜਾਬ ਦੇ ਲੋਕ ਨਾਲ ਲੱਗਣ, ਹਰਿਆਣੇ ਦੇ ਲੱਗਣ। ਜਦ ਖਾਲਿਸਤਾਨ ਦਾ ਨਾਮ ਮਤਲਬ ਇੱਕ ਸਟੇਟ ਮੰਗਣ ਦਾ ਨਾਮ ਖਾਲਿਸਤਾਨ ਰੱਖ ਲਿਆ, ਉਹਦਾ ਜਿਹੜਾ ਮਤਲਬ ਦਾਇਰਾ ਹੈ ਉਹ ਆਪਣੇ ਆਪ ਤੇ ਆਪਾਂ ਨਾਮ ਲੈ ਕੇ ਘਟਾ ਲੈਂਦੇ ਹਾਂ ਇਸ ਨਾਮ ਦੇ ਵਿੱਚ। ਦੂਜੀ ਗੱਲ ਇਹ ਜੀ ਜਿਹੜੇ ਆਪਣੇ ਬੇਦੀ ਜੀ ਨੇ ਕੀ ਨਾਮ ਉਹਨਾਂ ਦਾ, ਉਹ ਜਿਹੜੇ ਰੈਫਰੈਂਡਮ 2020 ਮੰਗਦੇ ਸੀ ਜੀ, ਗੁਰਪਤਵੰਤ ਪੰਨੂ ਜੀ, ਉਹ ਇੰਨਾ ਪ੍ਰੋਪੋਗੈਂਡਾ ਇਸ ਤਰ੍ਹਾਂ ਕੀਤਾ। ਹਾਂਜੀ 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 ਪੰਨੂ ਜੀ ਆਪਣੇ ਮਾਨ ਸਾਹਿਬ ਨੇ ਜਿਹੜੇ ਗੱਡੇ ਆਏ ਜੀ, ਇਹ ਇਲੈਕਸ਼ਨ ਲੜਦੇ ਨੇ ਜੀ, ਇਹਨਾਂ ਦੀ ਚੋਣ ਮੈਨੀਫੈਸਟੋ ਦੇ ਵਿੱਚ ਹੈ ਜੀ ਵੀ ਮੈਂ ਜੇ ਸਾਡੀ ਪਾਰਟੀ ਜਿੱਤਦੀ ਹੈ ਅਸੀਂ ਖਾਲਿਸਤਾਨ ਦੀ ਮੰਗ ਚੱਕਾਂਗੇ। 3200 ਵੋਟ ਪਈ ਸੀ ਬਾਈ ਜੀ, ਕੀ ਰੈਫਰੈਂਡਮ ਹੋਊਗਾ ਸੰਗਰੂਰ ਤੋਂ ਇਸ ਵਾਰ ਚੋਣ ਮੈਨੀਫੈਸਟੋ ਚ ਇਲੈਕਸ਼ਨ ਕਮਿਸ਼ਨ ਨੂੰ ਉਹ ਇਹ ਏਜੰਡਾ ਦੇ ਕੇ ਇਲੈਕਸ਼ਨ ਲੜੇ ਖਾਲਿਸਤਾਨ ਦੇ ਜਿਹੜੀ ਚੋਣ ਮੈਨੀਫੈਸਟੋ ਚ ਉਹਨਾਂ ਦੀ ਮੰਗ ਜੀ। ਇਹ ਹੋਰ ਰੈਫਰੈਂਡਮ ਇਹ ਤੋਂ ਵੱਧ ਕੀ ਹੋਊਗਾ, 3200 ਵੋਟ ਪਾਈ ਉਹਦੇ ਚ ਦੇਖੋ ਬਲਵਿੰਦਰ ਜਿਹੜਾ ਗੁਰਪਤਵੰਤ ਸਿੰਘ ਪੰਨੂ ਨੇ ਇਸ਼ੂ ਚੱਕਿਆ ਨਾ, ਉਸ ਇਸ਼ੂ ਦੀਆਂ ਜਿਹੜੀਆਂ ਪੰਜਾਬ 'ਚ ਖਾਲਿਸਤਾਨੀ ਧਿਰਾਂ ਨੇ, ਸਿਮਰਜੀਤ ਸਿੰਘ ਮਾਨ ਹੈ ਜਾਂ ਹੋਰ ਹੈ, ਉਹ ਵੀ ਸੈਟਿਸਫਾਈ ਨਹੀਂ ਹੈ ਕਿਉਂਕਿ ਉਹਦੇ ਬਾਹਰ ਅੰਦੋਲਨ ਲੜਨ ਨਾਲ ਜਿਹੜੇ ਉਰੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਲੋਕ ਸੀਗੇ ਨਾ, ਉਹ ਖੁੰਡੇ ਹੋ ਗਏ। ਈਵਨ ਜਿਹੜਾ ਅਤਿੰਦਰਪਾਲ ਸਿੰਘ MP ਸੀ ਖਾਲਿਸਤਾਨ ਆਪਣੀ ਗੱਡੀ 'ਤੇ ਲੈ ਕੇ ਪੂਰੇ ਇੰਡੀਆ 'ਚ ਘੁੰਮਦਾ ਸੀ, ਉਹਨੂੰ ਕਦੇ ਕੋਈ ਰੋਕ ਨਹੀਂ ਸੀ ਸਕਦਾ ਕਿਉਂਕਿ ਸੁਪਰੀਮ ਕੋਰਟ ਕਹਿ ਚੁੱਕਿਆ ਕਿ ਫਰੀਡਮ ਆਫ ਐਕਸਪ੍ਰੈਸ਼ਨ ਆ, ਖਾਲਿਸਤਾਨ ਦੀ ਗੱਲ ਕਰਨਾ ਗੁਨਾਹ ਨਹੀਂ ਹੈ, ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ। ਪਰ ਹੁਣ ਗੁਰਪਤਵੰਤ ਸਿੰਘ ਪੰਨੂ ਰਾਹੀਂ ਜੋ ਕੁਛ ਹੋ ਰਿਹਾ ਉਹਦੇ ਬਿਨਾਂ ਤੇ ਖਾਲਿਸਤਾਨ ਕਹਿਣ ਸਾਰੀ ਪਰਚਾ ਹੋ ਜਾਂਦਾ। ਤੇ ਮਾਨ ਸਾਹਿਬ ਜਿਹੜੇ ਦੀ ਲੜਾਈ ਲੜ ਰਹੇ ਨੇ ਆਪਣੇ ਤਰੀਕੇ ਨਾਲ, ਉਹ ਵੀ ਖੁੰਡੇ ਹੋ ਗਏ ਨੇ ਗੁਰਪਤਵੰਤ ਪੰਨੂ ਦੀ ਲੜਾਈ ਕਰਕੇ। ਪ੍ਰੋਬਲਮ ਇਹ ਹੈ ਜੀ ਜਸਟਿਸ ਕਾਰਜੂ ਦੀ ਜਜਮੈਂਟ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਉਹਨਾਂ ਨੇ ਆਪ ਉਸ ਵਾਰ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਕਿਹਾ ਵੀ ਖਾਲਿਸਤਾਨ ਵਰਡ ਬੋਲਣਾ, ਖਾਲਿਸਤਾਨ ਮੰਗਣਾ ਕੋਈ ਇਲੀਗਲ ਨਹੀਂ ਹੈਗਾ, ਗੈਰ ਸੰਵਿਧਾਨਿਕ ਸ਼ਬਦ ਨਹੀਂ ਹੈਗਾ ਜੀ। ਕਿਉਂਕਿ ਜਿਹੜੀਆਂ ਫੈਡਰਲ ਸਟੇਟਸ ਨੇ ਇਹ ਆਪ ਇਕੱਠੀਆਂ ਹੋਈਆਂ ਸੀ, ਇਹ ਬੰਦੇ ਇਕੱਠੇ ਹੋਈਆਂ ਅੱਡੋ ਅੱਡ ਵੀ ਕਹਿ ਸਕਦੇ ਨੇ ਜੀ। ਇੰਡੀਆ ਕੋਈ ਇਹ ਥੋੜੀ ਜਿਹੀ ਬਣਿਆ ਬਣਾਇਆ ਮਿਲ ਗਿਆ ਜੀ, ਉਹ ਫੈਡਰਲ ਸਟੇਟਸ ਇਕੱਠੀਆਂ ਹੋਈਆਂ ਫਿਰ ਇੰਡੀਆ ਬਣਿਆ ਜੀ। ਤੇ ਇਹ ਕੋਈ ਗੈਰ ਕਾਨੂੰਨੀ ਗੱਲਾਂ ਨਹੀਂ ਹੈਗੀਆਂ। ਇਹ ਸਾਰਾ ਜਿਹੜਾ ਪ੍ਰੋਪੋਗੈਂਡਾ ਇਸ ਤਰ੍ਹਾਂ ਬਣਾ ਜਾ ਰਿਹਾ, ਆਪਣੇ ਬੰਦੇ ਇਸ ਤਰ੍ਹਾਂ ਕਰੀ ਜਾਂਦੇ ਜੀ, ਖਾਲਿਸਤਾਨ ਨੂੰ ਇਸ ਤਰੀਕੇ ਨਾਲ ਮੰਗਦੇ ਨੇ ਵੀ ਇਹ ਜਿਵੇਂ ਇਲੀਗਲ ਚੀਜ਼ ਹੋਵੇ ਇਹਨੂੰ ਮੰਗਣੀ। ਤੇ ਮੰਗਣ ਦਾ ਤਰੀਕਾ ਖਾਲਿਸਤਾਨ ਘੱਟ ਮੰਗਿਆ ਜਾ ਰਿਹਾ ਜੀ, ਫੰਡ ਵੱਧ ਮੰਗੇ ਜਾ ਰਹੇ ਜੀ। ਚੋਣ ਮੈਨੀਫੈਸਟੋ 'ਚ ਆਪਾਂ ਨੂੰ ਇੰਡੀਆ ਦਾ ਕਨਸਟੀਟਿਊਸ਼ਨ ਜਿਹੜਾ ਅਲਾਓ ਕਰਦਾ ਹੈ ਵੀ ਚੋਣ ਮੈਨੀਫੈਸਟੋ 'ਚ ਆਪਾਂ ਮੰਗ ਰੱਖ ਕੇ ਇਲੈਕਸ਼ਨ ਲੜ ਸਕਦੇ ਜੀ। 3200 ਵੋਟ ਪੈਂਦੀ ਹੈ ਬੰਦੇ ਦੀ, ਕੀ ਰੈਫਰੈਂਡਮ 2020 ਹੋਊਗਾ ਜੀ। ਤੇ ਬਾਕੀ ਦਾ ਜੀ ਇਹ ਜਿਹੜਾ ਇਹ ਮਤਲਬ ਵੀ ਆਪਣੇ ਨਾਲ ਬੜੀ ਗਹਿਰੀ ਕਾਨੂੰਨੀ ਚਾਲ ਖੇਲੀ ਗਈ ਹੈ, ਜਿਹੜਾ ਇਹ ਮਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਕੰਸੀਡਰ ਲਈ ਭੇਜਿਆ ਗਿਆ। ਗੱਲਬਾਤ ਦਾ ਰਾਸਤਾ ਹੀ ਬੰਦ ਹੋ ਗਿਆ ਜੀ ਹੁਣ। ਜਿਹੜਾ ਬਾਕੀ ਦਾ ਜਥੇਬੰਦੀਆਂ ਦੇ ਆਪਾਂ ਨੂੰ ਪੂਰਾ ਭਰੋਸਾ ਹੈ ਜੀ ਕਿ ਹਾਲ ਤੱਕ ਉਹਨਾਂ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਜਿਹੜੇ ਉਹਨਾਂ ਨੇ ਮੰਗਣ ਲੱਗੇ ਉਹਨਾਂ ਨੂੰ ਲੈਸ ਡਾਊਨ ਹੋਏ ਹੁਣ ਜੀ। ਲੱਗਦਾ ਹੈ ਕੋਈ ਹੱਲ ਹੋਰ ਅੱਗੇ ਨਿਕਲ ਕੇ ਆਊਗਾ ਜੀ।
ਇੱਕ ਵਾਰ ਤਾਂ ਜਿਹੜਾ ਧੁੰਦਲਾ ਜਿਹਾ ਕੰਮ ਕਰਤਾ। ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ। ਆਪਣਾ ਦਮਨਵੀਰ ਸਿੰਘ ਕਾਫੀ ਲੰਮੇ ਸਮੇਂ ਤੋਂ ਹੋਲਡ 'ਤੇ ਨੇ, ਮਾਫੀ ਵੀ ਚਾਹੁੰਦੇ ਹਾਂ। ਦਮਨ ਜੀ ਸਵਾਗਤ ਹੈ ਤੁਹਾਡਾ। ਦਮਨਵੀਰ ਸਵਾਗਤ। ਹਾਂਜੀ ਟਵਾਣਾ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰੇ ਜਿੰਨੇ ਵੀ ਸਰੋਤੇ ਸੁਣ ਰਹੇ ਨੇ, ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਤੁਹਾਡੇ ਇਲਾਕੇ 'ਚ ਮੁਕਤਸਰ ਦੀ ਮਾਘੀ ਹੈ, ਯਾਦ ਆਉਂਦੀ ਹੋਣੀ ਆ? ਹਾਂ ਬਿਲਕੁਲ ਯਾਦ ਆਉਂਦੀ ਹੈ ਜੀ, ਮੈਨੂੰ ਚੇਤੇ ਆ। ਮੈਂ ਛੋਟਾ ਹੁੰਦਾ ਸੀਗਾ ਤੇ ਪਾਪਾ ਦੇ ਨਾਲ ਜਾ ਕੇ ਅਸੀਂ ਨਾ ਹਰ ਵਾਰੀ ਖੇਤ ਦੇ ਮੂਹਰੇ ਲੰਗਰ ਲਾਉਂਦੇ ਰਹੇ ਆ, ਹਰ ਸਾਲ ਲਾਉਂਦੇ ਸੀ ਲੰਗਰ ਜੀ। ਬਿਲਕੁਲ। ਤੇ ਬੜਾ ਬੱਸਾਂ ਜਾਂਦੀਆਂ ਸੀ, ਸਾਰਾ ਕੁਝ ਬੜਾ ਆਪਣਾ ਚੇਤੇ ਆਉਂਦਾ ਜੀ, ਹਰ ਕੁਝ ਵੀ ਜੋ ਆਪਣੇ ਸਮਾਜ ਚੱਲਦਾ ਸੀ। ਮੈਂ ਇਹ ਵੀ ਤੁਹਾਨੂੰ ਜਾਣ ਲੱਗਾ ਪੁੱਛ ਕੇ ਜਾਊਂਗਾ। ਇੱਕ ਮੈਂ ਜਿਵੇਂ ਕੱਲ ਮੈਂ ਤੁਹਾਨੂੰ ਕਾਲ ਕੀਤੀ ਸੀਗੀ, ਹੋ ਸਕਦਾ ਮੇਰੇ ਬੋਲਣ ਦੇ ਵਿੱਚ ਜਾਂ ਸੁਣਨ ਦੇ ਵਿੱਚ ਕੁਝ ਨਾ ਕੁਝ ਕਿਸੇ ਨੂੰ ਪ੍ਰੋਬਲਮ ਆਈ ਹੋਵੇ। ਦੇਖੋ, ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਵੀ ਤੁਹਾਨੂੰ ਯਾਦ ਹੋਊਗਾ ਵੀ ਕੁਝ ਸਮਾਂ ਪਹਿਲਾਂ ਇੱਕ ਸੁਪਰੀਮ ਕੋਰਟ ਦੇ ਜੱਜ ਨੇ, ਇੱਕ ਜੱਜ ਤੇ ਸਰਕਾਰੀ ਵਕੀਲ ਨੇ ਇੱਕ ਬਿਆਨ ਦਿੱਤਾ ਸੀ ਵੀ ਮੈਂ ਇਹ ਫੈਸਲਾ ਤਾਂ ਸੁਣਾ ਰਿਹਾ ਵੀ ਮੈਨੂੰ ਸੁਬਾਹ ਜਾਂ ਬਾਰੀ ਦੇ ਵਿੱਚੋਂ ਕੋਈ ਜਿਵੇਂ ਬਾਂਦਰ ਜਾਨਵਰ ਹੈ, ਬਾਂਦਰ ਵੀ ਮੈਨੂੰ ਨਜ਼ਰ ਆਇਆ, ਮੈਨੂੰ ਕੋਈ ਇਸ਼ਾਰਾ ਕਰਕੇ ਗਿਆ, ਫਿਰ ਮੈਂ ਉਸ ਕਰਕੇ ਇਹ ਫੈਸਲਾ ਬਦਲਤਾ। ਤੁਹਾਨੂੰ ਯਾਦ ਹੈ? ਮੈਨੂੰ ਯਾਦ ਹੈ, ਮੈਂ ਦੱਸਾਂਗਾ ਜੀ। ਕਾਲਾ ਬਾਂਦਰ, ਉਹ ਜਿਹੜਾ ਅਯੋਧਿਆ ਦੇ ਮੰਦਿਰ ਦੇ ਦਰਵਾਜ਼ੇ ਖੋਲੇ ਸੀ, ਉਦੋਂ ਜਸਟਿਸ ਸੀਗਾ। ਮੈਂ ਕੋਈ ਨਹੀਂ, ਮੈਂ ਜ਼ਿਕਰ ਕਰਦਾ ਅੱਗੇ ਜਾ ਕੇ, ਤੁਸੀਂ ਗੱਲ ਕਰੋ ਪਲੀਜ਼। ਜੀ। ਤੇ ਮੈਂ ਤਾਂ ਹੀ ਪਹਿਲਾਂ ਉਸੇ ਗੱਲ ਦਾ ਮੈਂ ਜ਼ਿਕਰ ਕੀਤਾ ਵੀ ਕੱਲ ਨੂੰ ਵੀ ਪ੍ਰੋਗਰਾਮ ਲੋਕ ਸੁਣ ਰਹੇ ਸੀ ਵੀ ਕਿਤੇ ਕਿਸੇ ਦੇ ਦਿਲ ਦੇ ਵਿੱਚ ਜਾਵੇ ਵੀ ਮੈਂ ਕਿਸੇ ਦੇ ਟਾਂਚ ਨਹੀਂ ਕਰਕੇ ਗਿਆ, ਵੀ ਇਹ ਖਬਰ ਸੀਗੀ ਪਹਿਲਾਂ ਆਈ, ਵੀ ਮੈਂ ਇਸੇ ਕਰਕੇ ਜ਼ਿਕਰ ਕੀਤਾ ਸੀ ਵੀ ਹੋ ਸਕਦਾ ਹੈ ਵੀ ਕੱਲ ਨੂੰ ਫੇਰ ਕੋਈ ਨਾ ਕੋਈ ਐਸਾ ਕੋਈ ਜਾਨਵਰ ਜਾਂ ਕੋਈ ਐਸਾ ਦ੍ਰਿਸ਼ ਸੁਪਰੀਮ ਕੋਰਟ ਦੇ ਵਿੱਚ ਨਜ਼ਰ ਆਵੇ ਵੀ ਕਿਸਾਨਾਂ ਦੇ ਹੱਕ 'ਚ ਫੈਸਲਾ ਕਰਦੇ। ਨਹੀਂ ਤਾਂ ਮੁਸ਼ਕਲ ਹੈ। ਜਿਵੇਂ ਹੁਣ 4 ਮੈਂਬਰੀ ਕਮੇਟੀ ਬਣਾਤੀ ਹੈ, ਜਿਨ੍ਹਾਂ ਦੇ ਪਹਿਲਾਂ ਹੀ ਵਿਚਾਰ ਜਿਹੜੇ ਹੈਗੇ ਆ ਬਾਹਰ ਲੁਕਾਈ ਦੇ ਵਿੱਚ ਆ ਚੁੱਕੇ ਨੇ, ਵੀ ਉਹਨਾਂ ਲੋਕਾਂ ਦੇ ਕੀ ਵਿਚਾਰ ਨੇ ਤੇ ਉਹਨਾਂ ਤੋਂ ਆਪਾਂ ਕੀ ਆਸ ਕਰਦੇ ਆ। ਇਹ ਤਾਂ ਹੁਣ ਆਪਣੇ ਸਭ ਤੇ ਡਿਪੈਂਡ ਕਰਦਾ ਵੀ ਆਪਣੀ ਸਾਰਿਆਂ ਦੀ ਕੀ ਸੋਚ ਹੈ, ਵੀ ਆਪਾਂ ਕੀ ਐਕਸਪੈਕਟ ਕਰਦੇ ਆ ਉਹਨਾਂ ਲੋਕਾਂ ਤੋਂ ਜੋ ਪਹਿਲਾਂ ਹੀ ਵਿਰੋਧ ਦੇ ਵਿੱਚ ਵਿਚਾਰ ਦੇ ਚੁੱਕੇ ਨੇ। ਤੇ ਇੱਕ ਮੈਂ ਆਪਣਾ ਟਵਾਣਾ ਬਾਈ ਜੀ ਤੁਹਾਨੂੰ ਸਵਾਲ ਕਰਕੇ ਜਾਊਂਗਾ ਵੀ ਦੇਖੋ, ਮੈਂ ਆਪਦੀ ਸੁਰਤ ਦੇ ਵਿੱਚ ਨਹੀਂ ਕਦੇ ਦੇਖਿਆ, ਹੋ ਸਕਦਾ ਤੁਸੀਂ ਦੇਖਿਆ ਹੋਵੇ ਵੀ ਮਾਘੀ ਤੋਂ ਬਾਅਦ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਹ ਲੋਕ ਸ਼੍ਰੋਮਣੀ ਕਮੇਟੀਆਂ ਤੇ ਜੋ ਇਹ ਆਪਣੇ ਆਪ ਨੂੰ ਕੈਲੰਡਰ ਦੇ ਮਾਰਕ ਹੋਣ ਵਾਲੇ ਲੋਕ ਨੇ, ਤੇ ਇਹ ਵੱਡੀਆਂ ਵੱਡੀਆਂ ਸੰਸਥਾਵਾਂ ਵਾਲਿਆਂ ਨੇ ਆਪਣੇ ਸਾਰੇ ਤਿਉਹਾਰਾਂ ਦਾ ਸੱਤਿਆਨਾਸ਼ ਕਰਤਾ। ਵੀ ਅੱਜ ਦੀ ਪੀੜ੍ਹੀ ਨੂੰ ਮੈਂ ਇੱਕ ਨਿੱਕੀ ਜਿਹੀ ਗੱਲ ਕਰਕੇ ਸਮਾਪਤ ਕਰ ਦੂੰਗਾ ਵੀ ਇੱਥੇ ਇੱਕ ਕੋਈ ਜਾਣ ਪਹਿਚਾਣ ਵਾਲਾ ਸੀਗਾ ਤੇ ਉਹਨੇ ਆਪਣੀ ਕੰਪਨੀ ਦੇ ਵਿੱਚ ਗੋਰਿਆਂ ਨਾਲ ਗੱਲ ਕੀਤੀ ਵੀ ਭਾਈ ਸਾਹਿਬ ਅੱਜ ਮੈਨੂੰ ਛੁੱਟੀ ਦੇ ਦਿਓ, ਵੀ ਸਾਡੇ ਗੁਰੂ ਸਾਹਿਬ ਦਾ ਬਰਥਡੇ ਆ ਜਿਵੇਂ ਕ੍ਰਿਸਮਸ ਹੁੰਦੀ ਹੈ। ਉਹ ਕਹਿੰਦਾ ਵੀ ਮੈਂ 1 ਮਿੰਟ ਨੈਟ ਤੇ ਚੈੱਕ ਕਰਦਾ, ਤੂੰ ਦੱਸਿਆ ਨਹੀਂ। ਜਦੋਂ ਨੈਟ ਤੇ ਚੈੱਕ ਕੀਤਾ, ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀ, ਤੇ ਜਦੋਂ ਨੈਟ ਤੇ ਚੈੱਕ ਕੀਤਾ ਉਹ ਕਹਿੰਦਾ ਇਹ ਤਾਂ ਅਪ੍ਰੈਲ ਦੇ ਵਿੱਚ ਹੁੰਦਾ ਹੈ ਜੀ। ਉਹ ਕਹਿੰਦਾ ਨਹੀਂ ਜੀ, ਇਹ ਹੁੰਦਾ ਅਪ੍ਰੈਲ 'ਚ ਹੈ ਪਰ ਮਨਾਇਆ ਹੁਣ ਜਾਂਦਾ। ਉਹ ਕਹਿੰਦਾ ਐ ਨਹੀਂ ਮੰਨਦੇ ਅਸੀਂ। ਕਹਿੰਦਾ ਵੀ ਜਿਹੜੀ ਤੂੰ ਗੱਲ ਕਰ ਰਿਹਾ, ਕਹਿੰਦਾ ਵੀ ਜਿਵੇਂ 25 ਤਰੀਕ ਕ੍ਰਿਸਮਸ ਆ ਸਾਰੀ ਦੁਨੀਆ 'ਚ ਪਤਾ ਹੈ, ਪਰ ਆ ਦੇਖ ਲਓ ਕਿਵੇਂ ਆਪਣਾ ਸਾਰੇ ਤਿਉਹਾਰਾਂ ਦਾ ਇਹਨਾਂ ਨੇ ਸੱਤਿਆਨਾਸ਼ ਕਰਤਾ। ਇਹਦੇ ਬਾਰੇ ਵੀ ਜ਼ਰੂਰ ਕਿਸੇ ਦਿਨ ਗੱਲ ਕਰਕੇ ਜਾਇਓ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਬਿਲਕੁਲ, ਮੈਂ ਉਸ ਵਾਕਿਆਤ ਦਾ ਵੀ ਜ਼ਿਕਰ ਕਰਾਂਗਾ ਜਿਹੜਾ ਕਾਲੇ ਬਾਂਦਰ ਤੋਂ ਪ੍ਰਭਾਵਿਤ ਹੋ ਕੇ ਜਸਟਿਸ ਨੇ ਫੈਸਲਾ ਅਯੁੱਧਿਆ ਦਾ ਸੁਣਾਇਆ ਸੀਗਾ। ਇਸ ਸੰਬੰਧੀ ਕੁਝ ਮੈਂ ਜਿਸ ਤਰ੍ਹਾਂ ਬੇਨਤੀ ਕੀਤੀ ਸੀ ਕਿ ਕੁਝ ਰਿਕਾਰਡਡ ਸੁਨੇਹੇ ਹੁੰਦੇ ਨੇ, ਜਦੋਂ ਤੁਹਾਨੂੰ ਸੂਟੇਬਲ ਸਮਾਂ ਲੱਗੇ ਤੁਸੀਂ ਆਪਣਾ ਕੋਈ ਵੀ ਵਿਚਾਰ ਦੇਣਾ, ਕਿਉਂਕਿ ਵੱਖੋ ਵੱਖਰੇ ਟਾਈਮ ਜ਼ੋਨ ਨੇ, ਕਈ ਵਾਰੀ ਉਹ ਤੁਹਾਨੂੰ ਸੁਵਿਧਾ ਦੇ ਵਿੱਚ ਨਹੀਂ ਰਹਿੰਦਾ ਕਿਸੇ ਇਸ਼ੂ 'ਤੇ ਗੱਲ ਕਰਨਾ। ਅਤੇ ਜਦੋਂ ਕੋਈ ਵੀ ਤੁਹਾਨੂੰ ਸਮਾਂ ਸਹੀ ਲੱਗੇ, ਤੁਸੀਂ ਰਿਕਾਰਡਡ ਮੈਸੇਜ ਜੋ ਰੇਡੀਓ 'ਤੇ ਕਹਿਣਾ ਚਾਹੁੰਦੇ ਹੋ ਉਹ ਕਹਿ ਸਕਦੇ ਹੋ। ਭੈਣ ਹਰਵਿੰਦਰ ਜੌਲ ਕੈਲੀਫੋਰਨੀਆ ਤੋਂ ਉਹਨਾਂ ਦਾ ਸੁਨੇਹਾ ਆਇਆ, ਉਹ ਮੈਂ ਜ਼ਰੂਰ ਸਾਂਝਾ ਕਰਾਂਗਾ। ਤੁਸੀਂ ਵੀ ਇੱਦਾਂ ਹੀ ਰਿਕਾਰਡਡ ਸੁਨੇਹਾ ਛੱਡ ਸਕਦੇ ਹੋ। ਲੋਹੜੀ ਅਤੇ ਮਾਘੀ ਦੀਆਂ ਆਪ ਜੀ ਨੂੰ ਮੁਬਾਰਕਾਂ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਹਰਵਿੰਦਰ ਜੌਲ ਬੋਲਦੀ ਹਾਂ ਅਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਵੇਂ ਇਹ ਟਿਵਾਣਾ ਰੇਡੀਓ ਇੱਕ ਥੋੜ੍ਹੇ ਦਿਨਾਂ ਦਾ ਹਜੇ ਛੋਟਾ ਬੱਚਾ, ਅਤੇ ਇਹਦੀ ਪਹਿਲੀ ਲੋਹੜੀ ਆ। ਬਹੁਤ ਬਹੁਤ ਮੁਬਾਰਕ। ਇਸੇ ਤਰ੍ਹਾਂ ਇਹ ਦਿਨ ਪਰ ਦਿਨ ਵਧੇ ਫੁੱਲੇ, ਅਤੇ ਇਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਸ਼ਾਮ ਨੂੰ ਫਿਰ ਆਉਂਦੇ ਹਾਂ ਹਾਂਜੀ ਲੋਹੜੀ ਲੈਣ, ਅਤੇ ਸੁੰਦਰੀਏ ਮੁੰਦਰੀਏ ਵੀ ਗਾਵਾਂਗੇ। ਅਤੇ ਹੋਰ ਮੈਂ ਇੱਕ ਹੋਰ ਗੱਲ ਕਰਨੀ ਸੀਗੀ ਕਿ ਉਹ ਜਿਹੜੀ ਕਮੇਟੀ ਬਣੀ ਆ ਉਹਦੇ 'ਚ ਉਹ ਮੈਂ ਅੱਜ ਦੇਖਦੀ ਸੀਗੀ ਜਿਹੜੇ ਮਿਸਟਰ ਜੋਸ਼ੀ ਨੇ, ਅਤੇ ਉਹਨਾਂ ਨੇ ਜਿਵੇਂ ਕਹਿੰਦੇ ਇੱਕ ਵਾਰੀ ਮੁਜ਼ੱਫਰਨਗਰ ਦੇ ਵਿੱਚ ਕਿਹਾ ਸੀ ਕਿ ਇੱਕ ਗਾਂ ਦਾ ਬੱਚਾ ਕਿੰਨਾ ਦੁੱਧ ਪੀ ਜਾਂਦਾ, ਉਹਦੇ ਪੂਰੀ ਕੈਲਕੂਲੇਸ਼ਨ ਕੀਤੀ ਕਿਵੇਂ, ਮਤਲਬ ਕਿ ਆਪਣੇ ਤਾਂ ਜਿਹੜਾ ਕਿਸਾਨ ਆ ਉਹ ਇੰਨਾ ਹਿਸਾਬ ਕਿਤਾਬ ਤਾਂ ਰੱਖ ਹੀ ਨਹੀਂ ਸਕਦਾ ਹੈਗਾ।
ਤੇ ਉਹ ਬੱਚਾ ਚਾਹੇ ਬੱਚੀ ਆ ਜਾਂ ਬੱਚਾ, ਉਹਨੂੰ ਦੁੱਧ ਤਾਂ ਆਪਣੇ ਪਿਲਾਉਂਦੇ ਹੀ ਨੇ। ਤੇ ਇਹ ਤਾਂ ਜਿਵੇਂ ਜਮਾਂ ਹੀ ਹਿਸਾਬ ਕਿਤਾਬ ਵਾਲੀ ਗੱਲ ਹੋ ਗਈ। ਤੇ ਦੂਜੀ ਗੱਲ ਇਹ ਸੀਗੀ ਵੀ ਜਿਹੜੇ ਇਹ ਹੁਣ ਇਹ ਜਿੰਨੇ ਵੀ ਧਾਰਮਿਕ ਬੰਦੇ ਨੇ, ਜਿਵੇਂ ਪਹਿਲਾਂ ਬਲਦੇਵ ਸਿੰਘ ਸੀ ਕਰੋਨਾ ਟਾਈਮ, ਉਹਨਾਂ ਨੇ ਵੀਡੀਓ ਉਹਨਾਂ ਦੀ ਵਾਇਰਲ ਹੋਈ ਸੀ ਵੀ ਮੈਂ ਸੁਸਾਈਡ ਕਰ ਲੈਣਾ ਜੇ ਮੈਨੂੰ ਦਵਾਈ ਨਾ ਦਿੱਤੀ। ਤੇ ਫਿਰ ਦੂਜੇ ਰਾਮ ਸਿੰਘ ਨੇ, ਬਾਬਾ ਰਾਮ ਸਿੰਘ ਨੇ ਸੁਸਾਈਡ ਕੀਤਾ, ਤੇ ਇੱਕ ਗ੍ਰੰਥੀ ਨੇ ਕੀਤਾ। ਤੇ ਕੱਲ ਵੀ ਮੈਂ ਤੁਹਾਨੂੰ ਸੁਣਦੀ ਸੀ ਕਿ ਇਹਨਾਂ ਨੂੰ ਤਾਂ ਕੰਪੋਜੀਸ਼ਨ ਮਿਲਣੀ ਨਹੀਂ ਚਾਹੀਦੀ, ਕਿਸੇ ਤਰ੍ਹਾਂ ਦੀ ਵੀ ਕੰਪਨਸੇਸ਼ਨ ਮਿਲਣੀ ਨਹੀਂ ਚਾਹੀਦੀ। ਤੇ ਉਹ ਬਿਲਕੁਲ ਠੀਕ ਆ, ਇਹਨਾਂ ਨੂੰ ਮਿਲਣੀ ਨਹੀਂ ਚਾਹੀਦੀ, ਕਿਉਂਕਿ ਇਹ ਤਾਂ ਸਾਡੇ ਗੁਰੂਆਂ ਦਾ ਜਿਹੜਾ ਫਲਸਫਾ, ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ, ਤੇ ਫਿਰ ਤਾਂ ਉਹਨਾਂ ਤਾਂ ਸੁਸਾਈਡ ਕੀਤਾ ਨਾ। ਤੇ ਇਹ ਗੁਰੂ ਦੇ ਸਿੱਖ ਬਣੇ ਹੋਏ ਨੇ, ਤੇ ਇਹ ਕੰਮ ਕਰਦੇ ਨੇ, ਹਨਾ। ਇਹਨਾਂ ਨੂੰ ਤਾਂ ਜਿੰਨਾ ਵੀ ਹੋ ਸਕੇ ਮੀਡੀਆ ਤੋਂ ਦੂਰ ਇਹ ਗੱਲ ਨੂੰ, ਇਹ ਖਬਰਾਂ ਨੂੰ, ਨਿਊਜ਼ ਨੂੰ ਦੂਰ ਰੱਖਿਆ ਜਾਵੇ, ਕਿਉਂਕਿ ਇਹ ਸਾਡੇ ਯੂਥ ਨੂੰ ਇਹਨਾਂ ਨੇ ਕੀ ਸੇਧ ਦੇਣੀ ਆ? ਆਪਣੀਆਂ ਗੰਨਾਂ ਚਲਾ ਕੇ ਇਹ ਕੀ ਆਪਦੇ ਆਪ ਨੂੰ ਮਾਰ ਕੇ ਸੁਸਾਈਡ ਕਰਕੇ ਕੀ ਐਗਜ਼ਾਮਪਲ ਦੇ ਰਹੇ ਨੇ। ਲੋਕੀ ਤਾਂ ਆਪਣੇ ਤਾਂ ਜੇ ਕੋਈ ਡਿਪਰੈਸ਼ਨ 'ਚ ਵੀ ਹੁੰਦਾ ਤਾਂ ਵੀ ਆਪਾਂ ਗੁਰੂ ਘਰ ਜਾਂਦੇ ਹਾਂ ਵੀ ਉੱਥੇ ਸਾਨੂੰ ਚੜ੍ਹਦੀ ਕਲਾ ਦੇ ਨਾਲ ਮਿਲੂਗੀ ਤੇ ਅਸੀਂ ਹੌਸਲੇ 'ਚ ਆਵਾਂਗੇ, ਹਨਾ। ਇਹ ਕੁਛ ਇਹ ਕਰੀ ਜਾਂਦੇ ਨੇ। ਤੇ ਬਾਕੀ ਇੱਕ ਮੈਂ ਹੋਰ ਉਹ ਖਾਲਸਾ ਏਡ ਵਾਲਿਆਂ ਦੀ ਮੈਂ ਦੇਖਦੀ ਸੀਗੀ ਵੀਡੀਓ, ਉਹ ਜਿਵੇਂ ਉਗਰਾਹਾਂ ਗਰੁੱਪ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਜੋਗਿੰਦਰ ਸਿੰਘ, ਉਹਨਾਂ ਨਾਲ ਉਹ ਗੱਲ ਕਰ ਰਹੇ ਸੀਗੇ। ਤੇ ਉਹ ਬਾਰ-ਬਾਰ ਉਹਨੇ ਇੰਟਰਵਿਊ ਬਹੁਤ ਵਧੀਆ ਸੀਗੀ, ਬਹੁਤ ਸੋਹਣੀ ਸੀ। ਉਗਰਾਹਾਂ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਉਹਨਾਂ ਦੇ। ਪਰ ਰਵੀ ਖਾਲਸਾ ਮੈਂ ਦੇਖਿਆ ਵੀ ਜਿਵੇਂ ਨਾ ਉਹਨਾਂ ਕੋਲ ਕਿਸੇ ਨੇ ਸ਼ਿਕਾਇਤ ਲਾਈ ਹੋਵੇ ਜਾਂ ਸਿੱਧੂ ਨੇ, ਉਹ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਣ ਵੀ ਜਿਵੇਂ ਦੀਪ ਸਿੱਧੂ ਨੂੰ ਜਾਂ ਲੱਖੇ ਸਿਧਾਣੇ ਨੂੰ ਤੁਸੀਂ ਨਾਲ ਰੱਖੋ। ਜਿਵੇਂ ਆਪਾਂ ਕਹਿੰਦੇ ਆ ਵੀ ਉਹਨਾਂ ਨੇ ਸ਼ਿਕਾਇਤ ਹੀ ਲਾਈ ਹੋਵੇ ਵੀ ਸਾਨੂੰ ਇਹ ਪੁੱਛਦੇ ਨਹੀਂ ਹੈਗੇ, ਹਨਾ। ਪਰ ਉਹ ਠੀਕ ਆ, ਉਹਨਾਂ ਦਾ ਜਵਾਬ ਬਹੁਤ ਵਧੀਆ ਸੀਗਾ। ਪਰ ਮੈਨੂੰ ਲੱਗਦਾ ਵੀ ਸਾਰੀ ਹੁਣ ਤਾਂ ਚੌਧਰ ਦੀ ਗੱਲ ਆ ਵੀ ਜਿਵੇਂ ਕਹਿ ਦਿੰਦੇ ਆ ਕੱਲ੍ਹ ਦੀ ਭੂਤਨੀ ਸੀ ਚੱਦ, ਉਹਨਾਂ ਦਾ ਹੁਣ ਸਾਰੀ ਉਮਰ ਗਾਲਤੀ ਇਹੀ ਕੰਮਾਂ ਦੇ ਵਿੱਚ, ਹਨਾ ਜੀ। ਤੇ ਬਸ ਇਹੀ ਕਹਿਣਾ ਸੀ ਮੈਂ। ਹਾਂਜੀ, ਸਤਿ ਸ਼੍ਰੀ ਅਕਾਲ। ਸੋ ਇਹ ਸੀ ਭੈਣ ਰਾਣੀ ਹਰਵਿੰਦਰ ਜੌਲ ਦਾ ਕੈਲੀਫੋਰਨੀਆ ਤੋਂ ਸੁਨੇਹਾ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਕੋਈ ਸੁਨੇਹਾ ਦੇਣਾ ਤਾਂ ਆਪ ਦਾ ਸਵਾਗਤ ਹੈ। ਸਿਰਫ ਉਸ ਦੇ ਵਿੱਚ ਤੁਸੀਂ ਜਿਹੜਾ ਹੈਗਾ ਸੁਨੇਹੇ ਤੋਂ ਪਹਿਲਾਂ ਜੇ ਲਿਖ ਦਿਓ ਅਤੇ ਮੈਨੂੰ ਫਿਰ ਬਹੁਤਾ ਚੈੱਕ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਵੈਸੇ ਨਾਲ ਮੈਂ ਚੈੱਕ ਕਰਦਾ ਰਹਿਣਾ, ਮੈਨੂੰ ਮੇਰੇ ਸਰੋਤਿਆਂ 'ਤੇ ਬਹੁਤ ਵਿਸ਼ਵਾਸ ਕਹਿ ਲਈਏ ਜਾਂ ਉਹ ਹੈ ਕਈ ਵਾਰੀ ਕੋਈ ਨਿੱਜੀ ਸੁਨੇਹਾ ਹੁੰਦਾ ਉਹ ਵੀ ਔਨ ਏਅਰ ਨਾ ਹੋ ਜੇ। ਖੈਰ, ਉਹ ਜਸਟਿਸ ਮਹੇਸ਼ ਪਾਂਡੇ ਸੀ ਜਿਨ੍ਹਾਂ ਨੇ 1986 ਦਾ ਸਨ ਸੀਗਾ ਜਦੋਂ ਅਯੁੱਧਿਆ ਮੰਦਰ ਬਾਬਰੀ ਮਸਜਿਦ ਜਿਹੜਾ ਵਿਵਾਦ ਸੀ ਉਸ ਦਾ ਬੰਦ ਪੈ ਦਰਵਾਜ਼ੇ ਖੋਲ੍ਹੇ ਸੀ। ਉਹ ਕਹਿੰਦੇ ਮੈਂ ਘਰੇ ਸੀ, ਮੈਂ ਵੇਖਿਆ ਕਿ ਇੱਕ ਬਾਂਦਰ ਰੋਸ਼ਨਦਾਨ 'ਚੋਂ ਲਗਾਤਾਰ ਮੈਨੂੰ ਘੂਰ ਰਿਹਾ, ਕਾਲੇ ਰੰਗ ਦਾ ਬਾਂਦਰ ਸੀ। ਅਤੇ ਮੈਂ ਕਹਿੰਦੇ ਫੈਸਲਾ ਲਿਖ ਰਿਹਾ ਸੀ ਕਿ ਦਰਵਾਜ਼ੇ ਖੋਲ੍ਹਣੇ ਨੇ ਜਾਂ ਨਹੀਂ। ਅਤੇ ਇਸ ਦੌਰਾਨ ਕਹਿੰਦੇ ਫਿਰ ਮੈਂ ਜਦੋਂ ਕੋਰਟ ਪਹੁੰਚਿਆ, ਕੋਰਟ ਦੇ ਵਿੱਚ ਵੀ ਉਹ ਰੋਸ਼ਨਦਾਨ ਤੋਂ ਉਹੀ ਕਾਲਾ ਬਾਂਦਰ ਜਿਹੜਾ ਮੈਨੂੰ ਘਰੇ ਘੂਰਦਾ ਸੀਗਾ ਅਤੇ ਉਹ ਮੇਰੇ ਵੱਲ ਵੇਖਦਾ ਰਿਹਾ। ਮੈਂ ਵੇਖਦਾ ਰਿਹਾ ਕਿ ਉਹ ਬਾਂਦਰ 'ਚ ਮੈਨੂੰ ਸ਼੍ਰੀ ਹਨੂੰਮਾਨ ਨਜ਼ਰ ਆਉਣ ਲੱਗੇ। ਕਹਿੰਦੇ ਫਿਰ ਮੈਂ ਫੈਸਲਾ ਸ਼੍ਰੀ ਰਾਮ ਲਾਲਾ ਦੇ ਹੱਕ ਦੇ ਵਿੱਚ ਸੁਣਾ ਦਿੱਤਾ। ਹੁਣ ਜੇ ਇੱਕ ਜਸਟਿਸ ਮਹੇਸ਼ ਪਾਂਡੇ KM ਪਾਂਡੇ ਨੇ ਜਿਹੜੇ ਉਹ ਆਰਡਰ ਕਰਦੇ ਨੇ ਬਾਬਰੀ ਮਸਜਿਦ ਸ਼੍ਰੀ ਰਾਮ ਮੰਦਰ ਵਿਵਾਦ ਦੇ ਮਾਮਲੇ 'ਚ, ਉਹ ਮੰਨਦੇ ਨੇ ਆਪਣੀ ਜੀਵਨੀ ਦੇ ਵਿੱਚ ਉਹਨਾਂ ਨੇ ਲਿਖਿਆ 1 ਫਰਵਰੀ 1986 ਨੂੰ ਇਹ ਫੈਜ਼ਾਬਾਦ ਹੈ ਡਿਸਟ੍ਰਿਕਟ ਕੋਰਟ ਦੇ ਜੱਜ ਸੀ KM ਪਾਂਡੇ। ਇਹ ਗੱਲ ਔਨ ਰਿਕਾਰਡ ਹੈ, ਤੁਸੀਂ ਗੂਗਲ ਕਰੋ। ਸੋ ਇਸ ਜਿਹੜੇ ਬੰਦ ਪੈ ਦਰਵਾਜ਼ੇ ਸੀਗੇ ਉਹਨਾਂ ਨੂੰ ਖਿਲਾਉਣ ਦੇ ਲਈ ਇੱਕ ਬਾਂਦਰ ਨੇ ਰੋਲ ਨਿਭਾਇਆ, ਜੱਜ ਸਾਹਿਬ ਖੁਦ ਮੰਨਦੇ ਨੇ। ਹੁਣ ਤੁਸੀਂ ਇਸ ਸਟੇਟਮੈਂਟ ਨੂੰ ਦੁਨੀਆ ਦੇ ਕਿਸੇ ਵੀ ਉੱਤੇ ਜਾ ਕੇ ਤੁਸੀਂ ਗੱਲ ਕਰੋ, ਤੁਹਾਡਾ ਮਜ਼ਾਕ ਨਹੀਂ ਉੱਡੇਗਾ। ਜੇ ਕਾਨੂੰਨ ਦੀ ਦੇਵੀ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੈ, ਉਹਦਾ ਮਤਲਬ ਇਹ ਨਹੀਂ ਕਿ ਉਹ ਬਲਾਈਂਡ ਹੈ, ਉਹਦਾ ਮਤਲਬ ਇਹ ਹੈ ਕਿ ਉਹ ਕੋਈ ਵੀ ਊਚ ਨੀਚ ਜਾਂ ਕਿਸੇ ਵੀ ਚੀਜ਼ ਨੂੰ ਨਹੀਂ ਵੇਖਦੀ। ਅੱਖਾਂ ਬੰਦ ਕਰਕੇ ਤਰਾਜੂ ਉਹਦੇ ਹੱਥ 'ਚ ਤੱਕੜੀ ਉਹ ਤੋਲਦੀ ਹੈ, ਇੱਕ ਪਲੜਾ ਝੁਕਿਆ ਅਤੇ ਇੱਕ ਉੱਚਾ ਹੈ। ਅਤੇ ਇਸ ਕਰਕੇ ਉਹਦਾ ਸਿੰਬਲ ਹੈ ਕਾਨੂੰਨ ਦੀ ਦੇਵੀ ਦਾ। ਹੁਣ ਜਿਵੇਂ ਭਾਰਤ ਮਾਤਾ ਨੂੰ ਮਾਫ਼ ਕਰਨਾ, ਕੁਝ ਹਿੰਦੂ ਧਰਮ ਵਾਲੇ ਵੀਰਾਂ ਨੇ ਭਾਰਤ ਮਾਤਾ ਨੂੰ ਇੱਕ ਦੇਵੀ ਬਣਾ ਦਿੱਤਾ, ਇਸੇ ਕਰਕੇ ਸਿੱਖ ਅਤੇ ਮੁਸਲਮਾਨ ਭਾਰਤ ਮਾਤਾ ਦੀ ਜੈ ਕਹਿਣੋਂ ਹਟ ਗਏ। ਇਸੇ ਤਰ੍ਹਾਂ ਉਹ ਦਿਨ ਦੂਰ ਨਹੀਂ ਜਦੋਂ ਕਾਨੂੰਨ ਦੀ ਦੇਵੀ ਨੂੰ ਵੀ ਕੋਈ ਦੇਵੀ ਦਾ ਰੂਪ ਦੇ ਕੇ ਉਹਦਾ ਵੀ ਜਦੋਂ ਮੰਦਰ ਬਣ ਗਿਆ ਕਿ ਉਹ ਹਿੰਦੂ ਗੋਡ ਹੈ,
ਜਿਵੇਂ ਭਾਰਤ ਮਾਤਾ ਦਾ ਮੰਦਿਰ ਹਰਿਆਣਾ ਸਰਕਾਰ ਬਣਾਉਣ ਲੱਗ ਗਈ ਹੈ ਨਾ, ਅਤੇ ਜਦੋਂ ਇਸ ਕਾਨੂੰਨ ਦੀ ਦੇਵੀ ਨੂੰ ਵੀ ਬਾਕੀ ਸ਼੍ਰੀ ਦੇਵੀਆਂ ਨੇ ਜਿਹੜੀਆਂ ਸ਼੍ਰੀ ਦੁਰਗਾ ਆ, ਸਰਸਵਤੀ ਜੀ ਨੇ, ਉਹਨਾਂ ਦੇਵੀਆਂ ਵਾਂਗ ਜਦੋਂ ਕਾਨੂੰਨ ਦੀ ਦੇਵੀ ਨੂੰ ਵੀ ਇੱਕ ਰੱਬੀ ਦੇਵੀ ਬਣਾ ਕੇ ਪੇਸ਼ ਕਰ ਦਿੱਤਾ, ਅਤੇ ਲੋਕਾਂ ਦਾ ਫਿਰ ਵਿਸ਼ਵਾਸ ਉਸ ਦੇਵੀ ਤੋਂ ਵੀ ਉੱਠ ਜਾਣਾ ਹੈ। ਕਿਉਂਕਿ ਹਿੰਦੂ ਧਰਮ ਦੀ, ਵੈਸੇ ਤਾਂ ਬਹੁਤ ਸਾਰੇ ਧਰਮਾਂ ਦੀ ਫਿਤਰਤ ਹੀ ਹੈ, ਪਰ ਹਿੰਦੂ ਧਰਮ ਦੇ ਵਿੱਚ ਇਹ ਗੱਲ ਅਕਸਰ ਹੁੰਦੀ ਹੈ ਕਿ ਹਰ ਚੀਜ਼ ਨੂੰ ਉਹ ਆਪਣੀ ਸਮਝ ਲੈਂਦੇ ਨੇ। ਭਾਵੇਂ ਉਹ ਤੁਲਸੀ ਹੈ, ਕਾਲੀ ਤੁਲਸੀ ਨੂੰ ਸ਼ਾਮ ਦੇ ਰੰਗ 'ਤੇ ਕ੍ਰਿਸ਼ਨ ਜੀ ਦੇ ਰੰਗ 'ਤੇ ਸ਼ਾਮਾ ਤੁਲਸੀ, ਹਰੀ ਤੁਲਸੀ ਨੂੰ ਰਾਮ ਜੀ ਦੇ ਨਾਂ 'ਤੇ ਰਾਮਾ ਤੁਲਸੀ, ਸਤਰੰਗੀ ਪੀਂਘ ਨੂੰ ਇੰਦਰ ਧਨੁਸ਼, ਸੋ ਸੂਰਜ ਨੂੰ, ਚੰਦਰਮਾ ਨੂੰ ਦੇਵਤੇ ਮੰਨਿਆ ਗਿਆ ਇਸ ਧਰਮ ਦਾ। ਚਲੋ ਆਪਣਾ ਮਸਲਾ ਹੈ। ਇਸੇ ਤਰ੍ਹਾਂ ਭਾਰਤ ਮਾਤਾ ਇੱਕ ਤਸਵੀਰ ਸੀਗੀ ਜਿਹੜੀ ਇੱਕ ਬੰਗਾਲੀ ਪੇਂਟਰ ਨੇ ਬਣਾਈ ਸੀ ਭਾਰਤ ਦੀ ਧਰਤੀ ਦੀ। ਉਹਨੂੰ ਜਦੋਂ ਤੁਸੀਂ ਉਹਦਾ ਹਿੰਦੂਕਰਨ, ਦੇਵੀਕਰਨ ਕਰ ਦਿੱਤਾ, ਅਤੇ ਬਾਕੀ ਭਾਈ ਫਿਰ ਮੁਸਲਮਾਨ ਅਵੈਸੀ ਇਸੇ ਕਰਕੇ ਕਹਿੰਦਾ ਮੈਂ ਭਾਰਤ ਮਾਤਾ ਦੀ ਜੈ ਕਿਉਂ ਕਵਾਂ, ਉਹ ਤੁਹਾਡੀ ਦੇਵੀ ਹੈ, ਮੇਰੇ ਧਰਮ ਆਗਿਆ ਨਹੀਂ ਦਿੰਦਾ ਇਸ ਦੀ। ਸੋ ਇਹ ਵਖਰੇਵੇਂ ਨੇ। ਹਾਲਾਂਕਿ ਧਰਤੀ ਨੂੰ ਇਸਲਾਮ ਵੀ ਪੂਜਦਾ ਅਤੇ ਧਰਤੀ ਨੂੰ ਗੁਰੂ ਸਾਹਿਬ ਤਾਂ ਮਾਤਾ ਧਰਤ ਮਾਤੀ ਕਹਿ ਗਏ ਨੇ। ਸੋ ਇਹ KM ਪਾਂਡੇ ਸੀਗੇ ਜਸਟਿਸ। 1 ਫਰਵਰੀ 1986 ਨੂੰ ਇਹਨਾਂ ਨੇ ਫੈਸਲਾ ਜਿਹੜਾ ਸੁਣਾਇਆ ਸੀ ਉਹ ਬਾਂਦਰ ਨੂੰ ਵੇਖ ਕੇ ਸੁਣਾਇਆ ਸੀ। ਤੁਸੀਂ ਹੁਣ ਇਸ ਫੈਸਲੇ ਨੂੰ, ਇਸ ਜੱਜ ਦੀ ਕਹਾਣੀ ਨੂੰ ਤੁਸੀਂ ਵਿਸ਼ਵ 'ਚ ਆਪਣੇ ਦੋਸਤਾਂ ਕੋਲ ਸੁਣਾਓ, ਜਿਹੜੇ ਭਾਜਪਾ ਵਾਲੇ ਜਾਂ ਕੁਛ ਲੋਕ ਭਾਜਪਾ ਦੀ ਉਹ ਕਰਦੇ ਨੇ ਨਾ, ਜਾਂ ਕਹਿੰਦੇ ਨੇ ਕਿ ਭਾਰਤੀ ਅਦਾਲਤਾਂ 'ਚ ਸਭ ਕੁਝ ਸਹੀ ਹੋ ਰਿਹਾ। ਇਸ ਫੈਸਲੇ ਨੂੰ ਤੁਸੀਂ ਸੁਣਾਓ ਅਤੇ ਤੁਹਾਡਾ ਮਜ਼ਾਕ ਨਹੀਂ ਉੱਡੇਗਾ। ਅਤੇ ਹੋਰ ਕੀ ਕਹੇਗਾ ਕਿ ਯਾਰ ਇੱਕ ਜਾਨਵਰ ਦੇ, ਇੱਕ ਬਾਂਦਰ ਦੇ ਕਹੇ 'ਤੇ ਤੁਹਾਡੇ ਜੱਜ ਫੈਸਲਾ ਸੁਣਾਉਂਦੇ ਨੇ। ਫੈਸਲਾ ਸੁਣਾਉਂਦੇ ਵੀ ਨੇ ਅਤੇ ਉਸ ਬੇਵਕੂਫੀ ਦਾ ਕ੍ਰੈਡਿਟ ਵੀ ਲੈਂਦੇ ਨੇ। ਇੱਕ ਹੋਰ ਸੀ ਜਸਟਿਸ ਸ਼ਰਮਾ, ਜਿਹੜਾ ਕਹਿੰਦਾ ਸੀ ਮੋਰ ਮੀਟਿੰਗ ਨਹੀਂ ਕਰਦਾ। ਉਹੀ ਮਿੱਥਾਂ ਪੁਰਾਣੀਆਂ। ਕਹਿੰਦਾ ਮੋਰ ਪੈਲ ਪਾਉਂਦਾ, ਹੰਝੂ ਡਿੱਗਦੇ ਨੇ, ਅਤੇ ਉੱਥੋਂ ਕਹਿੰਦਾ ਮੋਰਨੀ ਹੰਝੂ ਚੁਗਦੀ ਹੈ ਅਤੇ ਉਹ ਆਂਡੇ ਦਿੰਦੀ ਹੈ, ਪ੍ਰੈਗਨੈਂਟ ਹੁੰਦੀ ਹੈ। ਮਤਲਬ ਇੱਦਾਂ ਦੇ ਵਾਹ ਟਿੱਪਣੀਆਂ ਸਾਡੇ ਅਦਾਲਤਾਂ 'ਚ ਬੈਠੇ ਜੇ ਜੱਜ ਕਰਦੇ ਨੇ, ਗੈਰ ਵਿਗਿਆਨਿਕ ਗੱਲਾਂ ਕਰਦੇ ਨੇ। ਪ੍ਰਧਾਨ ਮੰਤਰੀ ਸਾਹਿਬ ਦੀਆਂ ਗੱਲਾਂ ਦੇਖ ਲਓ ਕਿੰਨੀਆਂ ਲੰਮੀਆਂ ਲੰਮੀਆਂ ਛੱਡੀਆਂ ਹੋਈਆਂ ਨੇ। ਕੀ ਕਰੋਗੇ ਇਸ ਮੁਲਕ ਦਾ ਫਿਰ, ਇਸ ਤਰ੍ਹਾਂ ਦੇ ਮੁਲਕ ਦੇ ਜਿਹੜੇ ਲਾਣੇਦਾਰ ਬਣੇ ਨੇ ਉਹਨਾਂ ਦਾ। ਸਵਾਗਤ ਬਾਈ ਜੀ, ਤੁਸੀਂ ਆਨਰ ਹੋ। ਸੌਰੀ ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਟਿਵਾਣਾ ਜੀ। ਜੀ ਬਨਵਾਦ ਸਾਹਿਬ, ਤੁਸੀਂ ਆਨਰ ਆ ਚੁੱਕੇ ਹੋ ਸਰ, ਵੈਲਕਮ ਜੀ। ਤੁਸੀਂ ਥੈਂਕ ਯੂ ਜੀ। ਤੁਸੀਂ ਗੱਲ ਕਰ ਰਹੇ ਹੋ ਕਿ ਹਰ ਚੀਜ਼ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਹੁਣ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਜੀ, ਤੇ ਜਿਹੜਾ ਭਾਰਤ ਹੈਗਾ ਉਹ ਹਿੰਦੁਸਤਾਨ ਕਰਕੇ ਪਤਾ ਨਹੀਂ ਕਿੱਥੋਂ ਨਾਮ ਆਏ ਨੇ, ਤੇ ਉਹ ਅੱਜ ਉਸ ਦਾ ਦਾਅਵਾ ਕਰਦੇ ਨੇ ਕਿ ਇਹ ਨਾਮ ਹਿੰਦੂ ਤੇ ਹਿੰਦੁਸਤਾਨ ਦੇ ਨਾਲ ਜੋੜ ਲਿੱਤਾ। ਠੀਕ ਹੈ ਜੀ। ਉਹ ਭਾਰਤ ਨਾਮ ਹੈਗਾ, ਮੁਲਕ ਜਿਹੜਾ ਹੈਗਾ ਕੌਂਸਟੀਟਿਊਸ਼ਨ ਦੇ ਬੇਸ ਤੇ ਚੱਲਦਾ, ਤੇ ਕੌਂਸਟੀਟਿਊਸ਼ਨ ਦੇ ਅੰਦਰ ਹਿੰਦੁਸਤਾਨ ਲਫ਼ਜ਼ ਕਿਧਰੇ ਵੀ ਨਹੀਂ ਹੈਗਾ ਜੀ। ਉੱਥੇ ਭਾਰਤ ਹੈ ਤੇ ਇੰਡੀਆ। ਉਹ ਤਾਂ ਬਨਵਾਦ ਸਾਹਿਬ ਮੈਂ ਕਈ ਵਾਰੀ ਦੱਸ ਚੁੱਕਿਆ ਕਿ ਜਿਹੜੇ ਬਾਹਰੀ ਅਫਗਾਨ ਜਾਂ ਤੁਰਕ ਸੀਗੇ ਉਹ ਸੱਸਾ ਨਹੀਂ ਬੋਲ ਪਾਉਂਦੇ। ਉਹਨਾਂ ਦਾ ਇਹ ਮਤਲਬ ਉਹਨਾਂ ਦਾ ਬੋਲਣ ਦਾ ਅੰਦਾਜ਼ ਹੈ, ਜਿਵੇਂ ਅੰਗਰੇਜ਼ ਨਹੀਂ ਬੋਲ ਪਾਉਂਦੇ, ਉਹ ਮਤਲਬ ਸੱਸੇ ਨੂੰ ਹਾਹਾ ਬੋਲਦੇ ਨੇ। ਇਹਨਾਂ ਨੂੰ ਛੱਡੋ, ਜਿਹੜਾ ਮਾਝੇ ਦਾ ਖਿੱਤਾ ਉਹਦੇ 'ਤੇ ਵੀ ਇਸ ਚੀਜ਼ ਦਾ ਪ੍ਰਭਾਵ ਹੈ। ਇਹ ਖੇਤਰੀ ਪ੍ਰਭਾਵ ਹੁੰਦੇ ਨੇ। ਹੁਣ ਮਾਝੇ ਵਾਲੇ ਵੀ ਕਹਿਣਗੇ ਸਾਡੇ ਵੱਲ ਆਈ, ਸਾਡੇ, ਹੈ ਨਾ। ਉਹ ਮਤਲਬ ਸਾਡੇ ਦੀ ਜਗ੍ਹਾ ਹਾਹਾ ਲਫ਼ਜ਼ ਬੋਲਦੇ ਨੇ। ਇਸੇ ਤਰ੍ਹਾਂ ਇਹ ਜਿਹੜਾ ਸਿੰਧ ਤੋਂ ਉੱਪਰਲਾ ਜਿਹੜਾ ਖਿੱਤਾ ਸੀ ਉਸ ਨੂੰ ਸਿੰਧ ਤੋਂ ਹਿੰਦ ਕਿਹਾ ਜਾਣ ਲੱਗਾ। ਇੱਥੋਂ ਜਿਹੜੇ ਸਾਰੇ ਲੋਕ ਸੀ ਉਹਨਾਂ ਨੂੰ ਸਿੰਧ ਵਾਸੀਆਂ ਦੀ ਜਗ੍ਹਾ ਹਿੰਦ ਵਾਸੀ ਜਾਂ ਸਿੰਧੂ ਘਾਟੀ ਦੀ ਸੱਭਿਅਤਾ ਵੀ ਆਉਂਦਾ, ਉਹਨਾਂ ਨੂੰ ਹਿੰਦੂ ਕਿਹਾ ਜਾਣ ਲੱਗਾ। ਸਨਾਤਨ ਧਰਮ ਸੀ ਇੱਥੇ, ਬਾਅਦ ਦੇ ਵਿੱਚ ਹੋਰ ਧਰਮ ਫੈਲੇ। ਤੁਸੀਂ ਗਦਰੀ ਬਾਬਿਆਂ ਦਾ ਲਿਟਰੇਚਰ ਪੜ੍ਹੋ, ਉਹਨਾਂ ਦੇ ਵਿੱਚ ਸਾਰੇ ਇਹਨਾਂ ਨੂੰ ਹਿੰਦੀ ਆਖਿਆ ਗਿਆ। ਜਿਹੜੀ ਆਜ਼ਾਦੀ ਦੀ ਲਹਿਰ ਦੇ ਕੇਸਾਂ ਦੀ ਸੁਣਵਾਈ ਹੋਈ ਉਹਦੇ 'ਚ ਵੀ ਸਾਰਿਆਂ ਨੂੰ ਇਹ ਹਿੰਦੀ ਆਖਿਆ ਗਿਆ। ਈਵਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਗੁਰਵਾਕ ਆਉਂਦਾ ਗੁਰੂ ਸਾਹਿਬ ਦਾ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਉੱਥੇ ਵੀ ਕਿ ਸਾਰੇ ਹਿੰਦੁਸਤਾਨ ਨੂੰ ਡਰਾ ਦਿੱਤਾ ਮੁਗਲਾਂ ਦੇ ਇਸ ਜਬਰ ਨੇ, ਹੈ ਨਾ। ਪਾਪ ਕੀ ਜੰਜ ਲੈ ਕਾਬਲ ਤਾਂ ਆਇਆ। ਸੋ ਇਹ ਹੁਣ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਜੇ ਤੁਸੀਂ ਇਲਾਹਾਬਾਦ ਦਾ ਨਾਂ ਬਦਲਦੇ ਹੋ, ਪ੍ਰਾਗਰਾਜ ਕਰ ਦਿੱਤਾ ਕਿ ਅੱਲਾ ਦਾ ਨਾਂ ਆ ਗਿਆ, ਇਹ ਗਲਤ ਹੈ। ਗੁੜਗਾਉਂ ਦਾ ਬਦਲ ਕੇ ਗੁਰੂਗ੍ਰਾਮ ਕਰ ਦਿੱਤਾ। ਹਜ਼ਾਰਾਂ ਸ਼ਹਿਰਾਂ ਦੇ ਤੁਸੀਂ ਨਾਂ ਬਦਲ ਰਹੇ ਹੋ ਭਾਈ। ਫਿਰ ਇੰਨੀ ਜ਼ੁਰਤ ਦਿਖਾਓ, ਹਿੰਦੂ ਧਰਮ ਦਾ ਨਾਂ ਬਦਲ ਕੇ ਹੋਰ ਕੁਛ ਕਰ ਦਿਓ। ਇਹ ਲਫ਼ਜ਼ ਦਾ ਵੀ ਤੁਹਾਨੂੰ ਮੁਗਲਾਂ ਨੇ ਦਿੱਤਾ ਹੋਇਆ, ਬਾਹਰੀਆਂ ਨੇ ਦਿੱਤਾ ਹੋਇਆ। ਜੇ ਬਾਹਰੀਆਂ ਨਾਲ ਇੰਨੀ ਨਫ਼ਰਤ ਹੈ, ਹਿੰਦੁਸਤਾਨ ਦਾ ਨਾਂ ਵੀ ਬਦਲੋ, ਹਿੰਦੂ ਧਰਮ ਦਾ ਨਾਂ ਵੀ ਬਦਲੋ। ਹਿੰਦੁਸਤਾਨ ਦਾ ਨਾਂ ਤਾਂ ਹੈ ਹੀ ਨਹੀਂ ਹੁਣ ਤੇ ਭਾਰਤ ਜਾਂ ਇੰਡੀਆ ਹੈ ਜੀ। ਜੀ ਬਿਲਕੁਲ ਠੀਕ, ਤੁਸੀਂ ਬਹੁਤ ਅੱਛਾ ਵਿਖਿਆਨ ਕੀਤਾ ਜੇ। ਤੇ ਜੇ ਉਹ ਅੱਜ ਜਿਹੜੇ ਮਾਡਰਨ ਆਪਣੇ ਆਪ ਨੂੰ ਕਹਾਉਂਦੇ ਨੇ, ਤੇ ਸਾਰਿਆਂ ਦੀ ਗੱਲ ਨਹੀਂ ਕਰਦਾ, ਲੇਕਿਨ ਕੁਛ ਇਹੋ ਜਿਹੇ ਬੰਦੇ ਨੇ ਜਿਹੜੇ ਕਿ ਇਸ ਚੀਜ਼ ਉੱਤੇ ਦਾਅਵਾ ਕਰਦੇ ਨੇ ਕਿ ਇਹ ਹਿੰਦੂ ਤੇ ਹਿੰਦੁਸਤਾਨ। ਤੇ ਜੇ ਉਹ ਦਾਅਵਾ ਇਹੋ ਜਿਹਾ ਝੂਠਾ ਕਰ ਸਕਦੇ ਨੇ ਕਿ ਜਿੱਥੇ ਖਾਲਸਾ ਲਫ਼ਜ਼ ਆਪਾਂ ਰੋਜ਼ ਬੋਲਦੇ ਹਾਂ, ਜਿਹਦੇ ਅੰਦਰ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ, ਉਸ ਲਫ਼ਜ਼ ਦੇ ਉੱਤੇ ਇਹਨਾਂ ਨੂੰ ਬੜਾ ਇਤਰਾਜ਼ ਹੈ ਕਿ ਉਹ ਖਾਲਿਸਤਾਨੀ ਜਾਂ ਕਹਿਣਾ
ਕਹਿਣ ਦੇ ਅੰਦਰ ਆਪਾਂ ਐਵੇਂ ਜੇ ਹੁਣ ਹਰੇਕ ਚੀਜ਼ ਨੂੰ ਬਦਨਾਮ ਕਰਨ ਦੇ ਉੱਤੇ ਤੁਲੇ ਨੇ, ਚਾਹੇ ਉਹ ਕੋਈ JNU ਦੇ ਅੰਦਰ ਹੋਵੇ ਪ੍ਰੋਟੈਸਟ, ਉਹਨੂੰ ਟੁਕੜੇ ਟੁਕੜੇ ਗੈਂਗ ਕਹਿ ਦੇਣਾ। ਈਵਨ ਇੱਥੇ ਕਿਸਾਨਾਂ ਦੇ ਅੰਦੋਲਨ ਦੇ ਅੰਦਰ ਵੀ ਟੁਕੜੇ ਟੁਕੜੇ ਗੈਂਗ ਕਹਿ ਦਿੱਤਾ ਗਿਆ ਬਥੇਰੇ ਚੈਨਲਾਂ ਦੇ ਉੱਤੇ। ਕਿ ਜਦੋਂ ਕੋਰਟ ਦੇ ਅੰਦਰ ਪੁੱਛਿਆ ਗਿਆ ਵੀ ਟੁਕੜੇ ਟੁਕੜੇ ਗੈਂਗ ਕਿਸ ਨੂੰ ਕਹਿੰਦੇ ਹੋ ਤੁਸੀਂ, ਕੋਈ ਡੈਫੀਨੇਸ਼ਨ ਹੈਗੀ ਹੈ? ਤੇ ਕਿਸੇ ਕੋਲ ਕੋਈ ਪਰਿਭਾਸ਼ਾ ਨਹੀਂ। ਈਵਨ ਸੰਸਦ ਦੇ ਅੰਦਰ ਵੀ ਕਹਿ ਦਿੱਤਾ ਗਿਆ, ਪਾਰਲੀਮੈਂਟ ਵੀ, ਸਾਡੇ ਕੋਲ ਤੇ ਕੋਈ ਪਰਿਭਾਸ਼ਾ ਹੀ ਨਹੀਂ। ਬਦਨਾਮ ਕਰਨ ਵਾਸਤੇ ਜੋ ਕੁਛ ਮਰਜ਼ੀ ਕਰੀ ਜਾਣ, ਇਹ ਕੋਈ ਗੱਲ ਨਹੀਂ ਜੇ ਬਣਦੀ। ਹੁਣ ਮੈਨੂੰ ਇਹ ਦੱਸੋ, ਭਾਰਤ ਦੇ ਅੰਦਰ ਜੇ ਡਿਫੈਂਸ ਮਿਨਿਸਟਰ ਖੁਦ ਕੋਈ ਸਟੇਟਮੈਂਟ ਦਿੰਦਾ ਹੈ TV ਪ੍ਰੋਗਰਾਮ ਦੇ ਉੱਤੇ, ਜਦੋਂ ਉਹਦਾ ਇੰਟਰਵਿਊ ਹੁੰਦਾ ਹੈਗਾ, ਉਹ ਕਹਿੰਦੇ ਜਿਹੜੀ ਲੇਡੀ ਹੈ ਉਹ ਪੁੱਛਦੀ ਹੈ, ਸਾਰਿਆਂ ਨੇ ਮੇਰੇ ਖਿਆਲ ਵੀਡੀਓ ਵੇਖੀ ਹੋਣੀ ਹੈ, ਉਹਦੇ ਨਾਲ ਪੁੱਛਦੀ ਹੈ ਵੀ ਇਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਵੀ ਇਸ ਖਾਲਿਸਤਾਨ ਆ ਗਏ। ਡਿਫੈਂਸ ਮਿਨਿਸਟਰ ਖੁਦ ਕਹਿ ਰਿਹਾ ਵੀ ਇਹੋ ਜਿਹਾ ਕੁਛ ਨਹੀਂ ਹੈਗੇ ਤੇ ਨਾ ਹੀ ਕਿਸੇ ਨੂੰ ਕਹਿਣਾ ਕਰਨਾ ਚਾਹੀਦਾ ਹੈ, ਰਾਜਨਾਥ ਸਿੰਘ ਕਹਿ ਰਹੇ ਨੇ। ਤੇ ਆ ਹੁਣ ਕੋਰਟ ਦੇ ਅੰਦਰ ਐਵੀਡੈਂਸ ਫਲਾਣਾ ਤੇ ਹਲਫਨਾਮਾ ਦੇਣਾ ਤੇ ਇਹ ਮਤਲਬ ਹਰ ਆਦਮੀ ਵੱਖਰੇ ਵੱਖਰੇ ਦੋਹਰੇ ਮਾਪਦੰਡ ਦੇ ਨਾਲ ਕਿਸੇ ਵੀ ਮੁਹਿੰਮ ਨੂੰ ਖਰਾਬ ਕਰਨ ਦੇ ਅੰਦਰ ਲੱਗਿਆ ਹੋਇਆ ਹੈਗਾ। ਬਹੁਤ ਸਾਰੇ ਲੋਕੀ ਦੇ ਸ਼ੰਕਾ ਇਹ ਵੀ ਜਤਾਉਂਦੇ ਨੇ ਟਿਵਾਣਾ ਜੀ ਕਿ ਜਿਹੜਾ ਇਲੈਕਸ਼ਨ ਸੀਗੇ ਪਿੱਛੇ ਜਿਹੜੇ ਹੁਣੇ ਹੋਏ ਨੇ, ਉਹਦੇ ਅੰਦਰ ਪੁਲਵਾਮਾ ਦੇ ਅੰਦਰ ਵੀ ਜਿਹੜਾ ਹੈਗਾ ਕਿ ਜਿਹੜਾ ਉਹ ਅਟੈਕ ਹੋਇਆ ਹੈਗਾ, ਉਹਦੇ ਉੱਤੇ ਵੀ ਸ਼ੰਕਾ ਜ਼ਾਹਰ ਕਰਦੇ ਨੇ ਕਿ ਉਹ ਤੋਂ ਬਾਅਦ ਰਾਸ਼ਟਰਵਾਦ ਜਾਗਿਆ ਤੇ ਰਾਸ਼ਟਰਵਾਦ ਹੋਇਆ। ਹੁਣ ਪਿੱਛੇ ਸ਼ਹੀਨ ਬਾਗ ਚੱਲਿਆ, ਉਸ ਤੋਂ ਬਾਅਦ ਦੰਗੇ ਫਸਾਦ ਹੋ ਗਏ, ਰਾਸ਼ਟਰਵਾਦ ਦੇ ਫਲਾਣੇ ਟਮਕਾਣੇ। ਜਿਹੜਾ 26 ਜਨਵਰੀ ਦਾ ਵੀ ਪ੍ਰੋਗਰਾਮ ਔਰਗੇਨਾਈਜ਼ ਕਰ ਰਹੇ ਨੇ, ਇਹਦੇ ਉੱਤੇ ਵੀ ਸ਼ੰਕਾ ਜ਼ਾਹਰ ਬਹੁਤ ਸਾਰੇ ਲੋਕ ਕਰ ਰਹੇ ਨੇ ਕਿ ਕਿਤੇ ਫੇਰ ਨਾ ਕੋਈ ਇਹੋ ਜਿਹੀ ਚਾਲਬਾਜ਼ੀ ਚੱਲ ਕੇ ਬਦਨਾਮ ਕੀਤਾ ਜਾਏ ਤੇ ਇਸ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਨਵੈਦ ਸਾਹਿਬ, ਤੁਹਾਡਾ ਮਿਹਰਬਾਨੀ। ਹੋਰ ਕੁਝ ਇੱਕ ਰਿਕਾਰਡਡ ਮੈਸੇਜ ਆਏ ਨੇ, ਮੈਂ ਉਹ ਵੀ ਨਾਲ ਸਾਂਝੇ ਕਰਦਾ ਜਾਵਾਂਗਾ। ਤੁਸੀਂ ਗੱਲ ਕਰਨੀ ਇਸ ਪ੍ਰਬੰਧ ਵਿੱਚ ਤਾਂ 98-763-09655 'ਤੇ ਵੀ ਨਾਲ ਕਾਲ ਕਰ ਸਕਦੇ ਹੋ। ਅਤੇ ਸਾਡੀਆਂ ਜਿਹੜੀਆਂ ਐਪਸ ਨੇ ਉਹ ਤੁਹਾਨੂੰ ਆਈਫੋਨ 'ਤੇ ਐਂਡਰਾਇਡ 'ਤੇ ਮਿਲਣਗੀਆਂ, ਜਾਂ ਫਿਰ US ਦੇ ਵਿੱਚ 667-930-9260। ਮਤਲਬ ਜੇ ਤੁਸੀਂ ਕਾਲ ਕਰਕੇ ਰੇਡੀਓ ਸੁਣਨਾ ਤਾਂ ਤੁਸੀਂ ਇਸ ਫੋਨ ਨੰਬਰ 'ਤੇ ਡਾਇਲ ਕਰੋ 667-930-9260। ਅਤੇ ਜਾਂ ਫਿਰ ਸਾਡੀ ਜਿਹੜੀ ਵੈਬਸਾਈਟ ਹੈ tiwana radio.com TIWANA tiwanaradio.com 'ਤੇ ਵੀ ਜਾ ਸਕਦੇ ਹੋ। ਅਤੇ ਉੱਥੋਂ ਵੀ ਕਾਫੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ। ਇਸ ਅਦਾਰੇ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਵੀ ਉੱਥੇ ਆਪਸ਼ਨ ਬਣੀ ਹੋਈ ਹੈ। ਜੇ ਤੁਸੀਂ ਕੋਈ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ। ਵੈਸੇ ਮੈਨੂੰ ਬੜਾ ਅਜੀਬ ਲੱਗਦਾ ਇਹ ਗੱਲ ਕਹਿਣਾ, ਕੱਲ੍ਹ ਜਤਿੰਦਰ ਵਿਰਕ ਜੀ ਹੋਰਾਂ ਨੇ ਵੀ ਆਖਿਆ ਕਿ ਦਮੜਿਆਂ ਨਾਲ ਹੀ ਦਮਾਮੇ ਵੱਜਦੇ ਨੇ। ਖੈਰ, ਜੇ ਤੁਹਾਡੀ ਇੱਛਾ ਹੋਵੇ ਤਾਂ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਹੈਗਾ ਇਸ ਦੇ ਵਿੱਚ ਵੀ ਆਪਣਾ ਜਿਹੜਾ ਕੰਟਰੀਬਿਊਸ਼ਨ ਪਾ ਸਕਦੇ ਹੋ। ਲਓ, ਇਸ ਵਕਤ ਸਿਡਨੀ ਸਮਰਾਲਾ ਟੂ ਸਿਡਨੀ ਬਾਈ ਜੀ ਕੁਲਜਿੰਦਰ ਸਿੰਘ ਹੋਰਾਂ ਦਾ ਸੁਨੇਹਾ ਆਇਆ ਅਤੇ ਉਹਨਾਂ ਦਾ ਜਿਹੜਾ ਹੈਗਾ ਬਲੱਗਣ ਸਾਹਿਬ ਦਾ ਸੁਨੇਹਾ ਸੁਣਦੇ ਹਾਂ। ਉਸ ਤੋਂ ਬਾਅਦ ਆਪ ਦਾ ਲਗਾਤਾਰ ਸਵਾਗਤ ਰਹੇਗਾ। ਤੁਸੀਂ ਵੀ ਇਸ ਤਰ੍ਹਾਂ ਦਾ ਰਿਕਾਰਡਡ ਮੈਸੇਜ ਛੱਡ ਸਕਦੇ ਹੋ ਆਪਣੀ ਸੁਵਿਧਾ ਦੇ ਮੁਤਾਬਕ ਕਿਸੇ ਵੀ ਵਿਸ਼ੇ 'ਤੇ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ, ਕੁਲਜਿੰਦਰ ਫਰੋਮ ਸਿਡਨੀ। ਮੈਂ ਵੀ ਆ ਰਿਕਾਰਡਿੰਗ ਵਾਲੀ ਓਪਰਚੁਨਿਟੀ ਅੱਜ ਅਵੇਲ ਕਰ ਰਿਹਾ, ਵਧੀਆ ਗੱਲ ਹੈ। ਅਤੇ ਟਿਵਾਣਾ ਸਾਹਿਬ ਕੁਛ ਗੱਲਾਂ ਨੇ, ਜਿਵੇਂ ਇੱਕ ਤਾਂ ਇੱਕ ਵਰਡ ਆ ਬਾਇਸ, ਲਾਈਕ ਬਾਇਸ ਮੈਨੇ ਵੀ ਪੱਖਪੂਰਨ ਇੱਕ ਪਾਸੇ ਦਾ ਨਾ, ਇੱਕ ਪਾਸੜ ਹੋ ਕੇ ਗੱਲ ਕਰਨੀ। ਅਤੇ ਉਹੀ ਗੱਲਾਂ ਹੁਣ ਸੁਪਰੀਮ ਕੋਰਟ ਦੇ ਫੈਸਲੇ 'ਚੋਂ ਦਿਖੀਆਂ ਨੇ, ਅਤੇ ਉਹੀ ਗੱਲਾਂ ਆਪਣੇ ਕੁਝ ਕੁ ਕਾਲਰ ਕਰਦੇ ਨੇ ਜਿਨ੍ਹਾਂ ਨੂੰ ਸਾਰਾ ਕੁਝ ਦਿਖਦਾ ਵੀ ਮੋਦੀ ਗੌਰਮੈਂਟ ਨੇ ਹੁਣ ਤੱਕ ਆਪਣਾ ਕੀ ਕਰਿਆ। ਮੋਨੀਟਰੀ ਲਾਈਕ ਡੀਮੋਨੀਟਾਈਜੇਸ਼ਨ ਤੋਂ ਲੈ ਕੇ ਦੇਖ ਲਓ, GST ਦੇ ਸਾਰੇ ਮਤਲਬ ਸਭ ਕੁਝ ਦਿਖਦਾ, ਪਰ ਫਿਰ ਵੀ ਉਹ ਇੱਕ ਪਾਸੜ ਹੋ ਕੇ ਗੱਲਾਂ ਕਰਦੇ ਨੇ। ਤੁਹਾਡੀ ਜਰਨਲਿਜ਼ਮ ਨੂੰ ਸਲੂਟ ਹੈ ਜੀ, ਤੁਸੀਂ ਮਤਲਬ ਬਾਇਸ ਨਹੀਂ ਹੈਗੇ। ਓਬਵੀਅਸਲੀ ਆਪਾਂ ਨੂੰ ਜਿਹੜੀ ਧਿਰ ਰਾਜ ਕਰਦੀ ਆ ਉਹਦੀ ਉਹ ਆਪਾਂ ਵਿਰੋਧ ਤਾਂ ਮਤਲਬ ਉਹਦਾ ਹੀ ਆਪਾਂ ਨੇ ਨੁਕਤਾਚੀਨੀ ਕਰਨੀ ਹੁੰਦੀ ਆ ਵੀ ਕਿਹੜੀਆਂ ਚੀਜ਼ਾਂ ਗਲਤ ਨੇ ਅਤੇ ਕਿਹੜੀਆਂ ਸਹੀ ਨੇ। ਜੇ ਸਹੀ ਕੰਮ ਕਰਨਗੇ ਆਪਾਂ ਸਹੀ ਕਹਾਂਗੇ, ਅਤੇ ਜੇ ਗਲਤ ਕਰਨਗੇ ਓਬਵੀਅਸਲੀ ਗਲਤ ਹੀ ਕਹਾਂਗੇ ਉਹਨੂੰ। ਅਤੇ ਦੂਜੀ ਗੱਲ ਹੈ ਜੀ, ਜਿਹੜੀ ਆਪਾਂ ਸੁਸਾਈਡ ਦੀ ਗੱਲ ਕਰਦੇ ਹਾਂ ਨਾ, ਮੈਂ ਵਨ ਆਫ ਦਾ ਵਿਕਟਮ ਆਫ ਸੁਸਾਈਡਲ ਜੋ ਕਹਿ ਸਕਦੇ ਹਾਂ, ਮੈਂ ਆਪ ਹੰਢਾ ਰਿਹਾ ਉਹ ਚੀਜ਼ਾਂ ਨੂੰ। ਜਿਹੜਾ ਸੁਸਾਈਡ ਆ ਜੀ, ਜਿਵੇਂ ਤੁਸੀਂ ਆਪ ਕਹਿਤਾ ਵੀ ਆਤਮਘਾਤੀ ਮਹਾਪਾਪੀ ਹੈ ਨਾ, ਇਹ ਧਰਮ ਵੀ ਕਹਿੰਦਾ ਅਤੇ ਕਰਨਾ ਵੀ ਨਹੀਂ ਚਾਹੀਦਾ। ਜੋ ਪਰਿਸਥਿਤੀਆਂ ਨੇ ਉਹਨਾਂ ਨਾਲ ਜੂਝਣਾ ਚਾਹੀਦਾ, ਕਦੇ ਗੱਲ ਵੀ ਨਹੀਂ ਲੈ ਕੇ ਆਉਣੀ ਚਾਹੀਦੀ। ਹੁਣ ਦੇਖੋ ਬਾਬਾ ਜੀ ਨੇ ਇੱਕ ਨੇ ਕਰੀ ਸੁਸਾਈਡ, ਉਸ ਤੋਂ ਬਾਅਦ ਇੱਕ ਹੋਰ ਤੁਸੀਂ ਦੱਸ ਦਿਓ ਇੱਕ ਹੋਰ ਬੰਦੇ ਨੇ ਕਰ ਲਈ ਹੈ ਨਾ। ਅਤੇ ਇਸ ਲਈ ਇਹ ਚੀਜ਼ਾਂ ਨੂੰ ਆਪਾਂ ਨੂੰ ਜਦੋਂ ਇਹ ਹੋ ਰਹੀਆਂ ਨੇ ਉਹਨਾਂ ਨੂੰ ਕੰਡੈਮ ਕਰਨਾ ਚਾਹੀਦਾ, ਨਾ ਕਿ ਉਹਨੂੰ ਕਹਿਣਾ ਚਾਹੀਦਾ ਵੀ ਭਾਈ ਇਹ ਤਾਂ ਹੱਲਾਸ਼ੇਰੀ ਦੇਣੀ ਚਾਹੀਦੀ, ਤਾਂ ਬਹੁਤ ਵਧੀਆ ਕਰਿਆ। ਜੋ ਚੀਜ਼ ਗਲਤ ਆ ਉਹਨੂੰ ਗਲਤ ਕਹਿਣਾ ਚਾਹੀਦਾ। ਕਿਸੇ ਧਾਰਮਿਕ ਕਸਵੱਟੀ 'ਤੇ ਵੀ ਰੱਖ ਕੇ ਦੇਖ ਲਓ, ਇਟਸ ਰੋਂਗ।
ਤੇ ਬਾਕੀ ਸੁਪਰੀਮ ਕੋਰਟ ਨੇ ਜਿਵੇਂ ਵੀ ਸੀਗਾ ਆਪਾਂ ਨੂੰ ਲੱਗ ਰਿਹਾ ਸੀਗਾ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ ਹਾਈ ਕੋਰਟਸ ਵਗੈਰਾ ਆਪਾਂ ਦੇਖਦੇ ਹਾਂ ਉਹਨਾਂ ਦੇ ਫੈਸਲੇ ਵਧੀਆ ਆ ਰਹੇ ਨੇ, ਪਰ ਜਿਵੇਂ ਗਗੋਈ ਸਾਹਿਬ ਨੇ ਬੈਠ ਗਏ ਆਪਣੀ ਰਾਜ ਸਭਾ ਦੀ ਮੈਂਬਰੀ ਲੈ ਕੇ, ਸੇਮ ਹੁਣ ਇਹੀ ਕਰ ਰਹੇ ਨੇ। ਜੋ ਨਵੇਂ ਜੱਜ ਨੇ ਉਹਨਾਂ ਨੇ 4 ਮੈਂਬਰੀ ਕਮੇਟੀ ਬਣਾਈ ਆ, ਸਾਰੇ ਬੰਦੇ ਬਾਹਰਲੇ ਮਤਲਬ ਸਰਕਾਰ ਪੱਖੀ ਨੇ ਜਾਂ ਕਹਿ ਲਓ ਵੀ ਜਾਂ ਇਹ ਪ੍ਰੋ ਕਾਨੂੰਨਾਂ ਦੇ ਨੇ, ਹੈ ਨਾ। ਸਾਰਿਆਂ ਨੂੰ ਪਹਿਲੀ ਗੱਲ ਯੋਗੇਸ਼ ਨੂੰ ਮੈਂ ਕਹੂੰਗਾ, ਜਾਪਾਨ ਵਾਲੇ ਨੂੰ, ਵੀਰ ਨੂੰ ਮੈਂ ਉਹਦਾ ਆਦਰ ਮਾਣ ਕਰਦਾ, ਸਹੀ ਗੱਲ ਆ, ਚਲੋ ਕਾਲ ਕਰਦੇ ਨੇ ਬਹੁਤ ਵਧੀਆ, ਪਰ ਉਹ ਵੀ ਬਾਇਸ ਹੋ ਕੇ ਗੱਲਾਂ ਕਰਦੇ ਨੇ। ਉਹਨਾਂ ਨੂੰ ਸ਼ਰੇਆਮ ਦਿਖ ਰਿਹਾ ਹੈ ਨਾ ਕਾਨੂੰਨ ਕੀ ਨੇ। ਪਹਿਲੀ ਗੱਲ ਤਾਂ ਸਟੇਟ ਦਾ ਹੱਕ ਆ ਜੀ ਕਾਨੂੰਨ ਬਣਾਉਣ ਦਾ, ਪਹਿਲਾਂ ਤਾਂ ਉੱਥੇ ਗਲਤ ਆ। ਦੂਜੀ ਰਾਜ ਸਭਾ ਦੇ ਵਿੱਚ ਜਦੋਂ ਪਾਸ ਕਰਿਆ ਉਹ ਉੱਥੇ ਗਲਤ ਹੋ ਗਿਆ। ਹੁਣ ਸੁਪਰੀਮ ਕੋਰਟ ਨੂੰ ਸੂਹ ਮੋਟੋ ਲੈਣਾ ਚਾਹੀਦਾ ਸੀ ਇਹਦਾ ਵੀ ਭਾਈ ਜਿਹੜੇ ਸਟੇਟ ਦੇ ਹੱਕਾਂ ਤੇ ਡਾਕਾ ਮਾਰਿਆ, ਸੁਪਰੀਮ ਕੋਰਟ ਨੂੰ ਉਦੋਂ ਬੋਲਣਾ ਚਾਹੀਦਾ ਸੀਗਾ। ਹੁਣ ਦੇਖੋ 84 ਦਾ ਦੌਰ ਅਸੀਂ ਦੇਖਿਆ ਨਹੀਂ, ਅਸੀਂ ਬੱਚੇ ਸੀਗੇ ਉਦੋਂ, ਨਾ 79 ਦਾ ਜਨਮ ਹੈ, ਤੇ ਉਹ ਚੀਜ਼ਾਂ ਦੇਖੀਆਂ ਨਹੀਂ। ਪਰ ਹੁਣ ਉਹ ਚੀਜ਼ਾਂ ਤੇ ਮੋਹਰ ਲੱਗ ਰਹੀ ਆ ਭਾਈ, ਜੋ ਚਾਹੇ ਤੁਹਾਡੀ ਹੱਕੀ ਮੰਗਾਂ ਨੇ ਉਹਨੂੰ ਵੀ ਸੁਪਰੀਮ ਕੋਰਟ ਘੱਟੋ ਘੱਟ ਇੱਥੇ ਕੋਈ ਮਤਲਬ ਇੱਕ ਪਾਸੜ ਨਾ ਹੋ ਕੇ ਉਹਨੂੰ ਸੁਪਰੀਮ ਕੋਰਟ ਨੂੰ ਇੱਕ ਸਾਂਝਾ ਫੈਸਲਾ ਦੇਣਾ ਚਾਹੀਦਾ ਸੀ ਭਾਈ ਵੀ ਤੁਹਾਡਾ ਹੱਕੇ ਨਹੀਂ ਹੈਗਾ ਕਾਨੂੰਨ ਬਣਾਉਣ ਦਾ, ਇੱਥੇ ਗੱਲ ਮੁਕਾਉਣੀ ਚਾਹੀਦੀ ਸੀ, ਨਾ ਕਿ ਕੋਈ ਕਮੇਟੀ ਬਣਾਉਣੀ ਚਾਹੀਦੀ ਸੀ ਉਹਨਾਂ ਨੂੰ। ਚਲੋ ਬਾਕੀ ਤਾਂ ਹੁਣ ਗੱਲਾਂ ਬਹੁਤ ਨੇ ਜੀ ਕਰਨ ਵਾਲੀਆਂ, ਪਰ ਮੈਂ ਇੰਨਾ ਟਾਈਮ ਨਹੀਂ ਲਾਉਣਾ ਚਾਹੁੰਦਾ। ਆਲਮੋਸਟ 3 ਮਿੰਟ ਦੀ ਗੱਲ ਹੋ ਗਈ ਇਹ। ਥੈਂਕ ਯੂ ਟਵਾਣਾ ਸਾਹਿਬ, ਸਲੂਟ ਆਈ ਤੁਹਾਨੂੰ। ਸੋ ਇਹ ਸਨ ਬਾਈ ਜੀ ਕੁਲਜਿੰਦਰ ਸਿੰਘ ਬਲਗਣ ਸਮਰਾਲਾ ਤੋਂ, ਸਿਡਨੀ ਤੋਂ ਨੇ ਅੱਜ ਕੱਲ੍ਹ। ਸੋ ਤੁਸੀਂ ਆਪਣੀ ਸੁਵਿਧਾ ਦੇ ਮੁਤਾਬਕ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਜਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਜੋ ਤੁਹਾਨੂੰ ਮੁਨਾਸਿਬ ਲੱਗੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ, ਕਿਉਂਕਿ ਆਪਾਂ ਕਿਰਤ ਨਾਲ ਜੁੜੇ ਇਸ ਮਾਧਿਅਮ ਦੇ ਨਾਲ ਜੁੜੇ ਹੋਏ ਹਾਂ। ਰੇਡੀਓ ਰੁਜ਼ਗਾਰ ਵਾਲੇ ਲੋਕਾਂ ਦੇ ਵਾਸਤੇ ਬਹੁਤ ਲਾਹੇਵੰਦ ਮੁਫੀਦ ਸਾਧਨ ਹੈ। ਜੇ ਪੇਸ਼ਕਾਰ ਕੋਲ ਨਜ਼ਰੀਆ ਹੋਵੇ ਤਾਂ ਉਹ ਜਿਵੇਂ ਕਹਿੰਦੇ ਨਾ ਕਿ ਅੰਨ੍ਹਿਆਂ ਨੂੰ ਦਿਖਾਉਣ ਵਾਲੀ ਗੱਲ ਹੈ। ਅਤੇ ਇਹ ਜਿਹੜਾ ਵਰਤਾਰਾ ਸੀ, ਤੁਸੀਂ ਮਹਾਨ ਕ੍ਰਿਕਟਰ ਕਮੈਂਟੇਟਰ ਜਸਦੇਵ ਸਿੰਘ ਦੀ ਗੱਲ ਕਰ ਲਓ ਜਾਂ ਹੋਰਾਂ ਦੀ ਗੱਲ ਕਰੋ, ਰੇਡੀਓ ਬੜਾ ਸਕਸੈਸ ਰਿਹਾ। ਪਰ ਜਿਸ ਤਰ੍ਹਾਂ ਅਸੀਂ ਇਸ ਰੇਡੀਓ ਨੂੰ ਹੁਣ ਮਨ ਕੀ ਬਾਤ ਅਤੇ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਵਿੱਚ ਆਲ ਇੰਡੀਆ ਰੇਡੀਓ ਨੂੰ ਆਲ ਇੰਦਰਾ ਰੇਡੀਓ ਬਣਾ ਦਿੱਤਾ ਸੀ। ਫਿਰ ਰਾਜੀਵ ਦਾ ਜ਼ਮਾਨਾ ਆਇਆ, ਰਾਜੀਵ ਦੇ ਜ਼ਮਾਨੇ ਦੇ ਵਿੱਚ ਦੂਰਦਰਸ਼ਨ ਦੀ 65 ਸੀ, ਸੋ ਦੂਰਦਰਸ਼ਨ ਰਾਜੀਵ ਦੂਰਦਰਸ਼ਨ ਬਣਿਆ ਰਿਹਾ। ਅਤੇ ਬਿੰਦੀਆਂ ਟਿੱਪੀਆਂ ਬੋਲਣ ਦਾ ਜਿਹੜਾ ਤਲਫਜ਼, ਉਚਾਰਨ, ਪ੍ਰੋਨਾਊਂਸੀਏਸ਼ਨ ਕਹਿ ਲਈ ਜਿਹਨੂੰ, ਉਹ ਰੇਡੀਓ ਦੇ ਵਿੱਚ ਬਹੁਤ ਹੁੰਦਾ ਹੈ। ਕਿਉਂਕਿ ਇਤਫਾਕਨ ਹੈ ਕਿ ਤਾਂ ਹੁਣ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਰੇਡੀਓ ਦਾ ਨਾਂ ਵੀ ਪੂਰਾ ਨਹੀਂ ਲਾਉਣਾ ਆਉਂਦਾ, ਕਈ ਸਾਰੇ ਸੱਜਣ, ਇੱਕ ਨਹੀਂ ਹੈ ਕਈ ਸਾਰੇ ਨੇ, 3-4 ਨੂੰ ਤਾਂ ਮੈਂ ਜਾਣਦਾ, ਉਹ ਰੇਡੀਓ ਨੂੰ ਰੈਡੀਓ ਕਹਿੰਦੇ ਨੇ ਅਤੇ ਰੇਡੀਓ ਪ੍ਰੋਗਰਾਮ ਕਰਦੇ ਨੇ, ਹੈ ਨਾ। ਮਤਲਬ ਰਾਰੇ ਨੂੰ ਦਲਾਵਾਂ ਲਾਉਂਦੇ ਨੇ, ਰੇਡੀਓ, ਅਤੇ ਹੁੰਦਾ ਹੈ ਰੇਡੀਓ ਇੱਕ ਲਾਂ ਲਾ ਕੇ। ਸੋ ਇਸ ਕਰਕੇ ਰੇਡੀਓ ਦੇ ਵਿੱਚ ਜਿਹੜਾ ਤਲਫਜ਼, ਉਚਾਰਨ ਦਾ ਬਹੁਤ ਖਿਆਲ ਰੱਖਿਆ ਜਾਂਦਾ, ਤਵੱਜੋ ਦਿੱਤੀ ਜਾਂਦੀ ਹੈ। ਇਸੇ ਕਰਕੇ ਸਾਡੀ ਭਾਸ਼ਾ ਦੇ ਵਿੱਚ ਬਹੁਤ ਵਿਗਾੜ ਆਇਆ, ਕਿਉਂਕਿ ਰੇਡੀਓ ਸਿਰਫ ਸ਼ਬਦਾਂ ਦੀ ਖੇਡ ਹੈ। ਅਲਫਾਜ਼ ਦੇ ਨਾਲ ਤੁਸੀਂ ਪੂਰਾ ਕਾਇਨਾਤ ਲੋਕਾਂ ਨੂੰ ਹੈ ਜਿਹੜਾ ਦਿਖਾ ਸਕਦੇ ਹੋ। ਮੈਨੂੰ ਯਾਦ ਹੈ ਜਦੋਂ ਅਸੀਂ ਆਲ ਇੰਡੀਆ ਰੇਡੀਓ 'ਤੇ ਹੁੰਦੇ ਸੀ, ਬੜਾ ਕੁਝ ਸਿੱਖਿਆ, ਕੁਝ ਗਲਤੀਆਂ ਗੁਸਤਾਖੀਆਂ ਨੇ। ਇਤਫਾਕ ਸੀ ਕਿ ਚਲੋ ਪੰਜਾਬੀ ਨਾਲ ਮੁੱਢ ਕਦੀਮੋਂ ਲਗਾ ਸੀਗਾ, ਉਹ ਚੀਜ਼ ਵੀ ਲਾਹੇਵੰਦ ਰਹੀ। ਸਾਡੇ ਐਂਟਰੀ ਰਜਿਸਟਰ ਹੁੰਦਾ ਸੀਗਾ FM ਪਟਿਆਲਾ 'ਤੇ, ਜਦੋਂ ਵੀ ਕੋਈ ਮਹਿਮਾਨ ਜਾਂ ਅਸੀਂ ਵੀ ਆਉਂਦੇ ਸੀ ਐਂਟਰੀ ਪਾਉਂਦੇ ਸੀ, ਕਿਉਂਕਿ ਬੜੀ ਸਖਤੀ ਹੁੰਦੀ ਸੀ ਉਹਨਾਂ ਸਮੇਂ 'ਚ। ਕਿਉਂਕਿ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਸੀਗੇ ਮਨਚੰਦਾ ਸਾਹਿਬ, ਉਹਨਾਂ ਦਾ ਕਸੂਰ ਇਹੀ ਸੀ ਕਿ ਉਹ ਹਿੰਦੂ ਸੀਗੇ। ਇਸ ਮੂਵਮੈਂਟ ਦੇ ਦੌਰਾਨ ਕੁਝ ਲੋਕਾਂ ਨੇ ਉਹਨਾਂ ਨੂੰ ਕੋਹ ਕੇ ਕਤਲ ਕੀਤਾ, ਸਿਰਫ ਕਿ ਇਹ ਖਬਰ ਲੱਗ ਜੂ ਕਿ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਦਾ ਕਤਲ ਹੋ ਗਿਆ। ਉਹ ਬਹੁਤ ਦੇਵਤਾ ਇਨਸਾਨ ਸੀ। ਪੂਰਾ ਪਟਿਆਲਾ ਜਾਂ ਜਿੰਨੇ ਲੋਕ ਉਹਨਾਂ ਨੂੰ ਜਾਣਦੇ ਸੀ, ਭਾਵੇਂ ਉਹ ਸਿੱਖ ਸੀ, ਹਿੰਦੂ ਸੀ, ਉਸ ਦਿਨ ਬਹੁਤ ਰੋਏ ਸੀ। ਕਈ ਘਰਾਂ 'ਚ ਅੱਗ ਨਹੀਂ ਸੀ ਬਲੀ, ਐਨੇ ਮਤਲਬ ਨਫੀਸ ਕਿਸਮ ਦੇ ਇਨਸਾਨ ਸੀ ਮਨਚੰਦਾ ਸਾਹਿਬ। ਅਤੇ ਕੁਛ ਟੁੱਚੂ ਕਿਸਮ ਦੇ ਬੰਦਿਆਂ ਨੇ ਉਹਨਾਂ ਦਾ ਕਤਲ ਕੀਤਾ ਸੀ ਕ੍ਰੈਡਿਟ ਲੈਣ ਵਾਸਤੇ। ਉਹ ਬੱਸ ਤੋਂ ਉਤਰਦੇ ਸੀ ਅਤੇ ਰੇਡੀਓ ਸਟੇਸ਼ਨ ਪੈਦਲ ਆਉਂਦੇ ਸੀ। ਸਿਰਫ ਕਿ ਕੁਝ ਪਰਸਨੈਲਿਟੀਜ਼ ਦੇ ਕਿਡਨੈਪ ਕਰਨ ਨਾਲ ਜਾਂ ਉਹਨਾਂ ਦਾ ਨੁਕਸਾਨ ਕਰਨ ਦੇ ਨਾਲ ਕਈ ਮੂਵਮੈਂਟਾਂ ਨਾਲ ਸੰਬੰਧਿਤ ਲੋਕ ਨਾ ਬਹੁਤ ਕੁਝ ਕੈਸ਼ ਕਰ ਜਾਂਦੇ ਨੇ। ਉਹਨਾਂ ਨੂੰ ਲੱਗਦਾ ਕਿ ਇੱਕ ਵੱਡਾ ਮਾਰਕਾ ਮਾਰ ਲਿਆ, ਪਰ ਉਹਨਾਂ ਨੂੰ ਕਤਲ ਕਰਨ ਵਾਲੇ ਲੋਕ ਵੀ ਨਾ ਬਹੁਤ ਬੇਰਹਿਮੀ ਦੇ ਨਾਲ ਮਰੇ ਸੀਗੇ। ਸ਼ਾਇਦ ਪਾਪ ਕਿਤੇ ਨਾ ਕਿਤੇ ਜਿਹੜਾ ਹੈਗਾ ਝੱਲਣਾ ਪੈਂਦਾ ਹੈ। ਖੈਰ, ਇਹ ਜਿਹੜੀ ਕਮੇਟੀ ਬਣੀ ਹੈ, ਇਸ ਕਮੇਟੀ ਨੂੰ ਸਰਕਾਰੀ ਐਲਾਨ ਕਰ ਦਿੱਤਾ ਕਿਸਾਨਾਂ ਨੇ, ਅਤੇ ਇਹਦੇ 'ਚ ਕੋਈ ਦੁਹਰਾਵਾਂ ਵੀ ਨਹੀਂ।
ਕਿਉਂਕਿ ਇਹ ਚਾਰੇ ਲੋਕ ਭੁਪਿੰਦਰ ਸਿੰਘ ਮਾਨ ਹੋਰੀ ਪਹਿਲਾਂ ਹੀ ਤਾਰੀਫ ਕਰ ਚੁੱਕੇ ਨੇ। ਨਰਿੰਦਰ ਤੋਮਰ ਨੂੰ 14 ਦਸੰਬਰ ਨੂੰ ਚਿੱਠੀ ਲਿਖ ਕੇ ਇਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਸੰਗਠਨ ਤਿੰਨੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਾ ਹੈ। ਹੁਣ ਭੁਪਿੰਦਰ ਸਿੰਘ ਮਾਨ ਸਾਹਿਬ ਕਿੰਨੇ ਬੰਦੇ ਨੇ ਤੁਹਾਡੇ ਸੰਗਠਨ ਦੇ ਵਿੱਚ, ਹੈ ਨਾ, ਇਸ ਗੱਲ 'ਤੇ ਨਿਰਭਰ ਕਰਦਾ। ਪਰ ਭੁਪਿੰਦਰ ਸਿੰਘ ਮਾਨ ਦੇ ਇਸ ਦੇ ਵਿੱਚ ਮੈਂਬਰ ਬਣਨ ਨਾਲ ਅਕਾਲੀਆਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ। ਬਾਈ ਨੇਮ ਤਾਂ ਅਜੇ ਨਹੀਂ ਆਇਆ। ਸੁਖਬੀਰ ਦੀ ਸਟੇਟਮੈਂਟ ਹੈ ਕੱਲ੍ਹ ਦੀ, ਕਹਿੰਦਾ ਕੈਪਟਨ ਅਮਰਿੰਦਰ ਸਿੰਘ ਆਪਣੇ ਬੰਦਿਆਂ ਦੇ ਰਾਹੀਂ ਕਿਸਾਨ ਅੰਦੋਲਨ ਦੇ ਵਿੱਚ ਘੁਸਪੈਠ ਕਰਾ ਰਿਹਾ। ਇਸੇ ਤਰ੍ਹਾਂ ਇਸ ਦਾ ਭੁਪਿੰਦਰ ਸਿੰਘ ਮਾਨ ਦੀ ਇਸ ਕਮੇਟੀ ਦੇ ਵਿੱਚ ਸ਼ਮੂਲੀਅਤ ਕੈਪਟਨ ਸਰਕਾਰ ਨੂੰ, ਕਾਂਗਰਸ ਨੂੰ ਮਹਿੰਗੀ ਪਏਗੀ ਕਿ ਜੇ ਤੁਸੀਂ ਇਮਾਨਦਾਰ ਹੋ ਇਸ ਕਾਨੂੰਨ ਪ੍ਰਤੀ, ਤੁਹਾਡਾ ਬੰਦਾ ਹੈ ਜਿਹਦੇ ਬੇਟੇ ਨੂੰ ਤੁਸੀਂ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਲਾਇਆ ਹੋਇਆ, ਫਿਰ ਆਪਣਾ ਬੰਦਾ ਭਾਈ ਤੁਹਾਡਾ ਕਮੇਟੀ 'ਚ, ਉਹਨੂੰ ਕਰੋ ਕਿ ਸਹੀ ਪੱਖ ਪੇਸ਼ ਕਰੇ, ਹੈ ਨਾ। ਇਹਦੇ 'ਚ ਕਾਂਗਰਸ ਦਾ ਵੀ ਘਟਾਓ ਹੈ ਭੁਪਿੰਦਰ ਸਿੰਘ ਮਾਨ ਦੇ ਕਮੇਟੀ ਮੈਂਬਰ ਬਣਨ ਦੇ ਵਿੱਚ। ਦੂਜਾ ਅਨਿਲ ਧਨਖੜ, ਇਹ ਖੇਤੀ ਕਾਨੂੰਨਾਂ ਦੇ ਹੱਕ 'ਚ ਇਹ ਜਨਾਬ ਪਹਿਲਾਂ ਵੀ ਬੋਲ ਚੁੱਕੇ ਨੇ। ਇਹ ਕਹਿੰਦੇ ਬੜਾ ਫਾਇਦਾ ਹੋਏਗਾ, ਪਿੰਡਾਂ 'ਚ ਕੋਲਡ ਸਟੋਰ ਖੋਲ੍ਹਣਗੇ, ਇਹ ਹੋਊ ਬੇ ਹੋਊ, ਜੇ ਕਹਿੰਦੇ ਸਰਕਾਰ ਕਾਨੂੰਨ ਵਾਪਸ ਲੈਂਦੀ ਹੈ ਤਾਂ ਕਿਸਾਨਾਂ ਦਾ ਬੜਾ ਨੁਕਸਾਨ ਹੋਏਗਾ। ਇਹ ਅਨਿਲ ਧਨਖੜ ਕਹਿੰਦੇ ਨੇ, ਧਨ ਵੱਟਣ ਵਾਲੇ, ਸ਼ਾਇਦ ਉਸ ਤੋਂ ਧਨਵਟ ਨਾ ਪਿਆ ਹੋਵੇ, ਕਿਉਂਕਿ ਜਿਹੜੇ ਗੋਤ ਹੁੰਦੇ ਨੇ ਨਾ, ਇਹ ਗੋਤ ਠੀਕ ਹੈ ਜਾਤ ਵਿਸ਼ੇਸ਼ ਕਮਿਊਨਿਟੀ ਨਾਲ ਜੁੜ ਜਾਂਦੇ ਨੇ, ਪਰ ਇਹ ਗੋਤ ਰੱਖਣ ਦਾ ਵੀ ਇੱਕ ਖਾਸ ਮਾਨਾ ਹੁੰਦਾ ਹੈ ਕਿ ਇਹ ਗੋਤ ਕੀ ਨੇ। ਹੈ ਇਹ ਇੱਕ ਸੋਸ਼ਲ ਸਿਸਟਮ, ਪਰ ਅਸੀਂ ਇਸ ਨੂੰ ਰਿਲੀਜੀਅਸ ਸਿਸਟਮ ਬਣਾ ਲਿਆ। ਮੇਰੇ ਇੱਕ ਦੋਸਤ ਨੇ, ਅਕੀਦਾ ਸਾਹਿਬ ਹੋਰਾਂ ਦਾ ਵੀ ਗੋਤ ਹੈ ਨਾ, ਜਿਹੜਾ ਇੱਕ ਗਗਨਦੀਪ ਨੇ ਐਡਵੋਕੇਟ ਅਤੇ ਗੁਰਨਾਮ ਸਿੰਘ ਅਕੀਦਾ, ਇਹਨਾਂ ਦਾ ਵੀ ਜਿਹੜਾ ਗੋਤ ਹੈ ਨਾ ਉਹ ਘੀ ਅੜੇ ਆ। ਮੰਨ ਲਓ ਇਹਨਾਂ ਦੇ ਜਿਹੜੇ ਪੁਰਖੇ ਸੀਗੇ ਉਹ ਮੱਝਾਂ ਦਾ ਘਿਓ ਵੇਚ ਕੇ ਆਪਣਾ ਰੁਜ਼ਗਾਰ ਚਲਾਉਂਦੇ ਸੀਗੇ। ਇਹ ਬਿਜ਼ਨਸ ਸੀਗਾ ਇੱਕ ਉਹਨਾਂ ਕਮਿਊਨਿਟੀ ਦੇ ਲੋਕਾਂ ਦਾ, ਘੀ ਅੜੇ, ਘਿਓ ਤੋਂ ਮਤਲਬ ਇਹਨਾਂ ਦਾ ਗੋਤ ਘੀ ਅੜੇ ਬਣ ਗਿਆ, ਹੈ ਨਾ। ਇੱਦਾਂ ਇਹ ਚੀਜ਼ਾਂ ਹਰ ਗੋਤ ਬਣਦੀਆਂ ਨੇ। ਇਸੇ ਤਰ੍ਹਾਂ ਅਸ਼ੋਕ ਗੁਲਾਟੀ ਸਾਹਿਬ ਨੇ, ਜਿਹੜੇ ਅਰਥ ਸ਼ਾਸਤਰੀ ਨੇ, ਇਹ ਨੀਤੀ ਆਯੋਗ ਦੇ ਵਿੱਚ ਕੰਮ ਕਰਨ ਵਾਲੀ ਐਗਰੀਕਲਚਰ ਟਾਸਕ ਫੋਰਸ ਦੇ ਮੈਂਬਰ ਨੇ, ਅਤੇ ਇਹਨਾਂ ਦੇ ਹਾਲੀਆ ਇੰਟਰਵਿਊ ਦੇ ਵਿੱਚ ਵੀ ਇਹਨਾਂ ਨੇ ਕਿਸਾਨਾਂ ਦੇ ਵਾਸਤੇ ਇਸ ਕਾਨੂੰਨ ਨੂੰ ਲਾਹੇਵੰਦ ਦੱਸਿਆ ਸੀ। ਅਤੇ ਚੌਥੇ ਪ੍ਰਮੋਦ ਜੋਸ਼ੀ, ਜਿਹੜੇ ਵਿਗਿਆਨਕ ਨੇ, ਇਹ ਵੀ ਆਪਣੇ ਲੇਖਾਂ ਦੇ ਵਿੱਚ ਇਸ ਕਾਨੂੰਨ ਦਾ ਬੜਾ ਫਾਇਦਾ ਅਤੇ ਲਾਹਾ ਗਿਣਾ ਚੁੱਕੇ ਨੇ। ਪਰ ਜਿਵੇਂ ਬਾਈ ਜੀ ਕੁਲਜਿੰਦਰ ਸਿੰਘ ਜ਼ਿਕਰ ਕਰਕੇ ਗਏ ਨੇ ਨਾ ਕਿ ਖੁਦਕੁਸ਼ੀਆਂ ਦਾ ਸਿਲਸਿਲਾ ਵੱਧ ਰਿਹਾ। ਜੇ ਇਹਨਾਂ ਖੁਦਕੁਸ਼ੀਆਂ ਦੀ ਆਲੋਚਨਾ ਨਹੀਂ ਹੋਈ ਤਾਂ ਬਹੁਤ ਬੰਦੇ ਨੇ ਜਿਹੜੇ ਖੁਦਕੁਸ਼ੀਆਂ ਕਰਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰਨਗੇ। ਕਈਆਂ ਨੂੰ ਮੇਰੀ ਗੱਲ ਬੁਰੀ ਲੱਗਣੀ ਹੈ ਕਿ ਯਾਰ ਮੌਤ ਨੂੰ ਵੀ ਭੰਡਦਾ, ਪਰ ਮੌਤ ਜਿਹੜੀ ਜ਼ਿੰਦਗੀ ਹੈ ਨਾ, ਇਹ ਤੁਹਾਡੀ ਨਹੀਂ, ਇਹ ਉਸ ਪਰਵਤਗਾਰ ਦੀ ਇਮਾਨਤ ਹੈ। ਤੁਹਾਨੂੰ ਕੋਈ ਹੱਕ ਨਹੀਂ, ਨਾ ਕਾਨੂੰਨ ਹੱਕ ਦਿੰਦਾ, ਨਾ ਧਰਮ ਹੱਕ ਦਿੰਦਾ ਕਿ ਤੁਸੀਂ ਇਸ ਜ਼ਿੰਦਗੀ ਨੂੰ ਖ਼ਤਮ ਕਰੋ। ਸੋ ਇਹ ਧਰਮ ਨੂੰ ਵੀ ਧੋਖਾ ਅਤੇ ਉਸ ਪਰਿਵਾਰ ਨੂੰ ਵੀ ਧੋਖਾ ਜਿਸ ਦੇ ਤੁਸੀਂ ਮੈਂਬਰ ਹੋ। ਤੁਸੀਂ ਮਰ ਜਾਂਦੇ ਹੋ 1-2 ਸੈਕਿੰਡ ਦਾ ਦਰਦ ਸਹਿ ਕੇ, ਸਲਫਾਸ ਤਾਂ ਮਿੰਟ 'ਚ ਖ਼ਤਮ ਕਰ ਦਿੰਦੀ ਹੈ, ਪਰ ਜਿਹੜੀਆਂ ਤੁਹਾਡੀਆਂ ਵਿਧਵਾਵਾਂ, ਤੁਹਾਡੇ ਬੱਚੇ ਦਰ ਠੋਕਰਾਂ ਖਾਂਦੇ ਨੇ, ਉਹ ਠੋਕਰਾਂ ਦੇ ਵਾਸਤੇ ਸਿਸਟਮ ਨਹੀਂ, ਤੁਸੀਂ ਜ਼ਿਆਦਾ ਜ਼ਿੰਮੇਵਾਰ ਹੋ। ਹੁਣ ਹੋਰ ਨਹੀਂ, ਚਲੋ ਠੀਕ ਹੈ ਗਰੀਬੀ ਆ ਗਈ, ਜੇ ਬੰਦਾ ਜ਼ਮੀਨ ਵਿਕ ਗਈ, ਸਾਰਾ ਕੁਛ ਕਰ ਗਿਆ, ਜਿਹੜਾ ਬੰਦਾ ਹੁਣ ਜਿਵੇਂ ਸੁੱਚਾ ਸਿੰਘ ਨਾਂ ਆ, 65 ਸਾਲ ਦਾ, ਸੁਸਾਈਡ ਕਰ ਗਿਆ ਪਠਾਨਕੋਟ ਦੇ ਟੋਲ ਪਲਾਜ਼ੇ 'ਤੇ। ਇਸ ਦਾ ਨਾਂ ਖੋਖਰ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ, ਬਿਜਲੀ ਵਿਭਾਗ ਦੇ ਵਿੱਚੋਂ ਰਿਟਾਇਰਡ ਹੈ। ਹਸਪਤਾਲ ਪਹੁੰਚਾਇਆ ਗਿਆ ਜਿੱਥੇ ਰਾਤ 8 ਵਜੇ ਉਸ ਦੀ ਮੌਤ ਹੋ ਗਈ ਹੈ। ਹੁਣ ਇਹ ਜਿਹੜਾ ਇਸ ਦੇ ਬਾਰੇ ਦੱਸਿਆ ਕਿਸਾਨ ਨੇਤਾ ਰੂਪ ਸਿੰਘ ਹੋਰਾਂ ਨੇ ਕਿ ਸੁੱਚਾ ਸਿੰਘ ਨੇ ਜ਼ਹਿਰ ਖਾਣ ਤੋਂ ਬਾਅਦ ਕਿਹਾ ਸੀ ਕਿ ਅਗਰ ਮੋਦੀ ਸਾਹਿਬ ਕ੍ਰਿਸ਼ੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਉਹ ਆਪਣੀ ਇਸ ਦੇ ਰੋਸ ਦੇ ਵਿੱਚ ਜਾਨ ਦੇ ਰਹੇ ਨੇ। ਮੋਦੀ ਨੂੰ ਕੀ ਫਰਕ ਪੈਂਦਾ? ਹੁਣ 65 ਸਾਲ ਉਮਰ ਹੈ, ਬਿਜਲੀ ਬੋਰਡ ਦਾ ਰਿਟਾਇਰਡ ਮੁਲਾਜ਼ਮ ਹੈ, ਪੈਨਸ਼ਨ ਵੀ ਹੋਏਗੀ 5-10 ਹਜ਼ਾਰ। ਜੇ 10 ਹਜ਼ਾਰ ਪੈਨਸ਼ਨ ਹੈ, ਜਦੋਂ ਉਹਦੀ ਡੈਥ ਹੋ ਗਈ ਇਹਦੀ ਵਾਈਫ ਨੂੰ, ਵਿਡੋ ਨੂੰ 5 ਮਿਲੇਗੀ। ਬਹੁਤ ਵੱਡਾ ਨੁਕਸਾਨ ਇਹ ਲੋਕ ਕਰ ਰਹੇ ਨੇ ਪਰਿਵਾਰ ਦਾ। ਇਹ ਡਿਪਰੈਸ਼ਨ ਹੈ, ਬਿਮਾਰੀ ਹੈ। ਇਸ ਨੂੰ ਸ਼ਹਾਦਤ ਦਾ ਦਰਜਾ ਜੇ ਅਸੀਂ ਦਿੰਦੇ ਹਾਂ ਤਾਂ ਪੀਪਲੀ ਲੈਬ ਹੋਵੇਗਾ, ਹਰ ਬੰਦਾ ਕੋਸ਼ਿਸ਼ ਕਰੇਗਾ ਕਿ ਮੈਂ ਵੀ ਸ਼ਹੀਦ ਬਣਾ। ਇਸ ਕਰਕੇ ਮੈਂ ਵੀ ਇਸ ਗੱਲ ਦਾ ਧਾਰਨੀ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਸੁਸਾਈਡ ਕਰਦੇ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ। ਕਿਉਂਕਿ ਹੁੰਦਾ ਕੀ ਹੈ, ਅਸੀਂ ਤਾਂ ਜ਼ਮੀਨੀ ਹਕੀਕਤਾਂ ਵੇਖਦੇ ਹਾਂ। ਜਦੋਂ ਕੋਈ ਕਿਸਾਨ ਇੱਦਾਂ ਸੁਸਾਈਡ ਕਰਦਾ ਹੈ, ਬਹੁਤ ਸਾਰੇ ਸੁਸਾਈਡ ਨੂੰ ਕਰਜ਼ੇ ਨਾਲ ਜੋੜ ਦਿੱਤਾ ਜਾਂਦਾ ਕਿ ਕਰਜ਼ੇ ਕਾਰਨ ਸੁਸਾਈਡ ਕਰ ਗਿਆ। ਕਾਰਨ ਘਰੇਲੂ ਹੁੰਦੇ ਨੇ। ਘਰੇਲੂ ਕਾਰਨਾਂ ਕਰਕੇ ਇਸ ਨੂੰ ਖੇਤੀ ਦੇ
ਖਾਤੇ ਪਾ ਦਿੱਤਾ ਜਾਂਦਾ ਹੈ। ਗੱਲ ਪੁਲਿਸ ਕੋਲ ਆਉਂਦੀ ਹੈ ਅਤੇ ਉਹ ਜਾਂ ਫਿਰ ਮੀਡੀਆ ਕੋਲ ਆਉਂਦੀ ਹੈ ਅਤੇ ਫਿਰ ਉੱਥੇ ਕਹਿ ਦਿੱਤਾ ਜਾਂਦਾ ਯਾਰ ਤੁਸੀਂ ਨਾ ਲਿਖੋ, ਜੇ ਤੁਸੀਂ ਲਿਖ ਦਿੱਤਾ ਕਿ ਘਰੇਲੂ ਕਲੇਸ਼ ਕਾਰਨ ਜਾਨ ਗਈ ਹੈ, ਪਰਿਵਾਰ ਨੂੰ ਮੁਆਵਜ਼ਾ 2.5 ਲੱਖ ਜਿਹੜਾ ਮਿਲਦਾ ਨਹੀਂ ਮਿਲਣਾ। ਸੋ ਇਹ ਸਰਕਾਰ ਦੇ ਪੈਸੇ ਲੁੱਟਣ ਦਾ ਜੁਗਾੜ ਬਣ ਜਾਂਦਾ ਹੈ। ਇਹਦੇ ਨਾਲ ਨੁਕਸਾਨ ਇਹ ਹੈ ਕਿ ਚਲੋ 2.5 ਲੱਖ ਗਿਆ, ਸਰਕਾਰ ਨੂੰ ਤਾਂ ਕੀ ਫਰਕ ਪੈਂਦਾ, ਉੱਥੇ ਹੋਰ ਬਥੇਰੇ ਖਾਈ ਜਾਂਦੇ ਨੇ, ਪਰ ਇਹਦੇ ਨਾਲ ਸੁਸਾਈਡ ਰੇਟ ਵੱਧਦਾ ਹੈ। ਹਰ ਬੰਦਾ ਕਹਿੰਦਾ ਯਾਰ ਮਰ ਜਾਓ 2.5 ਲੱਖ ਮਿਲ ਜੂ, ਹੈ ਨਾ। ਇਸ ਕਰਕੇ ਇਸ ਦੀ ਜਿਹੜੀ ਨਗਰ ਆਲੋਚਨਾ ਹੋਣੀ ਚਾਹੀਦੀ ਹੈ। ਆਤਮਘਾਤੀ ਸੋ ਮਹਾਪਾਪੀ, ਜੇ ਸਾਡੇ ਧਰਮ ਦੇ ਵਿੱਚ ਜਿਹੜੀਆਂ ਸਤੀ ਨੂੰ ਦੇਵੀ ਦਾ ਰੂਪ ਦਿੱਤਾ ਗਿਆ, ਅੱਜ ਸਤੀਆਂ ਪੂਜੀਆਂ ਜਾਂਦੀਆਂ ਨੇ। ਸਾਡੇ ਟਿਵਾਣਿਆਂ ਦੇ ਵੀ ਹੈ, ਟੌੜਾ ਪਿੰਡ ਦੇ ਵਿੱਚ ਭੂਆ ਸਤੀ ਬਥੇਰੇ ਪੂਜਦੇ ਨੇ। ਅਸੀਂ ਵੀ ਬਚਪਨ 'ਚ ਪਤਾ ਨਹੀਂ 1-2 ਵਾਰੀ ਗਏ ਹੋਵਾਂਗੇ, ਸਕੂਲ ਸੀ ਨੇੜੇ, ਉੱਥੇ ਮੱਥਾ ਟੇਕਣ ਗਏ, ਭੋਗ ਮਿਲ ਜਾਂਦਾ ਸੀ, ਚਲੇ ਜਾਂਦੇ ਸੀਗੇ। ਅਤੇ ਉਹ ਸਤੀ ਦੇ ਕੀ ਵਾਪਰਿਆ, ਉਸ ਨੂੰ ਜਿਉਂਦੀ ਨੂੰ ਸਾੜ ਦਿੱਤਾ ਗਿਆ, ਸ਼ਹੀਦ ਬਣਾ ਦਿੱਤਾ ਗਿਆ, ਦੇਵੀ ਬਣਾ ਦਿੱਤਾ ਗਿਆ, ਭੂਆ ਸਤੀ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਸੰਥਾਰਾ ਹੈ ਜੈਨ ਧਰਮ ਦੇ ਵਿੱਚ, ਉਹ ਵੀ ਅੰਨ ਪਾਣੀ ਤਿਆਗ ਦਿੰਦੇ, ਸੰਥਾਰਾ ਵੀ ਬੈਨ ਹੋਇਆ, ਸਤੀ ਵੀ ਬੈਨ ਹੈ। ਗੁਰੂ ਅਮਰਦਾਸ ਮਹਾਰਾਜ ਨੇ ਤਾਂ ਸਤੀ ਦੇ ਅਸਲ ਮਾਨੇ ਵੀ ਸਮਝਾਏ ਨੇ। ਖੈਰ, ਉਧਰ ਅਮਰੀਕਾ ਦੀ ਗੱਲ ਕਰੀਏ, ਮਹਾਯੋਗ ਦਾ ਵੱਡਾ ਫੈਸਲਾ ਆ ਗਿਆ ਕਿ ਜੋ ਬਾਈਡਨ ਦੇ ਸਹੁੰ ਲੈਣ ਤੋਂ ਪਹਿਲਾਂ ਟਰੰਪ ਦੀ ਵਾਸ਼ਿੰਗਟਨ ਸਟੇਟ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ, ਜੋ ਕਿ 24 ਜਨਵਰੀ ਤੱਕ ਜਾਰੀ ਰਹੇਗੀ, ਕਿਉਂਕਿ ਟਰੰਪ ਦਾ ਟੋਲਾ ਵੀ ਜਿਹੜਾ ਉਹ ਟਿਕਦਾ ਨਹੀਂ ਹੈ, ਉਹ ਵੀ ਇੱਕੀ ਭਲਾ ਹੀ ਹੱਥ ਮਾਰਦਾ। ਸੋ ਇਸ ਕਰਕੇ ਉੱਥੇ ਐਮਰਜੈਂਸੀ ਲਗਾ ਦਿੱਤੀ ਹੈ। ਸੋ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਕੋਵਿਡ ਦੀ ਜਿਹੜੀ ਕੋਵਿਡਸ਼ੀਲਡ ਦਵਾਈ ਹੈ, ਉਸ ਦੀ ਖੇਪ ਪਹੁੰਚ ਗਈ ਹੈ। ਸੋ ਪੰਜਾਬ ਦੇ ਵਿੱਚ 18 ਡੱਬੇ ਇਹ ਦਵਾਈ ਪਹੁੰਚੀ ਹੈ, ਜਿਸ ਦੇ ਵਿੱਚ 1,24,000 ਵੈਕਸੀਨ ਦੇ ਡੋਜ਼ ਨੇ। ਸੋ 4 ਰੀਜਨਲ ਸੈਂਟਰਾਂ 'ਤੇ ਇਸ ਨੂੰ ਪਹੁੰਚਾਇਆ ਗਿਆ। ਸਰਕਾਰ ਨੇ ਇਸ ਵੈਕਸੀਨ ਦੀ ਕੀਮਤ ਹੈ ਜਿਹੜੀ 200 ਰੁਪਏ ਰੱਖੀ ਹੈ, ਹਾਲਾਂਕਿ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 1,000 ਰੁਪਏ ਹੈ। ਅਤੇ ਇਸ ਸੰਬੰਧੀ ਜਿਹੜੇ ਪਹਿਲਾਂ ਗੁਆਂਢੀ ਦੇਸ਼ਾਂ ਦੇ ਵਿੱਚ ਇਹ ਖੁੱਲ੍ਹੇ ਬਾਜ਼ਾਰ ਦੇ ਵਿੱਚ ਸੀ, ਇਸ ਦੌਰਾਨ ਇਹ ਵੀ ਖਬਰ ਹੈ ਕਿ ਇਹ ਵੈਕਸੀਨ ਦੇਸ਼ ਤੋਂ ਬਾਅਦ ਗੁਆਂਢੀ ਦੇਸ਼ਾਂ ਦੇ ਵਿੱਚ ਵੀ ਉਪਲਬਧ ਕਰਾਈ ਜਾਵੇਗੀ, ਤਾਂ ਕਿ ਉੱਥੋਂ ਦੇ ਲੋਕ ਵੀ ਇਸ ਦਾ ਇਸਤੇਮਾਲ ਕਰ ਸਕਣ। ਸੋ ਭਾਰਤ ਦੇ ਨਾਲ ਨਾਲ ਬੰਗਲਾਦੇਸ਼, ਨੇਪਾਲ, ਭੂਟਾਨ, ਸ਼੍ਰੀਲੰਕਾ, ਮਿਆਂਮਾਰ, ਅਫਗਾਨਿਸਤਾਨ ਦਾ ਨਾਂ ਉਹਨਾਂ ਮੋਹਰੀ ਦੇਸ਼ਾਂ 'ਚ ਹੈ ਜਿੱਥੇ ਇਹ ਦਵਾਈ ਪਹੁੰਚਾਈ ਜਾਵੇਗੀ। ਅਤੇ ਲਓ ਇੱਕ ਅੱਧਾ ਗੀਤ ਸੁਣਾਉਂਦੇ ਤੁਹਾਨੂੰ, ਉਸ ਤੋਂ ਬਾਅਦ ਫਿਰ ਹੋਰ ਕੁਝ ਮਹਿਮਾਨਾਂ ਨਾਲ ਵੀ ਜੋੜਾਂਗੇ ਅਤੇ ਕੁਝ ਹੋਰ ਇਨਫੋਰਮੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗੇ। ਅਤੇ ਤੁਸੀਂ ਕਾਲ ਕਰਨੀ ਹੈ 98-763-09655 'ਤੇ, ਅਤੇ ਆਪ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਰਹੇਗਾ। ਲਓ ਦੋਸਤੋ, ਤੁਸੀਂ ਸੁਣ ਰਹੇ ਸੀ ਰੰਗੀਲਾ ਅਤੇ ਸੁਰਿੰਦਰ ਕੌਰ ਹੋਰਾਂ ਨੂੰ। ਭਾਂਡੇ ਵੈਸੇ ਕਲੀ ਕਰਾ ਲੈਣੇ ਚਾਹੀਦੇ ਆ, ਅੱਜ ਕੱਲ੍ਹ ਟਰੈਂਡ ਬਦਲੇ ਨੇ, ਰਿਵਾਜ ਬਦਲੇ ਨੇ। ਉਹੀ ਪਿੱਤਲ, ਤਾਂਬੇ, ਕਾਂਸੀ ਦੇ ਭਾਂਡੇ ਮੁੜ ਕੇ ਸਾਡੀਆਂ ਰਸੋਈਆਂ ਦੇ ਵਿੱਚ ਆ ਗਏ ਨੇ। ਪਹਿਲਾਂ ਸਾਡੀਆਂ ਬੇਬਿਆਂ ਨੇ, ਤਾਈਆਂ, ਚਾਚੀਆਂ ਨੇ ਬੜੇ ਸਸਤੇ ਰੇਟ 'ਤੇ ਪਿੱਤਲ ਚੁਕਾ ਦਿੱਤਾ ਸੀ ਘਰਾਂ 'ਚੋਂ ਸਟੀਲ ਦੇ ਚੱਕਰਾਂ 'ਚ, ਪਰ ਹੁਣ ਜਦੋਂ ਰਵਾਇਤੀ ਧਾਤਾਂ ਨੇ ਜ਼ੋਰ ਫੜਿਆ, ਪਤਾ ਲੱਗਿਆ, ਮਨੁੱਖ ਸਿਆਣਾ ਹੋਇਆ, ਉਹ ਪੁਰਾਣੀਆਂ ਜਿਹੜੀਆਂ ਪੱਧਤੀਆਂ ਨੇ, ਆਯੁਰਵੇਦ, ਕੁਦਰਤੀ ਇਲਾਜ ਪ੍ਰਣਾਲੀਆਂ ਵੱਲ ਨੂੰ ਜੁੜਿਆ, ਤਾਂ ਪਿੱਤਲ ਜਿਹੜਾ ਹੈਗਾ ਉਹਦੀ ਕੀਮਤ ਬਹੁਤ ਹੋ ਗਈ ਹੈ। ਸੋ ਕਲੀ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ ਪਿੱਤਲ ਦੇ, ਤਾਂਬੇ, ਕਾਂਸੇ ਦੇ ਭਾਂਡੇ ਨੇ ਜਿਹੜੇ, ਉਹ ਕਸ਼ਮੀਰ ਦੇ ਲੋਕ ਵਰਤਦੇ ਨੇ। ਕੁਕਿੰਗ ਦਾ ਅਗਰ ਅਸਲ ਸਵਾਦ ਲੈਣਾ ਤਾਂ ਤੁਸੀਂ ਇਹਨਾਂ ਭਾਂਡਿਆਂ 'ਚ ਬਣਿਆ ਖਾਣਾ ਵੇਖ ਲਓ। ਕਪਤਾਨ ਸਾਹਿਬ ਦੀਆਂ ਕਈ ਫੋਟੋਆਂ ਹੁੰਦੀਆਂ ਨੇ, ਉਹ ਵੀ ਇਸ ਤਰ੍ਹਾਂ ਦੇ ਕੜਛੇ ਘੁਮਾਉਂਦੇ ਹੁੰਦੇ ਆ। ਜਿਹੜੇ ਪੰਜਾਬ ਦੇ ਵਿੱਚ ਕਲੀ ਕਰਨ ਵਾਲੇ ਰਵਾਇਤੀ ਲੋਕ ਸੀਗੇ, ਉਹ ਪੰਜਾਬ ਦੇ ਵਿੱਚੋਂ ਆਪਣਾ ਜਿਹੜਾ ਬੋਰੀ ਬਿਸਤਰ ਗੋਲ ਕਰ ਗਏ ਨੇ। ਇਸ ਤਰ੍ਹਾਂ ਰੰਗੀਲੇ ਹੋਰੀ ਭਾਂਡੇ ਕਲੀ ਕਰਨ ਵਾਲੇ ਬਹੁਤ ਘੱਟ ਲੱਭਦੇ ਨੇ। ਹੁਣ ਥੋੜ੍ਹਾ ਸ਼ੁਰੂਆਤ ਹੋਈ ਹੈ, ਕਿਉਂਕਿ ਅਸੀਂ ਉਹ ਸਿਸਟਮ ਬੰਦ ਕਰ ਦਿੱਤਾ। ਸਭ ਤੋਂ ਜ਼ਿਆਦਾ ਪਿੱਤਲ ਦੇ ਭਾਂਡੇ ਯੂਪੀ ਦੇ ਮੁਰਾਦਾਬਾਦ ਸ਼ਹਿਰ ਦੇ ਵਿੱਚ ਬਣਦੇ ਨੇ। ਇਹਨਾਂ ਦੀ ਜ਼ਿਆਦਾ ਖਪਤ ਕਸ਼ਮੀਰ ਦੇ ਵਿੱਚ ਹੈ। ਅਤੇ ਪੰਜਾਬ ਦੇ ਜਿਹੜੇ ਕਲੀ ਕਰਨ ਵਾਲੇ ਕੁਛ ਲੋਕ ਨੇ, ਉਹ ਗਰਮੀਆਂ ਦੀਆਂ ਛੁੱਟੀਆਂ ਕਸ਼ਮੀਰ, ਸ਼੍ਰੀਨਗਰ, ਲੇਹ ਲਦਾਖ ਦੇ ਵਿੱਚ ਬਤੀਤ ਕਰਦੇ ਨੇ ਆਪਣੇ ਰੁਜ਼ਗਾਰ ਦੀ ਬਿਨਾਂ 'ਤੇ। ਹਾਲਾਂਕਿ ਮੇਰੇ ਵਰਗੇ ਜਾਂ ਹੋਰ ਪਤਾ ਨਹੀਂ ਕਿੰਨੇ ਮਾਤੜੇ ਨੇ ਜਿਨ੍ਹਾਂ ਨੂੰ ਕਸ਼ਮੀਰ ਦਾ ਸਿਰਫ ਸੁਪਨਾ ਹੀ ਆਉਂਦਾ, ਉਹ ਵੇਖ ਨਹੀਂ ਸਕਦੇ ਜਾਂ ਉਹਨਾਂ ਦੀ ਪਹੁੰਚ ਨਹੀਂ ਹੁੰਦੀ। ਅਤੇ ਇਹ ਕਸ਼ਮੀਰ ਜਿਹੜਾ ਧਰਤੀ 'ਤੇ ਸਵਰਗ ਹੈ, ਇਸ ਦਾ ਲੁਤਫ ਇਹ ਰੰਗੀਲੇ ਹੋਣੀ ਲੈਂਦੇ ਨੇ। ਕਹਿੰਦਾ ਪਾਸਪੋਰਟ ਦਿਖਲਾਵਾਂ, ਇੰਨੀਆਂ ਮੋਹਰਾਂ ਲੱਗੀਆਂ ਨੇ, ਪਰ ਮੈਂ ਨਹੀਂ ਜਾਂਦਾ, ਰਵਾਂਗਾ ਇੱਥੇ। ਉਹਨਾਂ ਨੇ ਆਪਣੇ ਰੁਜ਼ਗਾਰ ਨੂੰ ਸ਼ਿਫਟ ਕੀਤਾ। ਸੋ ਗਰਮੀਆਂ ਦੇ ਮੌਸਮ ਦੇ ਵਿੱਚ ਇਹ ਸਾਰੇ ਕਲੀ ਕਰਨ ਵਾਲੇ ਪੰਜਾਬ ਦੇ ਲੋਕ ਕਸ਼ਮੀਰ ਚਲੇ ਜਾਂਦੇ ਨੇ।
ਉੱਥੇ 4-6 ਮਹੀਨੇ ਰਹਿੰਦੇ ਨੇ। ਨਾਲੇ ਤਾਂ ਉੱਥੇ ਭਾਂਡੇ ਕਲੀ ਕਰਦੇ ਨੇ ਅਤੇ ਨਾਲੇ ਸੋਹਣਾ ਨਜ਼ਾਰਾ ਜਿਹੜਾ ਗਰਮੀਆਂ ਉੱਥੇ ਕੱਟਦੇ ਨੇ। ਸਿਆਲ 'ਚ ਫਿਰ ਇੱਧਰ ਆ ਜਾਂਦੇ ਨੇ। ਜਾਣੀ ਕਿ ਰਵਾਇਤੀ ਭਾਂਡਿਆਂ ਨੂੰ ਕਲੀ ਕਰਨ ਦਾ ਰੁਜ਼ਗਾਰ ਭਾਵੇਂ ਘਟ ਗਿਆ, ਪਰ ਜਿੰਨੇ ਲੋਕ ਅਜੇ ਵੀ ਕਰਦੇ ਨੇ ਉਹ ਆਪਣੀਆਂ ਗਰਮੀਆਂ ਸਾਰੀਆਂ ਦੀਆਂ ਸਾਰੀਆਂ ਨਾ ਕਰਸਾਂ ਕਸ਼ਮੀਰ 'ਚ ਬਿਤਾਉਂਦੇ ਨੇ ਆਪਣੇ ਇਸ ਰਵਾਇਤੀ ਪ੍ਰਸ਼ਾਸਨ ਦੀ ਬਣਾ 'ਤੇ। ਇਸ ਵਕਤ ਆਸਟ੍ਰੇਲੀਆ ਤੋਂ ਬਲਦੇਵ ਜੌਲ ਜੁੜ ਚੁੱਕੇ ਨੇ। ਜੌਲ ਸਾਹਿਬ ਸਵਾਗਤ ਹੈ। ਜੌਲ ਸਾਹਿਬ ਤੁਹਾਨੂੰ ਤੇ ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੋ ਵੀ ਸੁਣ ਰਹੇ ਨੇ, ਧੰਨਵਾਦ। ਮੈਂ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ, ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਜੀ ਬਾਂਦਰ ਨੂੰ ਦੇਖ ਕੇ ਜੱਜ ਨੇ ਫੈਸਲਾ ਬਦਲਤਾ ਸੀ ਜੀ। ਮਹੇਸ਼ ਮੈਂ ਜਿੱਦਾਂ ਹੀ ਸੋਚੀ ਨਾ ਉਹ ਇੱਕ ਬਾਂਦਰ ਨੂੰ ਦੇਖ ਕੇ ਫੈਸਲਾ ਬਦਲ ਗਿਆ। ਹੁਣ ਤਾਂ ਦੋ ਬੈਠੇ ਨੇ ਵੀ ਇਕੱਠੇ ਜੀ ਘਰ ਚਲੋ। ਹਾਂਜੀ, ਦੋ ਇਕੱਠੇ ਬਾਂਦਰ ਉੱਪਰ ਬੈਠੇ ਦੇਖਦੇ ਨੇ ਤੇ ਉਹਨਾਂ ਨੇ ਫੈਸਲਾ ਆਪਣੀ ਮਰਜ਼ੀ ਨਾਲ ਕਰਵਾਉਣਾ ਵੀ ਅਦਾਲਤ ਤੋਂ ਜੋ ਵੀ ਚਾਹੁੰਦੇ ਆ। ਤੇ ਬਾਕੀ ਹੁਣ ਦੇਖ ਲਓ ਤੁਸੀਂ ਕਮੇਟੀ ਦੇ ਮੈਂਬਰ ਜਿਹੜੇ ਬਣੇ ਆ ਤੇ ਉਹ ਤਾਂ ਹੁਣ ਫਿਰ ਦੇਖ ਹੀ ਰਿਹਾ ਜੀ ਕੀ ਫੈਸਲਾ ਕਰਨਾ ਉਹਨਾਂ ਨੇ। ਕਮੇਟੀ ਜਿੱਦਾਂ ਕਿ ਉਹਨਾਂ ਨੇ ਚੁਣੀ ਆ। ਮੇਰੇ ਇੱਕ ਗੱਲ ਯਾਦ ਆ ਜੀ ਟਿਵਾਣਾ ਸਾਹਿਬ, ਜਦੋਂ ਛੋਟੇ ਹੁੰਦੇ ਸੀ ਆਪਾਂ ਆਪਣੇ ਪਿੰਡਾਂ ਦੇ ਵਿੱਚ ਕਈ ਆਪਣੀਆਂ ਚਾਚੀਆਂ ਤਾਈਆਂ ਨਾਲ ਘਰਾਂ ਤੋਂ ਏਦਾਂ ਦੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਜਵਾਬ ਨਹੀਂ, ਜਦੋਂ ਸ਼ਰਾਰਤ ਕਰਦੇ ਨਹੀਂ ਲਾਂਭਾ ਆਉਣਾ ਘਰੇ ਤਾਂ ਉਹਨਾਂ ਨੇ ਪਹਿਲੇ ਆਪਦੇ ਜਵਾਬ ਨਹੀਂ ਕਹਿਣਾ ਵੀ ਤੈਨੂੰ ਉਹਨਾਂ ਦੇ ਸਾਹਮਣੇ ਮੈਂ ਘੂਰੂ ਵੀ ਚੁੱਪ ਕਰਕੇ ਬੈਠਾ ਰਹੀ। ਹਾਂ ਏਦਾਂ ਹੀ ਹੁੰਦਾ ਡਰਾਮਾ। ਉਹੀ ਕੰਮ ਅਦਾਲਤ ਉਹੀ ਕੰਮ ਅਦਾਲਤ ਨੇ ਕਰਿਆ ਜੀ। ਪਹਿਲਾਂ ਸਰਕਾਰ ਨੂੰ ਘੂਰਤਾ, ਤੁਸੀਂ ਕੀ ਕਰ ਰਹੇ ਹੋ, ਕਿਵੇਂ ਕਰ ਰਹੇ ਹੋ। ਆਪਣੇ ਬੰਦੇ ਪੋਸਟਾਂ ਵੀ ਪਾਉਣ ਲੱਗ ਗਏ ਸੀਗੇ ਜੀ ਹਾਈ ਕੋਰਟ ਨੇ ਰੋਕ ਲਾਤੀ ਜੀ, ਸੁਪਰੀਮ ਕੋਰਟ ਨੇ ਸੌਰੀ ਚੀਫ ਜਸਟਿਸ ਨੇ ਰੋਕ ਲਾਤੀ ਜੀ, ਐਂ ਕਰਤਾ। ਪਹਿਲੇ ਪੋਸਟਾਂ ਦੀ ਗੱਲ ਵੈਸੇ ਹੀ ਨਹੀਂ ਸੁੱਕੀ ਜੀ, ਜਦ ਫਿਰ ਦੂਜਾ ਫੈਸਲਾ ਆ ਗਿਆ। ਤੇ ਇਹ ਤਾਂ ਸਾਰਾ ਫੈਸਲਾ ਜੀ ਹੁਣ ਦੇਖ ਲਓ, ਪਤਾ ਹੀ ਆਪਾਂ ਨੂੰ ਕਿੰਨੀ ਕਿਰਕਰੀ ਹੋ ਰਹੀ ਹੈ ਜੀ। ਕਹੀਏ ਆਪਾਂ ਵੀ ਕਿੰਨੀ ਬਦਨਾਮੀ ਹੋ ਰਹੀ ਹੈ ਜੀ, ਭਾਰਤ ਦੀ ਕਹਿ ਲਓ, ਹਿੰਦੁਸਤਾਨ ਕਹਿ ਲਓ, ਨਾਮ ਲੈਣ ਨਾਲ ਕੋਈ ਫਰਕ ਨਹੀਂ ਪੈਣਾ, ਗੱਲ ਪੱਕੀ ਹੈ। ਤੇ ਕਿੰਨਾ ਸੁਪਰੀਮ ਕੋਰਟ ਦਾ ਵੀ ਜਿਹੜਾ ਮਾਨ ਸਨਮਾਨ ਥੋੜਾ ਬਹੁਤ ਵੀ ਸੀਗਾ ਜੀ, ਵਰਲਡ ਲੈਵਲ ਤੇ ਲਾ ਲਓ ਤੁਸੀਂ ਜੀ, ਕਿੰਨੀ ਬਦਨਾਮੀ ਕਰੀਆਂ ਗਏ ਸੁਪਰੀਮ ਕੋਰਟ ਦੀ। ਕੋਰਟਾਂ ਵੀ ਕੰਟਰੋਲ ਚ ਕਰ ਲਈਆਂ ਜੀ। ਪਹਿਲਾਂ ਤਾਂ ਕਦੇ ਸੀਗੀ ਜਿਵੇਂ ਸੁਪਰੀਮ ਕੋਰਟ ਵੀ ਕਹਿੰਦਾ ਜਾਊ ਕਿੱਥੇ ਜੀ। ਜੀ ਬਸ ਦੂਜੀ ਤੁਸੀਂ ਜਿਹੜੀ ਆਪਣੀ ਗੱਲ ਕਰ ਰਹੇ ਸੀਗੇ ਸੁਸਾਈਡ ਦੀ, ਤੇ ਆਪਾਂ ਅੱਗੇ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਜੀ ਕਿ ਇਹ ਕੋਈ ਬੜਾ ਵਧੀਆ ਹੋ ਰਹੀ ਹੈ, ਉਤਸ਼ਾਹਤ ਨਹੀਂ ਕਰਨਾ ਚਾਹੀਦਾ ਜੀ। ਕੋਈ ਬੰਦੇ ਹੋਰ ਕਰਦੇ ਨਹੀਂ ਤਾਂ ਚੰਗਾ ਕੰਮ ਆ। ਪਹਿਲਾਂ ਉਹ ਬੰਦੇ ਨੇ ਕਰੀ ਉਹਦੀ ਕਿੰਨੀ ਪ੍ਰਸ਼ੰਸਾ ਹੋਈ, ਇਹਨੂੰ ਤਾਂ ਨਿੰਦਣਾ ਹੀ ਚਾਹੀਦਾ ਜੀ। ਮੈਂ ਆਪਾਂ ਅੱਗੇ ਵੀ ਗੱਲ ਕਰੀ ਸੀ ਜੀ, ਇਹ ਕੁਛ ਏਰੀਆ ਹੀ ਹੈ ਜੀ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਦੇ ਆ ਜੀ। ਤੁਸੀਂ ਇਹ ਦੇਖੋ ਵੀ ਇਹ ਇੱਕ ਏਰੀਏ ਦੇ ਵਿੱਚ ਜ਼ਿਆਦਾ ਹੁੰਦੀਆਂ। ਸਾਡਾ ਪਿੰਡ ਜੀ, ਜਿੱਥੋਂ ਤੱਕ ਮੇਰੀ ਨੌਲੇਜ ਹੈ, ਸਾਡੇ ਪਿੰਡ ਵਿੱਚੋਂ ਇੱਕ ਵੀ ਕਿਸਾਨ ਨੇ ਖੁਦਕੁਸ਼ੀ ਨਹੀਂ ਕੀਤੀ। ਨਾਲੇ ਸਾਡੇ ਪਿੰਡਾਂ ਵੱਲ ਜ਼ਮੀਨਾਂ ਵੀ ਬਹੁਤ ਥੋੜੀਆਂ ਨੇ ਜੀ। ਜੀ ਬਿਲਕੁਲ। ਲੈਂਡ ਹੋਲਡਿੰਗ 2-2 2.5 ਕਿੱਲੇ ਲੋਕਾਂ ਕੋਲ। ਅਸਨਾਮ ਵੱਲ ਨੂੰ ਤੁਸੀਂ ਦੇਖ ਲਓ ਵੀ ਲੋਕਾਂ ਕੋਲ ਖੁੱਲੀਆਂ ਜ਼ਮੀਨਾਂ। ਤੇ ਜਦੋਂ ਤੁਸੀਂ ਸੁਣਦੇ ਹੋ ਖਬਰਾਂ ਵੀ ਕਿਸੇ ਸਿਰ 80,000 ਰੁਪਇਆ ਕਰਜ਼ਾ ਸੀ ਜੀ, ਕਿਸੇ ਲੱਖ, 1.5 ਲੱਖ, 2 ਲੱਖ, ਉਹਨਾਂ ਕੋਲ ਇੰਨੀਆਂ ਜ਼ਮੀਨਾਂ ਨੇ ਵੀ ਇਜ਼ਲੀ 1-2 ਵਿੱਗੇ ਵੇਚ ਕੇ ਉਹ ਆਪਣਾ ਕਰਜ਼ਾ ਉਤਾਰ ਸਕਦੇ ਆ। ਪਰ ਨਹੀਂ, ਉਹ ਮਰਨ ਨੂੰ ਪਹਿਲ ਦਿੰਦੇ ਆ ਕਿਉਂਕਿ ਮਰਨਾ ਸੌਖਾ ਜੀ। ਤੇ ਕਿਉਂਕਿ ਲੜਨ ਨਾਲੋਂ ਮਰਨਾ ਸੌਖਾ ਲੱਗਦਾ ਜੀ ਬੰਦੇ ਨੇ, ਤਾਂ ਹੀ ਮਰਦਾ ਜੀ। ਕੰਮ ਤਾਂ ਇਹ ਹੁੰਦਾ ਵੀ ਤੁਸੀਂ ਆਪਣੀ ਜ਼ਿੰਮੇਵਾਰੀਆਂ ਨਿਭਾਓ, ਕੰਮ ਕਰੋ, ਮਿਹਨਤ ਕਰੋ, ਮਿਹਨਤ ਕਰਕੇ ਕਰਜ਼ਾ ਜਿਹੜਾ ਉਹਨੂੰ ਲਾ ਲਓ। ਇਹਦਾ ਕੀ ਪਤਾ ਹੁੰਦਾ ਵੀ ਦਿਨ ਤਾਂ ਚੰਗੇ ਮਾੜੇ ਆਉਂਦੇ ਰਹਿੰਦੇ ਆ। ਬਿਲਕੁਲ ਤਾਂ ਕੋਈ ਪਤਾ ਨਹੀਂ ਕਦੋਂ ਬੰਦੇ ਦੇ ਦਿਨ ਫਿਰ ਜਾਣੇ ਆ, ਮਿਹਨਤ ਕਰਨੀ ਆ, ਕਦੋਂ ਕਿਹੜਾ ਕੰਮ ਠੀਕ ਆ ਜਾਣਾ ਤੁਹਾਡਾ ਵੀ, ਤੁਹਾਡੇ ਦਿਨ ਫਿਰ ਜਾਂਦੇ ਆ ਜੀ। ਤੇ ਬਾਕੀ ਏਦਾਂ ਦਾ ਹੈਗਾ ਜੀ। ਥੈਂਕ ਯੂ ਜੌਲ ਸਾਹਿਬ, ਮਿਹਰਬਾਨੀ। ਤੁਸੀਂ ਜੁੜੇ, ਬਲਦੇਵ ਸਿੰਘ ਜੌਲ ਆਪਣੇ ਨਾਲ ਜੁੜੇ ਸਨ, ਮਿਹਰਬਾਨੀ ਆਸਟ੍ਰੇਲੀਆ ਤੋਂ। ਬਿਲਕੁਲ, ਕਿਉਂਕਿ ਜੇ ਸੁਸਾਈਡ ਨੂੰ ਆਪਾਂ ਪ੍ਰਮੋਟ ਕਰਾਂਗੇ ਨਾ ਤੇ ਉਹ ਜ਼ਿਆਦਾ ਵਧੇਗਾ। ਖੈਰ, ਜਿਸ ਤਰ੍ਹਾਂ ਅਲਾਮਤਾਂ ਨੇ ਵੱਧ ਰਹੀਆਂ ਨੇ, ਖਾਸ ਕਰਕੇ ਮੁਰਗੀਆਂ ਦੇ ਮਰਨ ਦੀਆਂ ਜਿਹੜੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ, ਜਿਹੜਾ ਇਹ ਬਰਡ ਫਲੂ ਸਾਹਮਣੇ ਆ ਰਿਹਾ। ਇਸ ਦੌਰਾਨ ਪਟਿਆਲਾ ਸ਼ਹਿਰ ਦੇ ਲਾਗੇ 15 ਕਿਲੋਮੀਟਰ ਦੂਰ ਰਖੜਾ ਦੇ ਨੇੜੇ ਵੀ ਇਹ ਬਿਮਾਰੀ ਦੇ ਲੱਛਣ ਮਿਲੇ ਨੇ। ਇਸ ਸੰਬੰਧੀ ਜਿਹੜੀ ਸੈਂਪਲ ਨੇ ਉਹ ਜਲੰਧਰ ਭੇਜੇ ਜਾ ਰਹੇ ਨੇ। ਸੋ ਮੁਰਗੀਆਂ ਦੀ ਮੌਤ ਹੋਣ ਦੇ ਮਾਮਲੇ ਦੇ ਵਿੱਚ ਡਾਕਟਰ ਜੀਵਨ ਗੁਪਤਾ ਦੀ ਅਗਵਾਈ ਦੇ ਵਿੱਚ ਜਿਹੜੀ ਟੀਮ ਰਖੜਾ ਪਹੁੰਚੀ ਹੈ, ਰਖੜੇ ਫਾਰਮ ਦੇ ਵਿੱਚ, ਉੱਥੇ 500 ਦੇ ਕਰੀਬ ਮੁਰਗੀਆਂ ਮਰੀਆਂ ਮਿਲੀਆਂ ਨੇ। ਇਹਨਾਂ ਦੀ ਲੈਬ ਦੇ ਵਿੱਚ ਜਾਂਚ ਕੀਤੀ ਗਈ ਅਤੇ ਨਾਲ ਹੀ ਆਲੇ ਦੁਆਲੇ ਦੇ ਖੁੱਲ੍ਹੇ ਇਲਾਕੇ ਦੇ ਵਿੱਚ ਜਿਹੜੇ ਸੈਂਪਲਿੰਗ ਦੇ ਆਦੇਸ਼ ਵੀ ਦੇ ਦਿੱਤੇ ਨੇਗੇ। ਇਹਨਾਂ ਮੁਰਗੀਆਂ ਦੀ ਗਿਣਤੀ 500 ਤੋਂ 700 ਦੇ ਦਰਮਿਆਨ ਹੈ, ਜੋ ਕਿਸੇ ਅਗਿਆਤ ਮੁਰਗੀ ਫਾਰਮ ਦੇ ਕਰਮਚਾਰੀ ਨੇ ਧੁੰਦ ਦਾ ਫਾਇਦਾ ਉਠਾਉਂਦਿਆਂ ਰਸਤੇ ਦੇ ਵਿੱਚ ਸੁੱਟ ਦਿੱਤੀਆਂ।
ਸ਼ੱਕ ਕੀਤਾ ਜਾ ਰਿਹਾ ਕਿ ਅਜਿਹੇ ਹਾਲਤ ਦੇਖ ਕੇ ਇਹ ਮੁਰਗੀਆਂ ਦੇ ਹਾਲਾਤਾਂ ਤੋਂ ਪਤਾ ਲੱਗਦਾ ਕਿ ਇਹ 1-2 ਦਿਨ ਪਹਿਲਾਂ ਦੀਆਂ ਮਰੀਆਂ ਨੇ, ਤਾਜ਼ੀਆਂ ਮਰੀਆਂ ਨਹੀਂ ਹੈ। ਤੁਸੀਂ ਵੇਖੋ ਕਿ ਲੋਕ ਇੰਨੀ ਬੇਵਕੂਫੀ ਕਰਦੇ ਨੇ। ਇਹਦੇ ਨਾਲ ਜਿਹੜਾ ਹੈਗਾ ਤੁਸੀਂ ਵੇਖੋ ਕਿ ਜਿਹੜਾ ਮਾੜਾ ਮੋਟਾ ਵਾਇਰਸ ਹੈ ਉਹ ਖੁੱਲ੍ਹੇ 'ਚ ਕਿੰਨਾ ਫੈਲੇਗਾ। ਮਤਲਬ ਐਡੇ ਨਖਿੱਧ ਘਟੀਆ ਕਿਸਮ ਦੇ ਲੋਕ ਨੇ ਕਿ ਜਿਹੜਾ ਪੰਛੀ ਚਲੋ ਮਰ ਗਿਆ ਅਤੇ ਤੁਸੀਂ ਘੱਟੋ ਘੱਟ ਟੋਆ ਪੱਟੋ ਉਸ ਨੂੰ ਦਬਾ ਦਿਓ, ਹੈ ਨਾ। ਜੇ ਤੁਸੀਂ ਪ੍ਰਸ਼ਾਸਨ ਨੂੰ ਵੀ ਨਹੀਂ ਦੱਸਣਾ ਕਿ ਤੁਹਾਨੂੰ ਲੱਗਦਾ ਕਿ ਜੇ 500 ਸਾਡੇ ਫਾਰਮ ਦੀਆਂ ਮਰ ਗਈਆਂ, ਬਾਕੀ ਤੁਸੀਂ ਵੇਚਣੀਆਂ ਨੇ ਚਲਾਕੀ ਨਾਲ, ਜਿਨ੍ਹਾਂ ਨੂੰ ਹੋ ਸਕਦਾ ਨਾ ਵੀ ਹੋਇਆ ਹੋਵੇ, ਤਾਂ ਤੁਸੀਂ ਜਿਹੜੀਆਂ ਮਰੀਆਂ ਨੇ ਘੱਟੋ ਘੱਟ ਉਹਨਾਂ ਨੂੰ ਦਬਾ ਤਾਂ ਦਿਓ। ਜਿਹੜਾ ਤੁਸੀਂ ਖੁੱਲ੍ਹੇ ਦੇ ਵਿੱਚ ਇਹ ਸਿੱਟੀਆਂ ਨੇ, ਤੁਸੀਂ ਤਾਂ ਆਪਣੀਆਂ ਬਾਕੀ ਦੀਆਂ ਇਸ ਵੇਚਣ ਦੇ ਜੁਗਾੜ 'ਚੋਂ ਕਿ ਸਾਡੀਆਂ ਬਾਕੀ ਦੀਆਂ ਵਿਕ ਜਾਣਗੀਆਂ ਮੀਟ ਦੇ ਵਾਸਤੇ, ਪਰ ਇਸ ਦੇ ਨਾਲ ਜਦੋਂ ਤੁਸੀਂ ਉਹ ਪਬਲਿਕ ਪਲੇਸ 'ਤੇ ਸੁੱਟ ਦਿੱਤੀਆਂ, ਇਹਨੂੰ ਦੇਖ ਕੇ ਲੋਕਾਂ ਦੇ ਮਨਾਂ 'ਚ ਕਿੰਨਾ ਖੌਫ ਆਏਗਾ। ਉਹ ਤੁਹਾਡੀਆਂ ਬਾਕੀ ਦੀਆਂ ਵੀ ਨਹੀਂ ਵਿਕਣਗੀਆਂ। ਮਤਲਬ ਐਡੇ ਬੇਵਕੂਫ ਲੋਕ ਵੀ ਹੈਗੇ ਨੇ ਇੱਥੇ। ਕੀ ਕਰੋਗੇ ਇਹਨਾਂ ਲੋਕਾਂ ਦਾ? ਰਖੜਾ ਮਸ਼ਹੂਰ ਪਿੰਡ ਹੈ ਰਖੜਾ ਭਰਾਵਾਂ ਦਾ, ਸੁਰਜੀਤ ਸਿੰਘ ਹੋਰਾਂ ਦਾ, ਅਤੇ ਹਾਲਾਂਕਿ ਉਹਨਾਂ ਨੇ ਵੀ ਕਾਫੀ ਟੀਮ ਜਿਹੜੀ ਉਹਨਾਂ ਦੀ ਵੀ ਉੱਥੇ ਉਹਨਾਂ ਦੇ ਭਰਾ ਨੇ ਜਿਹੜੇ ਅਮਰੀਕਾ ਰਹਿੰਦੇ ਨੇ, ਉਹ ਵੀ ਕਾਫੀ ਟੀਮ ਜਿਹੜੀ ਇੱਥੋਂ ਪਹੁੰਚੀ ਹੈ ਰਾਸ਼ਨ ਲੈ ਕੇ, ਹੋਰ ਸੁੱਖ ਸਹੂਲਤਾਂ ਲੈ ਕੇ ਅੰਦੋਲਨ ਦੇ ਵਾਸਤੇ। ਸੋ ਇਹ ਰਖੜੇ ਪਿੰਡ ਦੀ ਖਬਰ ਹੈ ਕਿ ਕਿਸੇ ਪੋਲਟਰੀ ਫਾਰਮ ਵਾਲੇ ਨੇ 500-700 ਮੁਰਗੀਆਂ ਨੇ ਜਿਹੜੀਆਂ ਉਹ ਖੁੱਲ੍ਹੇ ਦੇ ਵਿੱਚ ਹੀ ਸੁੱਟ ਦਿੱਤੀਆਂ ਨੇ। ਅਤੇ ਇਸ ਦੇ ਨਾਲ ਨਾਲ ਲੋਹੜੀ ਦਾ ਤਿਉਹਾਰ ਹੈ, ਮਾਘੀ ਦਾ ਤਿਉਹਾਰ ਹੈ, ਅਤੇ ਪਰ ਬੱਦਲ ਅਤੇ ਸ਼ੀਤ ਲਹਿਰ ਹੈ ਜਿਹੜੀ ਉਹ 5 ਦਿਨ ਰਹੇਗੀ। ਸਮੁੱਚੇ ਉੱਤਰੀ ਭਾਰਤ ਦੇ ਵਿੱਚ ਇਹ ਜਿਹੜਾ ਤਾਪਮਾਨ ਹੈ ਲਗਾਤਾਰ ਥੱਲੇ ਨੂੰ ਜਾ ਰਿਹਾ, ਜਿਹੜਾ ਕਿ ਬੜਾ ਮਾਯੂਸ ਕਰਨ ਵਾਲਾ। ਇਸ ਦੇ ਨਾਲ ਨਾਲ ਜਿਹੜੀਆਂ ਕੁਝ ਖਬਰਾਂ ਸਰਹੱਦ ਤੋਂ ਆ ਰਹੀਆਂ ਨੇ, ਕਿਉਂਕਿ ਸਰਹੱਦ ਦੇ ਵਿੱਚ ਸਰਦੀ ਦੇ ਮੌਸਮ ਦੇ ਵਿੱਚ ਅਕਸਰ ਘੁਸਪੈਠ ਹੁੰਦੀ ਹੈ, ਜਿਸ ਦੇ ਨਾਲ ਜਿਹੜਾ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸੰਬੰਧ ਲਗਾਤਾਰ ਤਣਾਅ ਵਾਲੇ ਬਣਦੇ ਨੇ। ਪਰ ਹੁਣ ਭਾਰਤ ਅਤੇ ਚੀਨ ਦਾ ਜਿਹੜਾ ਪਾਕਿਸਤਾਨ ਅਤੇ ਚੀਨ ਦਾ ਜਿਹੜਾ ਗੱਠਜੋੜ ਬਣਿਆ, ਇਹ ਭਾਰਤ ਵਾਸਤੇ ਖਤਰੇ ਦਾ ਕਾਰਨ ਬਣ ਸਕਦਾ। ਸੋ ਭਾਰਤੀ ਸੈਨਾ ਦੇ ਪ੍ਰਮੁੱਖ ਜਨਰਲ MM ਨਰਵਣੇ ਨੇ ਇਹ ਗੱਲ ਆਖੀ ਹੈ ਕਿ ਪਾਕਿਸਤਾਨ ਅਤੇ ਚੀਨ ਦਾ ਜਿਹੜਾ ਗੱਠਜੋੜ ਹੈ ਇਹ ਸਾਡੇ ਵਾਸਤੇ, ਇੰਡੀਆ ਵਾਸਤੇ ਖਤਰਾ ਹੈ। ਇਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਲੱਦਾਖ ਸੀਮਾ 'ਤੇ ਜੋ ਵਿਵਾਦ ਹੈ ਉਸ ਨੂੰ ਲੈ ਕੇ ਜਨਰਲ ਨਰਵਣੇ ਨੇ ਇਹ ਬਿਆਨ ਦਿੱਤਾ ਹੈ ਕਿ ਫੌਜ ਅਤੇ ਰਾਜਨੀਤਿਕ ਸਤਰ 'ਤੇ ਇਸ ਦਾ ਹੱਲ ਕੱਢਣ ਦੀ ਸਾਨੂੰ ਪੂਰੀ ਉਮੀਦ ਹੈ, ਲੇਕਿਨ ਭਾਰਤੀ ਸੈਨਾ ਸਥਿਤੀ ਨਾਲ ਨਿਪਟਣ ਦੇ ਵਾਸਤੇ ਵੀ ਤਿਆਰ ਹੈ। ਸੋ ਜਨਰਲ ਨਰਵਣੇ ਨੇ ਸੈਨਾ ਦਿਵਸ ਦੇ ਮੌਕੇ ਕੱਲ੍ਹ ਇਹ ਗੱਲ ਆਖੀ ਹੈ ਕਿ 2 ਸਾਲ ਪਹਿਲਾਂ ਵੀ ਸਾਨੂੰ ਜਿਹੜੀਆਂ 2 ਪ੍ਰਮੁੱਖ ਚੁਣੌਤੀਆਂ ਰਹੀਆਂ ਨੇ, ਪਹਿਲੀ ਕਰੋਨਾ ਅਤੇ ਦੂਸਰੀ ਉੱਤਰੀ ਸੀਮਾ 'ਤੇ ਚੀਨ ਪਾਕਿਸਤਾਨ ਦੇ ਨਾਲ ਤਣਾਅ। ਸੋ ਕਰੋਨਾ ਅਤੇ ਸਰਹੱਦ ਦੋਨਾਂ ਮੋਰਚਿਆਂ 'ਤੇ ਅਸੀਂ ਅਲਰਟ ਹਾਂ, ਦੇਸ਼ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਪਰ ਇਸ ਮੌਕੇ ਜਿਹੜਾ ਜਨਰਲ ਨਰਵਣੇ ਦਾ ਬਿਆਨ ਆਉਂਦਾ, ਕਿਤੇ ਨਾ ਕਿਤੇ ਇਸ ਅੰਦੋਲਨ 'ਤੇ ਵੀ ਇਸ ਦਾ ਅਸਰ ਪਾਉਣ ਦੀ ਕੋਸ਼ਿਸ਼ ਰਹੇਗੀ। ਹਾਲਾਂਕਿ ਪਿਛਲੇ ਦਿਨੀਂ ਚੀਨ ਦੇ ਪ੍ਰਮੁੱਖ ਦਾ ਵੀ ਬਿਆਨ ਆਇਆ ਸੀ ਕਿ ਚੀਨੀ ਫੌਜਾਂ ਨੂੰ ਸਤਰਕ ਰਹਿਣਾ ਚਾਹੀਦਾ, ਕਿਉਂਕਿ ਭਾਰਤ ਦੇ ਵਿੱਚ ਜਿਹੜੀ ਸਥਿਤੀ ਬਣ ਰਹੀ ਹੈ, ਸਰਕਾਰ ਦੀ ਸਥਿਤੀ ਪੇਤਲੀ ਪੈ ਸਕਦੀ ਹੈ। ਇਸ ਦੌਰਾਨ ਭਾਰਤ ਵੀ ਗੁਆਂਢੀ ਮੁਲਕਾਂ ਦੇ ਨਾਲ ਗਰਮੀ ਦਿਖਾ ਸਕਦਾ ਹੈ, ਕਿਉਂਕਿ ਸਾਰਾ ਫਿਰ ਧਿਆਨ ਡਾਇਵਰਟ ਹੋ ਜਾਂਦਾ ਹੈ ਅਤੇ ਇਹ ਅੰਦੋਲਨ ਨੂੰ ਖ਼ਤਮ ਕਰਨ ਦਾ ਇੱਕ ਜ਼ਰੀਆ ਵੀ ਸਰਕਾਰ ਵਾਸਤੇ ਬਣ ਜਾਵੇਗਾ। ਇਸ ਦਾ ਜਿਹੜਾ ਬਲੀਦਾਨ ਹੈ ਉਹ ਜਵਾਨਾਂ ਨੂੰ ਦੇਣਾ ਪੈਂਦਾ। ਇਹ ਰਿਪੋਰਟਾਂ ਨੇ ਕਿ ਭਾਰਤੀ ਫੌਜ ਦੇ ਵਿੱਚ ਭਾਵੇਂ ਉਹ ਪੈਰਾਮਿਲਟਰੀ ਫੋਰਸਿਸ ਹੈ, ਭਾਵੇਂ ਉਹ ਪੁਲਿਸ ਹੈ ਅਤੇ ਭਾਵੇਂ ਉਹ ਫੌਜ ਹੈ, ਉਹਨਾਂ 'ਤੇ ਡਿਊਟੀ ਦਾ ਜਾਂ ਹੋਰ ਕਾਰਨਾਂ ਦਾ ਡਿਪਰੈਸ਼ਨ ਦਬਾਅ ਬਹੁਤ ਹੈ। ਰਾਜਸਥਾਨ ਦੇ ਭੀਲਵਾੜਾ ਤੋਂ ਖਬਰਾਂ ਨੇ ਕਿ ਰਾਜਸਥਾਨ ਦੇ ਭੀਲਵਾੜਾ ਦੇ ਹਨੂੰਮਾਨ ਸਾਗਰ ਦੇ ਵਿੱਚ CISF ਜਿਹੜੀ ਤੁਸੀਂ ਵੇਖੀ ਹੋਣੀ ਕਿ ਸੈਂਟਰਲ ਫੋਰਸ ਹੈ, ਏਅਰਪੋਰਟ 'ਤੇ ਦਿੱਲੀ ਵੀ ਅੱਜ ਕੱਲ੍ਹ ਇਹ ਤਾਇਨਾਤ ਹੈ। ਏਅਰਪੋਰਟ ਦੀ ਰਾਖੀ ਵੀ ਇਸ ਫੋਰਸ ਨੂੰ CISF ਨੂੰ ਦਿੱਤੀ ਗਈ ਹੈ। ਉਸ ਤੋਂ ਬਾਅਦ ਇਹਨਾਂ ਏਅਰਪੋਰਟ ਦੇ ਪ੍ਰਬੰਧਾਂ ਦੇ ਵਿੱਚ ਵੀ ਸਿਕਿਉਰਿਟੀ ਪੱਖੋਂ ਕਾਫੀ ਸੁਧਾਰ ਆਇਆ ਸੀਗਾ। ਸੋ CISF ਦੀ ਜਿਹੜੀ 9ਵੀਂ ਬਟਾਲੀਅਨ ਹੈ ਉਸ ਦੇ ਵਿੱਚ ਜਿਹੜਾ ਤਾਇਨਾਤ ਜਵਾਨ ਸੀਗਾ, ਉਸਨੇ AK-47 ਦੇ ਨਾਲ ਖੁਦ ਗੋਲੀ ਮਾਰ ਕੇ ਆਪਣੀ ਹੱਤਿਆ ਕਰ ਲਈ ਹੈ। ਇਹ ਤਾਮਿਲਨਾਡੂ ਦਾ ਨਿਵਾਸੀ ਬੀ ਰਣਜੀਤ ਸੀਗਾ, ਜਿਹੜਾ ਗੇਟ 'ਤੇ 5 ਵਜੇ ਡਿਊਟੀ 'ਤੇ ਤਾਇਨਾਤ ਸੀ, ਜਦੋਂ ਉਸਨੇ ਆਪਣੇ ਆਪ ਨੂੰ AK-47 ਦੀਆਂ ਗੋਲੀਆਂ ਮਾਰ ਕੇ ਖ਼ਤਮ ਕਰ ਲਿਆ ਅਤੇ ਉਸਦੇ ਸਰੀਰ 'ਤੇ 4 ਗੋਲੀਆਂ ਦੇ ਨਿਸ਼ਾਨ ਨੇ। ਸੋ ਕਿਉਂਕਿ ਡਿਊਟੀ ਦਾ ਬੇਲੋੜਾ ਤਣਾਅ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਸੋ ਵੱਡੀ ਤਾਦਾਦ ਦੇ ਵਿੱਚ ਡਿਪਰੈਸ਼ਨ, ਘਰਾਂ ਤੋਂ ਦੂਰ ਰਹਿਣਾ,
ਜਾਂ ਸਾਥੀਆਂ ਦਾ ਅਫਸਰਾਂ ਦਾ ਦਬਾਅ ਵੀ ਇਸ ਤਰ੍ਹਾਂ ਦੀ ਸਾੜ ਸਤੀ ਦਾ ਕਾਰਨ, ਸੁਸਾਈਡ ਦਾ ਕਾਰਨ ਬਣਦਾ। ਇਸ ਕਰਕੇ ਇਹ ਨਹੀਂ ਕਿ ਇਕੱਲੇ ਕਿਸਾਨ ਹੀ ਸੁਸਾਈਡ ਕਰਦੇ ਨੇ, ਜਵਾਨ ਵੀ ਸੁਸਾਈਡ ਕਰਦੇ ਨੇ। ਸਾਨੂੰ ਇਹ ਸੁਸਾਈਡ ਦੇ ਕਾਰਨ ਪੜਚੋਲੜੇ ਹੋਣਗੇ। ਪਰ ਕੱਲ੍ਹ ਇਸ ਕਿਸਾਨ ਸੰਘਰਸ਼ ਦੀ ਭੇਟ 4 ਕਿਸਾਨ ਚੜ੍ਹੇ ਨੇ ਅਤੇ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿਲ ਦੇ ਦੌਰੇ ਦੇ ਨਾਲ ਜਾਂ ਡਿਪਰੈਸ਼ਨ ਦੇ ਕਾਰਨ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਸੋ ਲੋਹਾਰਾ ਪਿੰਡ ਦੇ ਕਿਸਾਨ ਦੀ ਵੀ ਦਿਲ ਦੇ ਦੌਰੇ ਦੇ ਨਾਲ ਮੌਤ ਹੋਈ ਹੈ। ਇਸੇ ਤਰ੍ਹਾਂ ਸਵਾਏ ਕੇ ਭੋਖੜੀ ਦੇ ਨੌਜਵਾਨ ਦੀ ਵੀ ਜਿਹੜੀ ਮੌਤ ਹੋਈ ਹੈ। ਸਿਰਥਲਾ ਜੋੜੇ ਪੁਲਾਂ ਦੇ ਲਾਗੇ ਪੁਰਥਲਾ ਸਿਰਥਲਾ, ਉੱਥੋਂ ਦੇ ਲਾਭ ਸਿੰਘ ਦੀ ਵੀ ਸਿੰਧੂ ਹੱਦ 'ਤੇ ਜਿਹੜਾ ਉਸਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਸੁਸਾਈਡ ਕੀਤਾ ਅਤੇ ਮਹਿਮਾ ਪਿੰਡ ਦੇ ਨਸੀਬ ਸਿੰਘ ਗ੍ਰੰਥੀ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਸੋ ਹੁਣ ਕੱਲ੍ਹ ਵੀ ਸੁਸਾਈਡ ਦੇ 2, ਲਾਭ ਸਿੰਘ ਦਾ ਅਤੇ ਦੂਸਰਾ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਗੁਰਦਾਸਪੁਰ ਵਾਲੇ ਵਿਅਕਤੀ ਦਾ, ਉਹਨਾਂ ਨੇ ਵੀ ਇਸ ਕਾਨੂੰਨ ਦੇ ਕਾਰਨ ਜਿਹੜਾ ਮਾਯੂਸੀ ਦੇ ਵਿੱਚ ਆ ਕੇ ਸੁਸਾਈਡ ਕੀਤਾ। ਭਾਵੇਂ ਲਾਭ ਸਿੰਘ ਨੇ ਕੀਤਾ, ਇਹ ਸਾਡੇ ਲਈ ਲਾਭ ਨਹੀਂ ਬਲਕਿ ਹਾਨੀਦਾਇਕ ਹੋਏਗਾ। ਸੋ ਇਸ ਦੇ ਨਾਲ ਦੋਦਾ ਮੁਕਤਸਰ ਦੇ ਪਿੰਡ ਲੋਹਾਰਾ ਦੇ ਕਿਸਾਨ ਅਵਤਾਰ ਸਿੰਘ 80 ਸਾਲਾਂ ਦੀ ਟਿਕਰੀ ਬਾਰਡਰ 'ਤੇ ਦਿਲ ਦੀ ਹਰਕਤ ਬੰਦ ਹੋਣ ਦੇ ਕਾਰਨ ਮੌਤ ਹੋਈ ਹੈ। ਹੁਣ 80 ਸਾਲ ਦੇ ਅਵਤਾਰ ਸਿੰਘ ਨੇ, ਇੱਕ ਤਾਂ ਇਹ ਜ਼ਮੀਨ ਖੁੱਸਣ ਦਾ ਡਰ ਹੈ, ਇਹ ਗੱਲ ਮੰਨਣੀ ਪਵੇਗੀ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਇਹਨਾਂ ਨੂੰ ਜ਼ਮੀਨ ਦੇ ਨਾਲ ਬਹੁਤ ਲਗਾਅ ਹੈ, ਕਿਉਂਕਿ ਸਾਨੂੰ ਵੀ ਲਗਾਅ ਹੈ। ਵਿਸ਼ਵ ਭਰ ਦੇ ਵਿੱਚ ਤੁਸੀਂ NRI ਸੱਜਣੋ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹੋ, ਇਹ ਇੱਕ ਲਗਾਅ ਹੈ ਇਸ ਜ਼ਮੀਨ ਦੇ ਨਾਲ। ਇਹ ਜਜ਼ਬਾਤ ਕੁਦਰਤੀ ਨੇ। ਸੋ ਇਸ ਕਰਕੇ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਡਿਪਰੈਸ਼ਨ, ਇਹਨਾਂ ਦੀ ਜਿਹੜੀ ਹੈ ਖੁਰਾਕ ਦੇ ਵਿੱਚ ਤਬਦੀਲੀ, ਭਾਰੀ ਖੁਰਾਕ ਦਾ ਖਾਣਾ ਅਤੇ ਖਾਸ ਕਰਕੇ ਉੱਥੇ ਤੰਗ ਜਗ੍ਹਾ ਹੈ, ਆਕਸੀਜਨ ਦੀ ਵੀ ਘਾਟ ਹੈ, ਸਰਦੀਆਂ 'ਚ ਵੈਸੇ ਹੀ ਮੌਤ ਦੀ ਦਰ ਵੱਧ ਜਾਂਦੀ ਹੈ। ਸੋ ਕਈ ਸਾਰੇ ਕਾਰਨ ਬਣ ਰਹੇ ਨੇ। ਦੂਸਰਾ, ਬਜ਼ੁਰਗਾਂ ਨੂੰ ਜਿਹੜਾ ਅੰਦਰੂਨ ਡਰ ਹੈ ਉਹਨਾਂ ਨੂੰ ਅੰਦਰੋਂ ਅੰਦਰ ਹੀ ਕਿ ਸਾਡੀਆਂ ਤਾਂ ਜ਼ਮੀਨਾਂ ਖੁੱਸ ਜਾਣਗੀਆਂ, ਉਹ ਵੀ ਇੱਕ ਕਾਰਨ ਹੈ। ਇਸ ਕਰਕੇ ਬਜ਼ੁਰਗ ਅਤੇ ਬੀਬੀਆਂ ਉਤਸ਼ਾਹ ਦੇ ਨਾਲ ਇਸ ਅੰਦੋਲਨ ਦੇ ਵਿੱਚ ਜਾ ਰਹੇ ਨੇ। ਹਾਲਾਂਕਿ ਸਰਕਾਰ ਦਾ ਕਹਿਣਾ ਕਿ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ, ਪਰ ਬਜ਼ੁਰਗ ਨਹੀਂ ਆ ਰਹੇ ਬਾਰਡਰ ਤੋਂ, ਬਲਕਿ ਧੜਾ ਧੜ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਜੱਦੀ ਪੁਸ਼ਤੀ ਪੁਰਖਿਆਂ ਦੀ ਜ਼ਮੀਨ ਉਹਨਾਂ ਤੋਂ ਖੁੱਸੇਗੀ। ਤੁਸੀਂ ਵੇਖਿਆ ਹੋਣਾ ਕਿ ਜਦੋਂ ਜ਼ਮੀਨ ਦੀ ਵੰਡ ਹੁੰਦੀ ਹੈ, ਭਾਵੇਂ ਆਪਣੇ ਪੁੱਤਰਾਂ 'ਚ ਹੀ ਕਰਨੀ ਹੁੰਦੀ ਹੈ, ਬਜ਼ੁਰਗ ਸਹਿਮਤ ਨਹੀਂ ਹੁੰਦੇ। ਟੱਕ ਦੇ ਨਾਲ, ਜ਼ਮੀਨ ਦੇ ਨਾਲ ਉਹਨਾਂ ਨੂੰ ਇੰਨਾ ਲਗਾਅ ਹੁੰਦਾ ਹੈ ਕਿ ਜੇ ਕੋਈ ਇਹਨਾਂ ਦੀ ਜ਼ਮੀਨ 'ਤੇ ਅੱਖ ਰੱਖਦਾ ਹੈ ਤਾਂ ਉਹ ਟੱਕ ਲਾਉਣ ਲੱਗਿਆਂ ਵੀ ਗੁਰੇਜ਼ ਨਹੀਂ ਕਰਦੇ। ਇਸ ਕਰਕੇ ਟੱਕ ਵੰਡਦਿਆਂ ਜਦੋਂ ਆਪਣੇ ਪੁੱਤਰਾਂ ਨੂੰ ਦੇਣਾ ਹੁੰਦਾ ਨਾ ਤਾਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ। ਸੋ ਇਹ ਡਿਪਰੈਸ਼ਨ ਬਜ਼ੁਰਗਾਂ 'ਤੇ ਬਹੁਤ ਹੈ, ਜਿਸ ਕਰਕੇ ਉਹਨਾਂ ਦੀ ਜਾਨ ਜਾਂਦੀ ਹੈ। ਅਤੇ ਇਸੇ ਤਰ੍ਹਾਂ ਦਿੱਲੀ ਧਰਨੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਲੁੰਡੇਵਾਲ ਪਿੰਡ ਦੇ ਕਿਸਾਨ ਜਗਦੀਸ਼ ਸਿੰਘ ਦਾ ਕੱਲ੍ਹ ਸੰਸਕਾਰ ਕਰ ਦਿੱਤਾ ਗਿਆ ਅਤੇ ਕਿਸਾਨ ਸੁਰਜੀਤ ਸਿੰਘ ਲਦਾਲ ਨੇ ਲਹਿਰਾ ਗਾਗਾ ਤੋਂ ਬਾਈ ਜੀ ਬਲਵਿੰਦਰ ਸਿੰਘ ਹੋਰਾਂ ਦੇ ਪਿੰਡਾਂ ਵੱਲੋਂ, ਅਤੇ ਲਦਾਲ ਪਿੰਡ ਦੇ ਇਸ ਕਿਸਾਨ ਦੀ ਵੀ ਟਿਕਰੀ ਬਾਰਡਰ 'ਤੇ ਅੰਦੋਲਨ ਦੇ ਦੌਰਾਨ ਮੌਤ ਹੋਈ ਸੀ 62 ਸਾਲਾ ਸੁਰਜੀਤ ਸਿੰਘ ਦੀ। ਇਸ ਦਾ ਵੀ ਜਿਹੜਾ ਕੱਲ੍ਹ ਸ਼ਰਧਾਂਜਲੀ ਸਮਾਗਮ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਲੋਕ ਪੁੱਜੇ, ਪਰ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਨਹੀਂ ਪੁੱਜਿਆ ਕਿਸਾਨਾਂ ਦੇ ਰੋਹ ਤੋਂ ਡਰਦੇ ਆ। ਇਸੇ ਤਰ੍ਹਾਂ ਸਹਿਜੜਾ ਮਹਿਲ ਕਲਾਂ ਦੇ ਲਾਗੇ ਦਾ ਬਰਨਾਲਾ ਦਾ, ਜਿੱਥੇ ਦਾ ਸਹਿਜੜੇ ਦਾ ਮਿੱਤ ਸਿੰਘ ਸੀਗਾ ਜਿਹੜਾ ਕਿ ਇੰਦਰਾ ਗਾਂਧੀ ਜਾਂ ਹੋਰ ਲੋਕਾਂ ਦੇ ਖਿਲਾਫ ਚੋਣ ਲੜ ਚੁੱਕਾ ਹੈ, ਉਸ ਦੇ ਪਿੰਡ ਤੋਂ 58 ਸਾਲਾ ਰਾਮ ਸਿੰਘ ਦੀ ਮੌਤ ਹੋਈ ਹੈ। ਸੋ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਹੋਈ ਅਚਾਨਕ ਮੌਤ ਦੇ ਮਾਮਲੇ ਦੇ ਵਿੱਚ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਹੈ। ਇਸੇ ਤਰ੍ਹਾਂ ਦਿੱਲੀ ਦੀ ਸਿੰਘੂ ਹੱਦ 'ਤੇ ਰਾਸ਼ਨ ਲੈ ਕੇ ਗਏ ਦੁਆਬੇ ਦੇ ਆਦਮਪੁਰ ਦੇ ਲਾਗਲੇ ਪਿੰਡ ਰੌਲੀ ਕਲਾਂ ਦੇ ਪੰਚ ਸਤਨਾਮ ਸਿੰਘ ਦੀ ਠੰਡ ਲੱਗਣ ਕਾਰਨ ਜਿਹੜੀ ਹੈ ਸਿਹਤ ਖਰਾਬ ਹੋਈ ਸੀ ਅਤੇ ਗ੍ਰੇਸ਼ੀਆ ਹੌਸਪੀਟਲ ਆ ਬੜਾ ਮਸ਼ਹੂਰ ਉਸ ਇਲਾਕੇ ਦਾ, ਉੱਥੇ ਉਸ ਦੀ ਜਿਹੜੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਉਸ ਦਾ ਵੀ ਜਿਹੜਾ ਕੱਲ੍ਹ ਉਸ ਦੇ ਪਿੰਡ ਦੇ ਵਿੱਚ ਸੰਸਕਾਰ ਕੀਤਾ ਗਿਆ। ਅਤੇ ਦੂਜੇ ਬੰਨੇ ਕਿਸਾਨ ਪੀੜ ਦੇ ਵਾਸਤੇ ਇਸਤਰੀ ਜਾਗਰਤੀ ਮੰਚ ਨੇ ਝੰਡੇ ਬਣਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਓਟ ਲਈ ਹੈ। ਜਲੰਧਰ ਤੋਂ ਖਬਰਾਂ ਨੇ। ਸੋ ਇਸਤਰੀ ਜਾਗਰਤੀ ਮੰਚ, ਜਿਨ੍ਹਾਂ ਨੇ ਤੁਹਾਨੂੰ ਚੇਤੇ ਹੈ ਕਿ ਗੰਦੀ ਗਾਇਕੀ ਦੇ ਖਿਲਾਫ ਝੰਡਾ ਬੁਲੰਦ ਕੀਤਾ ਸੀ, ਉਹ ਹੁਣ ਕਿਸਾਨ ਯੂਨੀਅਨ ਦੇ ਝੰਡੇ ਬਣਾ ਰਹੇ ਨੇ, ਸਿਲ ਰਹੇ ਨੇ। ਹਾਲਾਂਕਿ ਕਿਸਾਨ ਯੂਨੀਅਨ ਅਗਰਾਹਾਂ ਨੇ ਆਖਿਆ ਕਿ ਉਹਨਾਂ ਨੇ ਕਿਸਾਨ ਮਾਰਚ ਦੇ ਮੁਤਲਕ 26 ਦੇ ਕਿਸਾਨ ਮਾਰਚ ਦੇ ਮੁਤਲਕ 2.5 ਲੱਖ ਝੰਡੇ ਬਣਾਉਣ ਦਾ ਜਿਹੜਾ ਆਰਡਰ ਦਿੱਤਾ ਹੈ, ਪਰ ਕਿਸਾਨ ਯੂਨੀਅਨ ਅਗਰਾਹਾਂ ਦੇ ਝੰਡੇ ਅੱਗੇ ਮਹਿੰਗੇ ਰੇਟਾਂ 'ਤੇ ਵੇਚੇ ਜਾ ਰਹੇ ਨੇ। ਝੰਡਿਆਂ ਦੀ ਬਹੁਤ ਕੀਮਤ ਵਸੂਲੀ ਜਾ ਰਹੀ ਹੈ। ਇਸੇ ਤਰ੍ਹਾਂ ਪਟਿਆਲੇ ਦੇ ਲਾਗੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਦੀ ਵੀ ਕੱਲ੍ਹ ਬਹਾਦਰਗੜ੍ਹ ਦੇ ਵਿੱਚ ਅੰਤਮ ਅਰਦਾਸ ਹੋਈ।
ਜਿਸ ਦੇ ਵਿੱਚ ਇਲਾਕੇ ਦੇ ਮੋਹਤਵਾਰ ਲੋਕ ਡਾਕਟਰ ਧਰਮਵੀਰ ਗਾਂਧੀ, ਸਤਨਾਮ ਸਿੰਘ ਕਲੇਰ ਜਾਂ ਹੋਰ ਲੋਕ, ਖਾਸ ਕਰਕੇ SP ਵਿਜੀਲੈਂਸ ਪਟਿਆਲਾ ਦੇ SSP ਰਾਏ ਮਨਦੀਪ ਸਿੰਘ ਸਿੱਧੂ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ। ਅਤੇ ਦੂਜੇ ਬੰਨੇ ਬਰਾੜੀ ਦਾ ਮੈਦਾਨ ਜਿਹੜਾ ਸਰਕਾਰ ਨੇ ਜਗ੍ਹਾ ਨਿਯਤ ਕੀਤੀ ਸੀ ਕਿ ਬਰਾੜੀ ਮੈਦਾਨ ਦੇ ਵਿੱਚ ਚਲੇ ਜਾਓ। ਸੋ ਕੁਰਾਲੀ ਦੇ ਪਿੰਡ ਚਾੜੀਆ ਤੋਂ ਦਿੱਲੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਟਰਾਲੀ 'ਤੇ ਲੋਕਾਂ ਨੂੰ ਮਾਣ ਹੈ, ਕਿਉਂਕਿ ਇਹ ਮੋਹਰਲੀ ਟਰਾਲੀ ਸੀ ਜਿਹੜੀ ਬਰਾੜੀ ਦੇ ਮੈਦਾਨ ਦੇ ਵਿੱਚ ਹੈਗੀ ਹੈ। ਉਹਨਾਂ ਦੇ ਇਸ ਮਾਣ ਤੋਂ ਵੀ ਪਿੰਡ ਵਾਸੀਆਂ ਨੇ ਫਖਰ ਮਹਿਸੂਸ ਕੀਤਾ। ਭਗਵੰਤ ਮਾਨ ਹੋਰਾਂ ਦਾ ਕਹਿਣਾ ਕਿ ਖੇਤੀ ਕਾਨੂੰਨ ਨੂੰ ਰੱਦ ਕਰਨਾ ਇੱਕੋ ਇੱਕ ਹੱਲ ਹੈ, ਪਰ ਬਿਹਤਰ ਹੋਵੇ ਕਿ ਉਹ ਕੇਜਰੀਵਾਲ 'ਤੇ ਵੀ ਦਬਾਅ ਪਾਉਣ। ਜਿਹੜੀ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਇਸ ਕਾਨੂੰਨ ਦੇ ਹੱਕ ਦੇ ਵਿੱਚ, ਉਸ ਨੂੰ ਵੀ ਰੱਦ ਕੀਤਾ ਜਾਵੇ। ਸਪੋਰਟਸ ਦੇ ਖੇਤਰ ਦੀਆਂ ਵੀ ਖਬਰਾਂ ਸਾਂਝੀਆਂ ਕਰਾਂਗੇ। ਡੇਰਾ ਬਾਬਾ ਨਾਨਕ ਦੇ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ 29 ਸਾਲਾ ਮਹਾਂਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਮਹਾਂਵੀਰ ਦੇ ਪੇਟ ਦੇ ਵਿੱਚ ਦਰਦ ਹੋਇਆ ਸੀ, ਜਿਸ ਕਾਰਨ ਬਟਾਲਾ ਦੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਇਸ ਠੰਡ ਦੇ ਮੌਸਮ ਦੇ ਦੌਰਾਨ ਜਿਹੜੀਆਂ ਚੋਰੀਆਂ ਖੇਤਾਂ ਦੀਆਂ ਤੇ ਬੰਦ ਹੋ ਗਈਆਂ ਨੇ, ਮੋਟਰਾਂ ਦੀਆਂ ਤਾਰਾਂ ਦੀਆਂ ਜਾਂ ਹੋਰ ਕਿਸਾਨਾਂ ਦੀਆਂ ਖੇਤਾਂ 'ਚ ਜਿਹੜੇ ਵਸਤਾਂ ਪਈਆਂ ਨੇ ਉਹਨਾਂ ਦੀਆਂ ਚੋਰੀਆਂ ਤਾਂ ਘੱਟ ਨੇ, ਆਮ ਚੋਰੀਆਂ ਵੀ ਘੱਟ ਨੇ। ਪਰ ਮਾਝੇ ਦੇ ਗੋਇੰਦਵਾਲ ਸਾਹਿਬ ਦਾ ਉਹ ਖਬਰ ਹੈ ਕਿ ਖਡੂਰ ਸਾਹਿਬ ਦੇ ਇੱਕ ਗਨ ਹਾਊਸ ਦੇ ਵਿੱਚੋਂ ਹਜ਼ਾਰਾਂ ਕਾਰਤੂਸ ਚੋਰੀ ਹੋ ਗਏ ਨੇ, ਜਿਸ ਕਰਕੇ ਇਹ ਮਾਮਲਾ ਸ਼ੱਕ ਦੇ ਆਧਾਰ 'ਤੇ ਜਾਂਚ ਵਾਲਾ ਹੈਗਾ, ਜਿਹੜਾ ਵਿਸ਼ਾ ਬਣਿਆ ਹੋਇਆ। ਸੋ ਐਤਵਾਰ ਦੀ ਰਾਤ ਨੂੰ ਚੋਰਾਂ ਨੇ ਇਸ ਗਨ ਹਾਊਸ ਦੀ ਛੱਤ ਪਾੜ ਕੇ ਕਾਰਤੂਸ ਤੇ ਕੁਝ ਏਅਰ ਗਨਾਂ ਤੇ ਏਅਰ ਪਿਸਟਲ ਤੇ ਕੈਮਰਾ ਵਗੈਰਾ ਚੋਰੀ ਕੀਤਾ। ਤੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਵਿਦਿਆਰਥੀ ਵੀ ਵੱਖ-ਵੱਖ ਵਰਗਾਂ ਦੇ ਨਿੱਤਰ ਰਹੇ ਨੇ। ਤੇ ਇਸ ਦੇ ਦੌਰਾਨ ਪਟਿਆਲਾ ਤੋਂ ਖਬਰ ਹੈ ਕਿ ਭਾਵੇਂ ਆਪਾਂ ਕੱਲ੍ਹ ਵੀ ਦੋ ਨੌਜਵਾਨਾਂ ਨਾਲ ਗੱਲ ਕੀਤੀ ਸੀ, ਮਹੇਸ਼ ਹੋਰਾਂ ਦੀ ਮਨੋਜ ਦੀ ਹਾਲਾਤ ਜਿਹੜਾ ਫਿਰੋਜ਼ਪੁਰ ਦਾ ਹੈ ਉਹ ਕਾਫੀ ਗੰਭੀਰ ਬਣ ਰਹੀ ਹੈ। ਮੈਂ ਸਵੇਰੇ ਵੀ ਫੋਨ ਟਰਾਈ ਕੀਤਾ ਸੀਗਾ ਤੇ ਫੋਨ ਉਹਨਾਂ ਦਾ ਬੰਦ ਆ ਰਿਹਾ। ਤੇ ਇਹ ਦੋਨੋਂ ਨੌਜਵਾਨ ਮਨੋਜ ਤੇ ਗੁਰਭੇਜ ਅਜੇ ਵੀ ਟੈਂਕੀ 'ਤੇ ਡਟੇ ਹੋਏ ਨੇ। ਹਾਲਾਂਕਿ ਮਨੋਜ ਦੀ ਹਾਲਤ ਖਰਾਬ ਹੈ, ਪਰ ਇਸ ਸੰਬੰਧੀ ਸਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕਰਨ ਦਾ ਕੋਈ ਭਰੋਸਾ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ 98-763-09655 'ਤੇ ਕਾਲ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਰਿਕਾਰਡਡ ਮੈਸੇਜ ਵੀ ਛੱਡ ਸਕਦੇ ਹੋ। ਤੇ ਕੁਝ ਇੰਟਰਵਿਊ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗਾ। ਹਮੀਰ ਸਿੰਘ ਹੋਰਾਂ ਨੇ ਸਾਂਝੀ ਕੀਤੀ ਹੈ ਇੰਟਰਵਿਊ, ਇਹ ਪ੍ਰੋਫੈਸਰ ਸਾਈਨਾਥ ਨਾਲ ਹੈ। ਕੁਝ ਸਵਾਲ ਜਵਾਬ ਨੇ, ਬੜਾ ਸ਼ਾਇਦ ਤੁਹਾਨੂੰ ਅੱਛੀ ਇਨਫੋਰਮੇਸ਼ਨ ਇਸ ਦੇ ਵਿੱਚੋਂ ਮਿਲੇ। ਟ੍ਰਿਬਿਊਨ ਦੇ ਵਿੱਚ ਇਹ ਨਸ਼ਰ ਹੋਈ ਹੈ। ਹਮੀਰ ਸਿੰਘ ਬਹੁਤ ਉੱਘੇ ਜਰਨਲਿਸਟ ਨੇ ਟ੍ਰਿਬਿਊਨ ਗਰੁੱਪ ਦੇ। ਉਹਨਾਂ ਨੇ ਪ੍ਰੋਫੈਸਰ ਸਾਈਨਾਥ ਦੇ ਨਾਲ ਜੋ ਵਿਚਾਰ ਚਰਚਾ ਕੀਤੀ ਹੈ ਉਹ ਹੂਬਹੂ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਕਾਫੀ ਸਾਰੀਆਂ ਜਾਣਕਾਰੀਆਂ ਇਸ ਦੇ ਵਿੱਚੋਂ ਤੁਹਾਨੂੰ ਮਿਲਣਗੀਆਂ। ਤੇ ਇਸ ਬਾਰੇ ਜਿਹੜੀ ਗੱਲਬਾਤ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦੇ ਖਿਲਾਫ ਜੋ ਪੰਜਾਬ ਤੋਂ ਅੰਦੋਲਨ ਸ਼ੁਰੂ ਹੋਇਆ, ਉਸ ਬਾਰੇ ਸਾਈਨਾਥ ਦਾ ਕੀ ਕਹਿਣਾ। ਪ੍ਰੋਫੈਸਰ ਸਾਈਨਾਥ ਦਾ ਕਹਿਣਾ, ਮੈਂ 3 ਗੱਲਾਂ ਕਰਨੀਆਂ ਚਾਹੁੰਦਾ। ਇੱਕ ਕਿ ਪਹਿਲੇ 2 ਕਾਨੂੰਨ ਤੇ ਇੱਕ ਖੇਤੀ ਮੰਡੀ ਤੇ ਦੂਸਰਾ ਖੇਤੀ ਠੇਕੇ ਬਾਰੇ ਆ। ਇਹਨਾਂ ਨੇ ਦੇਸ਼ ਦੇ ਸੰਵਿਧਾਨ ਦੇ ਵਿੱਚ ਕਿਸੇ ਵੀ ਨਾਗਰਿਕ ਨੂੰ ਆਰਟੀਕਲ 32 ਰਾਹੀਂ ਮਿਲੇ ਕਾਨੂੰਨੀ ਹੱਲ ਕਰਨ ਦੇ ਹੱਕ ਨੂੰ ਖੋਹ ਲਿਆ। ਖੇਤੀ ਮੰਡੀ ਵਾਲੇ ਕਾਨੂੰਨ ਦੀ ਧਾਰਾ 13 ਤੇ 15 ਤੇ ਦੂਸਰੇ ਕਾਨੂੰਨ ਦੀ ਧਾਰਾ 19 ਦੇ ਮੁਤਾਬਕ ਇਹਨਾਂ ਕਾਨੂੰਨਾਂ ਦੇ ਤਹਿਤ ਠੇਕ ਨੀਤੀ ਨਾਲ ਤਿਆਰ ਕੀਤੇ ਗਏ ਕਿਸੇ ਵੀ ਕੰਮ ਲਈ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਇਹਨਾਂ ਦੇ ਖਿਲਾਫ ਅਧਿਕਾਰੀ ਜਾਂ ਕਿਸੇ ਹੋਰ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਕਿਸਾਨ ਜਾਂ ਕੋਈ ਵੀ ਹੋਰ ਨਾਗਰਿਕ ਕਿਸਾਨਾਂ ਨਾਲ ਹੋ ਰਹੇ ਧੱਕੇ ਬਾਰੇ ਕਿਸੇ ਅਦਾਲਤ ਵਿੱਚ ਨਹੀਂ ਜਾ ਸਕਦਾ। ਇਸ ਨਾਲ ਜ਼ਿਲ੍ਹਾ ਅਦਾਲਤਾਂ ਦਾ ਕੰਮ ਵੀ ਲਗਭਗ ਠੱਪ ਹੋ ਜਾਵੇਗਾ। ਦੂਜਾ, ਇਹਨਾਂ ਦਾ ਅਸਰ ਕੇਵਲ ਕਿਸਾਨਾਂ ਉੱਤੇ ਨਹੀਂ ਬਲਕਿ ਸਭ ਵਰਗਾਂ 'ਤੇ ਪਵੇਗਾ। ਜਿਹੜਾ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਹੈ ਉਸ ਨਾਲ ਜਨਤਕ ਵੰਡ ਪ੍ਰਣਾਲੀ ਜਿਹੜੀ PDS ਹੈ ਉਹ ਖਤਮ ਹੋ ਜਾਵੇਗੀ, ਉਹ ਵੀ ਪ੍ਰਾਈਵੇਟ ਹੱਥਾਂ ਵਿੱਚ ਚਲੇ ਜਾਏਗੀ। ਜਿਸ ਤਰ੍ਹਾਂ ਪਹਿਲਾਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ PP ਮੋਡ ਚੱਲਦਾ ਹੈ, ਹਰ ਨਾਗਰਿਕ ਨੂੰ ਮਹਿੰਗਾਈ ਦਾ ਸਾਹਮਣਾ ਇਸ ਦੇ ਨਾਲ ਕਰਨਾ ਪਵੇਗਾ। ਤੀਜਾ ਕਿ ਇਹ ਸਿਰਫ ਕਿਸਾਨਾਂ ਅਤੇ ਖੇਤੀ ਦੀ ਲੜਾਈ ਨਹੀਂ, ਸਿੰਘੂ, ਟਿਕਰੀ, ਗਾਜੀਪੁਰ ਜਾਂ ਸ਼ਾਹਪੁਰ ਦੀਆਂ ਹੱਦਾਂ 'ਤੇ ਬੈਠੇ ਕਿਸਾਨ ਮਜ਼ਦੂਰਾਂ ਦੀ ਲੜਾਈ ਦੇਸ਼ ਦਾ ਵਿਆਪੀ ਮਹੱਤਵ ਹੈ। ਇਹ ਸੂਬਿਆਂ ਦੇ ਅਧਿਕਾਰ ਵਾਸਤੇ ਫੈਡਰਲਿਜ਼ਮ ਦੀ ਲੜਾਈ ਹੈ। ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਖਿਲਾਫ ਸਿੱਧੀ ਜੰਗ ਦਾ ਐਲਾਨ ਕੀਤਾ। ਬਰਤਾਨਵੀ ਰਾਜ ਸਮੇਂ ਵੀ ਪੰਜਾਬ ਤੋਂ ਹੋਏ ਅੰਦੋਲਨ ਹੋਏ ਸਨ ਤੇ ਇਸ ਦੇ ਨਾਲ ਕਾਨੂੰਨ ਵਾਪਸ ਲੈਣੇ ਪਏ ਸਨ। ਜੇ ਅੰਗਰੇਜ਼ਾਂ ਤੋਂ ਪਗੜੀ ਸੰਭਾਲੋ ਜੱਟਾ ਲਹਿਰ ਦੇ ਅਧੀਨ ਕਾਨੂੰਨ ਵਾਪਸ ਕਰਾ ਲਏ ਗਏ ਤੇ ਫਿਰ ਮੋਦੀ ਸਰਕਾਰ 'ਤੇ ਆਪਣੀਆਂ
ਇਸ ਤੋਂ ਕਿਉਂ ਨਹੀਂ ਵਾਪਸ ਕਰਾਇਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ? ਹੈਲੋ, ਮਾਫੀ ਚਾਹੁੰਦੇ ਹਾਂ। ਅਤੇ ਇਸ ਦੇ ਨਾਲ ਦੂਜਾ ਸਵਾਲ ਜਿਹੜਾ ਹਮੀਰ ਸਿੰਘ ਹੋਰਾਂ ਨੇ ਪੁੱਛਿਆ ਕਿ ਸਰਕਾਰ ਕਹਿੰਦੀ ਹੈ ਕਾਨੂੰਨ ਵਿੱਚ ਸੋਧਾਂ ਜਿੰਨੀਆਂ ਮਰਜ਼ੀ ਕਰਾ ਲਓ, ਪਰ ਕਿਸਾਨ ਆਗੂ ਸੋਧਾਂ ਲਈ ਤਿਆਰ ਨਹੀਂ, ਸੋਧਾਂ ਨਾਲ ਕੰਮ ਕਿਉਂ ਨਹੀਂ ਚੱਲਦਾ? ਇਸ ਬਾਰੇ ਪ੍ਰੋਫੈਸਰ ਸਾਈਨਾਥ ਦਾ ਕਹਿਣਾ, ਪੀ ਸਾਈਨਾਥ ਦਾ ਕਹਿਣਾ ਕਿ ਕਿਸਾਨ ਧਿਰਾਂ ਨੇ 14-15 ਦੇ ਕਰੀਬ ਇਤਰਾਜ਼ ਉਠਾਏ ਨੇ, ਸਰਕਾਰ ਉਹਨਾਂ ਦੇ ਵਿੱਚੋਂ 12 ਦੇ ਕਰੀਬ ਮੰਨਣ ਨੂੰ ਤਿਆਰ ਹੋ ਚੁੱਕੀ ਹੈ। ਜਿਹੜੇ ਕਾਨੂੰਨ ਨੂੰ ਸਰਕਾਰ ਨੇ ਖੁਦ ਮੰਨਿਆ ਕਿ ਉਹ 90% ਬਦਲਿਆ ਜਾ ਸਕਦਾ, ਜੇ ਇੰਨਾ ਖਰਾਬ ਹੈ ਤਾਂ ਉਸ ਨੂੰ ਰੱਖਣ ਪਿੱਛੇ ਅੜੀ ਦਾ ਕੀ ਤੁੱਕ ਹੈ? ਤਿੰਨੇ ਕਾਨੂੰਨ ਬੁਨਿਆਦੀ ਤੌਰ 'ਤੇ ਸੰਵਿਧਾਨਕ ਨੇ, ਸੰਵਿਧਾਨ ਦੇ ਖਿਲਾਫ ਨੇ। ਖੇਤੀ ਰਾਜਾਂ ਦਾ ਵਿਸ਼ਾ ਹੈ, ਸਟੇਟ ਦਾ ਵਿਸ਼ਾ, ਅਤੇ ਕੇਂਦਰ ਨੇ ਰਾਜਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ, ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ। ਰਾਜ ਸਭਾ ਦੇ ਵਿੱਚ 8 ਸੰਸਦ ਮੈਂਬਰ ਵੋਟਿੰਗ ਦੀ ਮੰਗ ਕਰਦੇ ਰਹੇ, ਪਰ ਉਹਨਾਂ ਮੈਂਬਰਾਂ ਦੀ ਵੀ ਨਹੀਂ ਸੁਣੀ ਗਈ। ਜੇ ਸੁਣੀ ਹੈ ਤਾਂ ਕੇਵਲ ਅੰਡਾਨੀ ਅਤੇ ਅੰਬਾਨੀ ਦੀ। ਉਹ ਕਹਿੰਦੇ ਨੇ ਕਿ ਤੁਹਾਨੂੰ ਪਸੰਦ ਦੇ ਦਿੱਤੀ ਹੈ ਸੋਧਾਂ ਦੀ, ਇਸ ਤਰ੍ਹਾਂ ਤੁਹਾਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ। ਹੁਣ ਇਹ ਦੱਸੋ ਕਿ ਤੁਸੀਂ ਗੋਲੀ ਨਾਲ ਮਰਨਾ ਹੈ ਕਿ ਜ਼ਹਿਰ ਖਾ ਕੇ ਮਰਨਾ ਹੈ ਕਿ ਗਲ ਦੱਬ ਕੇ ਮਾਰੀਏ? ਇਹ ਆਪਸ਼ਨ ਹੈ। ਕਿਆ ਬਾਤ ਹੈ, ਕਿਆ ਲੌਜਿਕ ਹੈ। ਸੋ ਪ੍ਰਸ਼ਨ ਕੀਤਾ ਹਮੀਰ ਸਿੰਘ ਹੋਰਾਂ ਨੇ, ਕਹਿੰਦੇ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਜੇ ਕਾਨੂੰਨ ਅਸੰਵਿਧਾਨਕ ਹੈ ਤਾਂ ਸੁਪਰੀਮ ਕੋਰਟ ਚਲੇ ਜਾਓ, ਕਿਸਾਨ ਅਦਾਲਤ ਕਿਉਂ ਨਹੀਂ ਜਾ ਰਹੇ? ਇਸ ਦੇ ਬਾਰੇ ਸਾਈਨਾਥ ਕਹਿੰਦੇ ਕਿ ਮੈਂ ਕਿਹਾ ਸੁਪਰੀਮ ਕੋਰਟ ਨੂੰ ਇਹ ਕੇਸ ਲੈਣਾ ਪਵੇਗਾ। ਜਦੋਂ ਸਰਕਾਰ ਨੇ ਬੁਨਿਆਦੀ ਹੱਕਾਂ ਅਤੇ ਸੰਵਿਧਾਨ ਦੀ ਉਲੰਘਣਾ ਕਰਕੇ ਕਾਨੂੰਨ ਬਣਾਏ ਨੇ, ਸੁਪਰੀਮ ਕੋਰਟ ਨੂੰ ਅੱਗੇ ਆ ਕੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ, ਕਿਉਂਕਿ ਜੇ ਸੰਵਿਧਾਨ ਨਾਲ ਖਿਲਵਾੜ ਹੋਇਆ ਨਾ, ਸਟੇਟ ਦਾ ਵਿਸ਼ਾ ਸੈਂਟਰ ਕਿਉਂ ਕਰੇ? ਤਾਂ ਇੱਥੇ ਸੁਪਰੀਮ ਕੋਰਟ ਕਿਉਂ ਚੁੱਪ ਹੈ? ਜਦੋਂ ਉਹਦੇ ਆਪਣੇ ਸੰਵਿਧਾਨ ਦੀ ਹੇਠੀ ਹੋ ਰਹੀ ਆ, ਆਪਣਾ ਸੰਵਿਧਾਨ ਉਹਦਾ ਦਰਕਨਾਰ ਕੀਤਾ ਜਾ ਰਿਹਾ, ਅਤੇ ਉੱਥੇ ਬੋਬੜੇ ਸਾਹਿਬ ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਕਰੋਨਾ ਦਾ ਤਾਂ ਫਿਕਰ ਹੈ, ਉਹਨਾਂ ਨੂੰ ਸੋਸ਼ਲ ਡਿਸਟੈਂਸ ਦਾ ਫਿਕਰ ਹੈ, ਪਰ ਜਿਹੜਾ ਉਹਨਾਂ ਦਾ ਹੀ ਸੰਵਿਧਾਨ ਜਿਸ 'ਤੇ ਉਹ ਸੁਪਰੀਮ ਜੱਜ ਨੇ, ਜਦੋਂ ਉਸ ਨਾਲ ਛੇੜਛਾੜ ਕਿਸੇ ਨੇ ਕੀਤੀ ਹੈ ਤੇ ਉੱਥੇ ਬੋਬੜੇ ਸਾਹਿਬ ਬੋਲਦੇ ਕਿਉਂ ਨਹੀਂ? ਸਵਾਲ ਇਹ ਵੀ ਹੈ। ਖੈਰ, ਇਹਦੇ ਬਾਰੇ ਸਾਈਨਾਥ ਕਹਿੰਦੇ ਨੇ ਕਿ ਕਿਸਾਨ ਇਸ ਕਰਕੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਮੁਕੱਦਮਿਆਂ ਦੇ ਵਿੱਚ ਲੰਮਾ ਸਮਾਂ ਲੰਘ ਜਾਂਦਾ ਹੈ। ਦੇਸ਼ ਦੇ 8 ਨਾਮੀ ਬੁੱਧੀਜੀਵੀਆਂ ਨੂੰ ਵੀ ਸਾਲ ਤੋਂ ਵੱਧ ਸਮੇਂ ਤੋਂ ਜ਼ਮਾਨਤ ਨਹੀਂ ਮਿਲੀ। ਅਰਨਬ ਗੋਸਵਾਮੀ ਨੂੰ 24 ਘੰਟਿਆਂ 'ਚ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ। ਸੋ ਇਸ ਕਰਕੇ ਕਿਸਾਨ ਸੰਵਿਧਾਨ ਦੀ ਰਾਖੀ ਕਰ ਰਹੇ ਨੇ। ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਗੇ ਆ ਕੇ ਅਸੰਵਿਧਾਨਕ ਫੈਸਲਿਆਂ 'ਤੇ ਖੁਦ ਰੋਕ ਲਾਵੇ। ਸਵਾਲ ਹੈ ਕਿ ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦਾ ਜਿਹੜਾ ਸੁਝਾਅ ਦਿੱਤਾ ਹੈ, ਤੁਹਾਡੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਮੇਟੀ ਦੇ ਵਿੱਚ, ਇਸ ਬਾਰੇ ਤੁਹਾਡਾ ਕੀ ਨਜ਼ਰੀਆ? ਕਿਉਂਕਿ ਪਹਿਲਾਂ ਸਾਈਨਾਥ ਨੂੰ ਵੀ ਲੈਣ ਦਾ ਜ਼ਿਕਰ ਹੋਇਆ ਸੀਗਾ। ਤਾਂ ਪੀ ਸਾਈਨਾਥ ਦਾ ਜਵਾਬ ਹੈ, ਕਹਿੰਦਾ ਮੈਂ ਸੁਪਰੀਮ ਕੋਰਟ ਦਾ ਇਸ ਲਈ ਸ਼ੁਕਰੀਆ ਕਰਦਾ ਕਿ ਉਸਨੇ ਮੈਨੂੰ ਇਸ 'ਤੇ ਯੋਗ ਸਮਝਿਆ, ਪਰ ਸਰਕਾਰ ਨੇ ਕਮੇਟੀ ਬਣਾਉਣ ਵਾਲੀ ਦਿਸ਼ਾ ਵੱਲ ਕੋਈ ਕਦਮ ਨਹੀਂ ਉਠਾਇਆ। ਇਸ ਤੋਂ ਬਾਅਦ ਹੀ ਪ੍ਰਕਿਰਿਆ ਦਿੱਤੀ ਜਾ ਸਕਦੀ ਸੀ। ਕਹਿੰਦਾ ਸਰਕਾਰ ਨੇ ਮੇਰਾ ਨਾਂ ਨਹੀਂ ਮੈਂਸ਼ਨ ਕੀਤਾ। ਦੇਸ਼ ਦੇ ਵਿੱਚ ਪਹਿਲਾਂ ਬਣੀਆਂ ਕਮੇਟੀਆਂ ਦਾ ਰਿਕਾਰਡ ਖਰਾਬ ਹੋਣ ਕਰਕੇ ਕਮੇਟੀਆਂ 'ਤੇ ਭਰੋਸਾ ਮੁਸ਼ਕਿਲ ਹੈ। ਇਸ ਲਈ ਦੇਸ਼ ਦਾ ਸਭ ਤੋਂ ਵੱਡਾ ਕਮਿਸ਼ਨ ਬਣਿਆ ਸੀ ਜਿਸ ਦਾ ਨਾਂ ਨੈਸ਼ਨਲ ਕਮਿਸ਼ਨ ਔਨ ਫਾਰਮਰਸ ਸੀ। ਡਾਕਟਰ ਸਵਾਮੀਨਾਥਨ ਵਰਗੇ ਵੱਡੇ ਕੱਦ ਦੇ ਵਿਗਿਆਨੀ ਇਸ ਦੇ ਮੁਖੀ ਸਨ, ਨੈਸ਼ਨਲ ਕਮਿਸ਼ਨ ਔਨ ਫਾਰਮਰਸ। ਇਸ ਕਰਕੇ ਕਮਿਸ਼ਨ ਦੀ ਰਿਪੋਰਟ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵਜੋਂ ਜਾਣਿਆ ਜਾਂਦਾ ਹੈ। ਦੇਸ਼ ਦੇ ਕਿਸੇ ਵੀ ਅਨਪੜ੍ਹ ਕਿਸਾਨ ਨੂੰ ਜੇਕਰ 2 ਸ਼ਬਦ ਅੰਗਰੇਜ਼ੀ ਦੇ ਆਉਂਦੇ ਨੇ ਤਾਂ ਉਹ ਸਵਾਮੀਨਾਥਨ ਰਿਪੋਰਟ ਹੈ। ਸੋ ਕਾਂਗਰਸ ਤੇ ਭਾਜਪਾ ਦੋਹਾਂ ਨੇ 15 ਸਾਲਾਂ ਦੇ ਦੌਰਾਨ ਸੰਸਦ ਦੇ ਵਿੱਚ ਚਰਚਾ ਲਈ 1 ਘੰਟਾ ਵੀ ਇਸ 'ਤੇ ਨਹੀਂ ਕੱਢਿਆ। ਇਸ ਕਮਿਸ਼ਨ ਦੇ ਵਿੱਚ ਬੁੱਧੀਜੀਵੀਆਂ ਕਿਸਾਨਾਂ ਦੇ ਨਾਲ ਵਿਆਪਕ ਸੰਵਾਦ ਰਚਾਇਆ ਗਿਆ ਸੀ। ਇਸ ਲਈ ਭਾਵੇਂ ਰਿਪੋਰਟ ਨਾਲ 100% ਸਹਿਮਤੀ ਨਾ ਹੋਵੇ, ਪਰ 70% ਤੋਂ ਵੱਧ ਇਸ ਦੇ ਨਾਲ ਸਹਿਮਤ ਨੇ। ਹੁਣ ਸਵਾਲ ਹੈ ਕਿ ਜੇ ਦੇਸ਼ ਦਾ ਸਭ ਤੋਂ ਵੱਡਾ ਕਮਿਸ਼ਨ ਜੋ ਕਿਸਾਨਾਂ ਲਈ ਬਣਿਆ ਸੀ, ਨੈਸ਼ਨਲ ਕਮਿਸ਼ਨ ਔਨ ਫਾਰਮਰਸ, ਉਸ ਦੇ ਮੁਖੀ ਸਨ ਡਾਕਟਰ ਸਵਾਮੀਨਾਥਨ, ਉਸ ਦੀਆਂ ਰਿਪੋਰਟਾਂ ਨੂੰ ਜੇ ਡਿਸਕਸ ਕਰਨ ਵਾਸਤੇ ਸਰਕਾਰਾਂ ਕੋਲ ਸਮਾਂ ਨਹੀਂ, ਪਰ ਆ ਜਿਹੜੀ ਹੁਣ ਭੁਪਿੰਦਰ ਮਾਨ ਹੋਰਾਂ ਦੀ ਕਮੇਟੀ ਹੈ, ਫਿਰ ਇਹਦੀ ਕੀ ਔਕਾਤ ਹੈ ਨਾ? ਜੇ ਨੈਸ਼ਨਲ ਕਮਿਸ਼ਨ ਔਨ ਫਾਰਮਰ ਦੀ ਔਕਾਤ ਇੱਥੇ ਨਹੀਂ ਹੈ। ਅਗਲਾ ਸਵਾਲ ਹਮੀਰ ਸਿੰਘ ਨੇ ਕੀਤਾ ਕਿ ਮੋਦੀ ਸਰਕਾਰ ਕਹਿੰਦੀ ਹੈ ਕਿ ਉਸਨੇ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ, ਇਹਦਾ ਕੀ ਸੱਚ ਹੈ? ਸਾਈਨਾਥ ਕਹਿੰਦੇ ਉਤਪਾਦਨ ਲਾਗਤ ਦਾ ਪਹਿਲਾ ਨੁਕਤਾ ਇਹ ਹੈ A2, ਜਿਸ ਦਾ ਮਤਲਬ ਹੈ ਕਿ ਫਸਲ ਉਗਾਉਣ ਲਈ ਖਰਚ ਹੋਣ ਵਾਲੇ ਬੀਜ, ਤੇਲ, ਖਾਦ ਜੋ ਇਨਪੁਟ ਹੈ ਉਸ ਦੀ ਲਾਗਤ, ਅਤੇ ਉਸ ਤੋਂ ਬਾਅਦ ਦੂਸਰਾ ਪੱਖ ਹੈ ਪਰਿਵਾਰਕ ਲੇਬਰ ਕਿ ਕਿਸਾਨ ਦੀ ਮਿਹਨਤ ਕਿੰਨੀ ਹੈ।
ਇਹਨਾਂ ਦੋਵਾਂ ਦੇ ਆਧਾਰ 'ਤੇ ਸਰਕਾਰ ਕਹਿੰਦੀ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਗਈ ਹੈ, ਜਦੋਂ ਕਿ ਸਵਾਮੀਨਾਥਨ ਰਿਪੋਰਟ ਅਤੇ ਕਿਸਾਨ ਜਦੋਂ ਕਿ ਸਵਾਮੀਨਾਥਨ ਖੁਦ ਵੀ ਉਹਨਾਂ ਦੀ ਰਿਪੋਰਟ ਵੀ ਅਤੇ ਕਿਸਾਨ ਵੀ ਇਹ ਕਹਿੰਦੇ ਨੇ ਕਿ ਵਿਆਪਕ ਲਾਗਤ ਜਾਣੀ ਕਿ C2 ਭਾਵ ਜ਼ਮੀਨ ਦਾ ਠੇਕਾ, ਕਰਜ਼ੇ ਦਾ ਵਿਆਜ ਆਦਿ ਵਿੱਚ ਜੋੜੇ ਜਾਣ। ਦੁਨੀਆ ਦਾ ਕਿਹੜਾ ਵਪਾਰ ਹੈ ਜਿਸ ਦੇ ਵਿੱਚ ਇਹ ਖਰਚੇ ਜੋੜੇ ਨਹੀਂ ਜਾਂਦੇ? ਇਹ ਨਾ ਜੋੜਨ ਕਰਕੇ ਕਿਸਾਨ ਨੂੰ ਉਦਾਹਰਨ ਲਈ ਕਣਕ ਵਿੱਚ ਹੀ 400 ਤੋਂ 500 ਰੁਪਏ ਕੁਇੰਟਲ ਘਾਟਾ ਪੈਂਦਾ ਹੈ, ਜਾਣੀ ਕਿ ਜ਼ਮੀਨ ਦਾ ਠੇਕਾ ਅਤੇ ਕਰਜ਼ੇ ਦਾ ਵਿਆਜ ਇਸ ਦੇ ਵਿੱਚ ਨਹੀਂ ਜੋੜਿਆ ਜਾਂਦਾ। ਇਸ ਕਰਕੇ ਜਿਹੜੀ ਸਰਕਾਰ ਇਹ ਝੂਠ ਬੋਲਦੀ ਹੈ ਨਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ, ਉਸ ਦੇ ਵਿੱਚ ਜ਼ਮੀਨ ਦਾ ਠੇਕਾ ਨਹੀਂ ਜੋੜਿਆ ਜਾਂਦਾ, ਸਿਰਫ ਲਾਗਤ ਜੋੜ ਦਿੱਤੀ। ਜਿਹੜੀ ਜ਼ਮੀਨ ਦਾ ਠੇਕਾ ਉਹਦੇ 'ਚ ਕਿਉਂ ਨਹੀਂ ਜੁੜਦਾ? ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਨਾਲ ਕਿਹਾ ਜਾ ਰਿਹਾ ਕਿ ਸਰਕਾਰ ਨੂੰ 17 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ, ਜੋ ਸੰਭਵ ਨਹੀਂ ਹੈ। ਹੁਣ ਜਿਹੜਾ ਸਰਕਾਰ ਨੇ MSP ਤੈਅ ਕੀਤਾ, ਜੇ ਉਹ MSP ਦਿੰਦੀ ਹੈ ਤਾਂ ਉਸ ਨੂੰ 17 ਲੱਖ ਕਰੋੜ ਦੀ ਲੋੜ ਪਵੇਗੀ। ਇਹ ਸਰਕਾਰ ਲਈ ਮੁਸ਼ਕਲ ਹੈ। ਇਸ ਦੇ ਜਵਾਬ ਦੇ ਵਿੱਚ ਪੀ ਸਾਈਨਾਥ ਕਹਿੰਦੇ ਨੇ, ਕੇਂਦਰ ਸਰਕਾਰ ਹਰ ਸਾਲ 1 ਲੱਖ ਕਰੋੜ ਤੋਂ ਵੀ ਜ਼ਿਆਦਾ ਰੁਪਈਏ ਕਾਰਪੋਰੇਟ ਘਰਾਣਿਆਂ ਨੂੰ ਗੈਰ ਵਾਪਸੀ ਵਾਲਾ ਜਾਣੀ ਕਿ NPA ਕਰਜ਼ਾ ਮਾਫ ਕਰਦੀ ਹੈ। ਵਿਜੇ ਮਾਲਿਆ, ਨੀਰਵ ਮੋਦੀ ਅਤੇ ਹੋਰ ਪਤਾ ਨਹੀਂ ਕਿੰਨੇ ਮੋਦੀ ਹਜ਼ਾਰਾਂ ਕਰੋੜ ਦੱਬ ਕੇ ਬੈਠੇ ਨੇ। ਜੇ ਕਰੋੜਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਤਾਂ ਤੁਹਾਡੇ ਕੋਲ ਪੈਸਾ ਨਹੀਂ ਹੈ। ਕੇਂਦਰ ਨੇ ਪਾਰਲੀਮੈਂਟ ਦੀ ਨਵੀਂ ਇਮਾਰਤ ਸੈਂਟਰ ਵਿਸਟਾ ਬਣਾਉਣ ਦੇ ਵਾਸਤੇ 20,000 ਕਰੋੜ ਰੁਪਈਆ ਰੱਖ ਲਿਆ। ਅਦਾਲਤਾਂ ਤੋਂ ਵੀ ਮੋਹਰ ਲਵਾ ਲਈ। ਬੁਲਟ ਟ੍ਰੇਨ ਉੱਤੇ ਕਿੰਨਾ ਖਰਚਾ ਹੋਣਾ। ਸੋ ਪਾਰਲੀਮੈਂਟ 'ਤੇ 20,000 ਕਰੋੜ ਰੁਪਈਆ ਲਾਉਣ ਨੂੰ ਤੇ ਪੈਸੇ ਨੇ, ਪਰ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਕੀਮਤ ਦੇਣ ਵਾਸਤੇ 17 ਲੱਖ ਕਰੋੜ ਰੁਪਈਆ ਨਹੀਂ ਹੈ। ਇਹ ਕੀਮਤ ਦੇ ਕੇ ਕਰਨਾ ਕੀ ਹੈ? ਕੁਛ ਵੀ ਨਹੀਂ। ਸਿਰਫ ਉਹਨਾਂ ਤੋਂ ਲੈ ਕੇ ਅੱਗੇ ਤੁਸੀਂ ਵੇਚਣਾ। ਜਿਹੜਾ ਵਪਾਰੀ ਲੁੱਟਦਾ ਵਿੱਚ, ਜਿਹੜਾ ਸ਼ਾਹੂਕਾਰ ਲੁੱਟਦਾ, ਸਰਦਾਰ ਹੈ ਕੋਈ ਵੀ ਆ ਲੁੱਟਦਾ, ਉਸ ਲੁੱਟ ਨੂੰ ਤੁਸੀਂ ਬਚਾਉਣਾ। ਉਹ ਨਹੀਂ ਅਸੀਂ ਕਰਨ ਦੇਣਾ। ਕਿ ਕਿਤੇ ਆਟੇ ਦੀ ਕੀਮਤ ਭਾਰਤ 'ਚ ਘੱਟ ਹੈ, ਕਿਤੇ ਵੀ 25 ਤੋਂ ਘੱਟ ਕਿਤੇ ਹੈਗਾ ਮੈਨੂੰ ਦੱਸ ਦਿਓ। ਅਤੇ ਕਣਕ MSP 1900 ਰੁਪਈਏ ਹੈ ਅਤੇ ਵਿਕਦੀ 1100 ਨੂੰ ਹੈ, ਵਿਕਦੀ 1000 ਨੂੰ ਹੈ। ਅਤੇ ਫਿਰ ਇਹ ਲੁੱਟ ਕਿਉਂ? ਭਾਵੇਂ ਅਡਾਨੀ ਕਰਦਾ ਅਤੇ ਭਾਵੇਂ ਕੋਈ ਲਾਲਾ ਜਾਂ ਸਰਦਾਰ ਕਰਦਾ, ਮੁੱਲਾਂ ਕਰਦਾ, ਮੀਆਂ ਕਰਦਾ, ਉਹ ਲੁੱਟ ਨਹੀਂ ਹੋਣੀ ਚਾਹੀਦੀ ਕਿਸਾਨ ਦੇ ਉਤਪਾਦਨ ਦੀ। ਬੇਜ਼ਮੀਨੇ ਜਾਂ ਮਾਮੂਲੀ ਜ਼ਮੀਨ ਵਾਲਿਆਂ ਦਾ ਗੁਜ਼ਾਰਾ ਘੱਟੋ ਘੱਟ ਸਮਰਥਨ ਮੁੱਲ ਨਾਲ ਕਿਵੇਂ ਹੋਵੇਗਾ? ਇਸ ਬਾਰੇ ਸਾਈਨਾਥ ਕਹਿੰਦੇ, ਮੈਂ MSP ਦਾ ਵੱਡਾ ਸਮਰਥਕ ਹਾਂ, ਪਰ ਖਰੀਦ ਦੀ ਗਰੰਟੀ ਤੋਂ ਬਿਨਾਂ ਇਸ 'ਤੇ ਕੋਈ ਮਾਨੇ ਨਹੀਂ ਹੈ। ਜਿੰਨੀ ਦੇਰ ਇਸ 'ਤੇ ਖਰੀਦ ਨਹੀਂ ਹੁੰਦੀ ਸਰਕਾਰੀ ਰੇਟ 'ਤੇ, ਉਨੀ ਦੇਰ ਇਸ MSP ਤੈਅ ਕਰਨ ਦਾ ਕੋਈ ਫਾਇਦਾ ਨਹੀਂ। ਹੁਣ ਮੱਕੀ ਦੀ 1800 ਕੀਤੀ ਹੈ, ਉਹਦਾ ਫਾਇਦਾ ਹੈ ਕੋਈ? ਨਥਿੰਗ, ਜ਼ੀਰੋ। 600 ਨੂੰ ਵਿਕ ਰਹੀ ਹੈ। ਜਦੋਂ ਮੁੜ ਕੇ ਉਹ ਚਾਰੇ ਵਾਸਤੇ ਜਾਂ ਰੋਟੀਆਂ ਵਾਸਤੇ ਮੱਕੀ ਦਾ ਆਟਾ ਚਾਹੀਦਾ ਅਤੇ ਉਹੀ 2000, 1800, 3000। ਖੈਰ, ਕਹਿੰਦੇ ਪਹਿਲਾਂ ਮੰਡੀਆਂ ਹੀ ਘੱਟ ਖੋਲ੍ਹੀਆਂ ਨੇ, ਉੱਥੇ ਵੀ ਏਜੰਸੀਆਂ ਦੇਰੀ ਨਾਲ ਪਹੁੰਚਦੀਆਂ ਨੇ, ਸਮੇਂ ਤੋਂ ਪਹਿਲਾਂ ਵਾਪਸ ਆ ਜਾਂਦੀਆਂ ਨੇ। ਸੋ ਬਹੁਤ ਸਾਰੇ ਰਾਜਾਂ ਦੇ ਵਿੱਚ ਇਸ ਕਰਕੇ ਕਿਸਾਨਾਂ ਨੂੰ MSP ਨਹੀਂ ਮਿਲ ਰਿਹਾ। ਹੁਣ ਜਿਹੜਾ ਸਵਾਲ ਕੀਤਾ ਹਮੀਰ ਸਿੰਘ ਹੋਰਾਂ ਨੇ, ਕਹਿੰਦੇ ਸ਼ਾਂਤਾ ਕੁਮਾਰ ਕਮੇਟੀ ਅਤੇ ਅਸ਼ੋਕ ਗੁਲਾਟੀ ਵਰਗੇ ਅਰਥ ਸ਼ਾਸਤਰੀ ਕਹਿੰਦੇ ਨੇ ਕਿ MSP ਦਾ ਲਾਭ ਕੇਵਲ 6% ਕਿਸਾਨਾਂ ਨੂੰ ਹੁੰਦਾ, ਬਾਕੀ ਕਿਸਾਨਾਂ ਤੱਕ ਮੌਜੂਦਾ ਕਾਨੂੰਨ ਹੀ ਲਾਭ ਪਹੁੰਚਾਉਣਗੇ। ਇਹਦੇ ਬਾਰੇ ਕੀ ਸੱਚ ਹੈ? ਇਹਦੇ ਬਾਰੇ ਲਿਖਦੇ ਨੇ ਪੀ ਸਾਈਨਾਥ, ਕਹਿੰਦੇ ਲੱਗਦਾ ਹੈ ਕਿ ਕੱਲ੍ਹ ਦਾ ਭਾਸ਼ਣ ਮੈਂ ਅੱਜ ਦੇ ਰਿਹਾ। ਘੱਟੋ ਘੱਟ ਸਮਰਥਨ ਮੁੱਲ ਦਾ ਲਾਭ 12% ਕਿਸਾਨਾਂ ਤੱਕ ਪਹੁੰਚ ਜਾਂਦਾ ਹੈ। ਝੋਨਾ ਪੈਦਾਵਾਰ ਦੇ ਵਿੱਚ ਉੜੀਸਾ, ਛੱਤੀਸਗੜ੍ਹ ਦੇ ਵਿੱਚੋਂ ਖਰੀਦ ਦਾ ਦਾਇਰਾ ਵੱਧ ਰਿਹਾ ਹੈ। ਕਣਕ ਲਈ ਮੱਧ ਪ੍ਰਦੇਸ਼ ਅੱਗੇ ਨਿਕਲ ਰਿਹਾ। ਦੂਜੀ ਗੱਲ ਹੈ ਕਿ ਜੇ 2-3 ਰਾਜ ਜਿਵੇਂ ਕੇਰਲਾ, ਤਾਮਿਲਨਾਡੂ ਦੇ ਵਿੱਚ ਸਰਕਾਰੀ ਸਕੂਲ ਸਿੱਖਿਆ ਬਿਹਤਰ ਹੈ ਤਾਂ ਬਾਕੀ ਰਾਜਾਂ ਦੇ ਵਿੱਚ ਨਹੀਂ, ਤਾਂ ਕਿ ਜਿੱਥੇ ਬਿਹਤਰ ਹੈ ਉੱਥੋਂ ਦੇ ਸਰਕਾਰੀ ਸਕੂਲ ਵੀ ਬੰਦ ਕਰ ਦਿੱਤੇ ਜਾਣ। ਮਤਲਬ ਜੇ ਪੰਜਾਬ ਨੂੰ MSP ਮਿਲਦਾ, ਦੂਜਿਆਂ ਨੂੰ ਨਹੀਂ ਮਿਲਦਾ, ਤਾਂ ਇਹ ਤਾਂ ਕੋਈ ਲੌਜਿਕ ਨਹੀਂ ਕਿ ਪੰਜਾਬ ਦਾ ਵੀ ਗਲਾ ਦੱਬ ਦਿਓ, ਸਾਰਿਆਂ ਨੂੰ ਮਾਰ ਦਿਓ, ਬਲਕਿ ਤੁਸੀਂ ਸਾਰਿਆਂ ਨੂੰ ਦੇਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਸੋ ਇਸ ਦੇ ਵਾਸਤੇ ਸਾਈਨਾਥ ਕਹਿੰਦੇ ਕਿ ਮੈਂ ਕਦੇ ਨਹੀਂ ਕਿਹਾ ਕਿ ਖੇਤੀ ਉਪਜ ਮਾਰਕੀਟ ਕਮੇਟੀ ਜਾਣੀ ਕਿ APMC ਕਾਨੂੰਨ ਸਵਰਗ ਹੈ। ਕਿਸਾਨਾਂ ਨੂੰ ਇਸ ਬਾਰੇ ਬਹੁਤ ਸਾਰੇ ਸ਼ਿਕਾਇਤਾਂ ਹੈਗੀਆਂ ਨੇ, ਇਹ ਮੰਨਣਾ ਪੈਣਾ। ਪਰ ਬੁਨਿਆਦੀ ਸਵਾਲ ਇਹ ਹੈ ਕਿ ਕਮਿਊਨਿਟੀ ਖੇਤੀ ਜਾਂ ਕਾਰਪੋਰੇਟ ਲੈਡ ਖੇਤੀ ਚਾਹੀਦੀ ਹੈ। ਅਸ਼ੋਕ ਗੁਲਾਟੀ ਬਦਨੀਤੀ ਨਾਲ ਗੱਲ ਕਰਦੇ ਨੇ ਜਿਹੜੇ ਇਸ ਕਮੇਟੀ 'ਚ ਪਾਏ ਗਏ ਨੇ। ਸੋ ਜੇਕਰ ਕਾਰਪੋਰੇਟ ਲੈਡ ਖੇਤੀ ਚਾਹੁੰਦੇ ਨੇ ਤਾਂ ਖੁੱਲ੍ਹੇਆਮ ਆ ਕੇ ਕਹਿਣ ਕਿ ਉਸ ਦੇ ਪੱਖ ਦੇ ਵਿੱਚ ਨੇ। ਸਿੰਘੂ ਅਤੇ ਟਿੱਕਰੀ ਦੇ ਅੰਦੋਲਨ ਦੀ ਮਹਾਨ ਗੱਲ ਇਹ ਹੈ ਕਿ ਬਹੁਤ ਸਾਲਾਂ ਬਾਅਦ ਮੈਂ ਵੇਖ ਰਿਹਾ ਕਿ ਕਿਸਾਨ ਵਰਗ ਸਿੱਧਾ ਕਾਰਪੋਰੇਟ ਨਾਲ ਲੜ ਰਿਹਾ
ਅਡਾਨੀ ਤੇ ਅੰਬਾਨੀ ਦਾ ਉਹ ਨਾਂ ਵੀ ਲੈ ਰਿਹਾ। ਈਵਨ ਪਾਰਲੀਮੈਂਟ ਦੇ ਵਿੱਚ ਵੀ ਸੁਖਬੀਰ ਬਾਦਲ ਨੇ ਅੰਬਾਨੀਆਂ ਦਾ ਨਾਂ ਲਿਆ ਕਿ ਕਿਵੇਂ ਇਹਨਾਂ ਨੇ ਜੀਓ ਸਸਤਾ ਕੀਤਾ ਅਤੇ ਕਿਵੇਂ ਕੰਪਨੀਆਂ ਫੇਲ ਕੀਤੀਆਂ ਅਤੇ ਬਾਅਦ 'ਚ ਜੀਓ ਮਹਿੰਗਾ ਕੀਤਾ। ਹੁਣ ਡੈਡਲਾਗ ਵਰਗੀ ਹਾਲਤ ਹੈ। ਇਸ ਬਾਰੇ ਸਾਈਨਾਥ ਦਾ ਕਹਿਣਾ ਹੈ ਕਿ ਇਸ ਦਾ ਤੁਰੰਤ ਹੱਲ ਸਭ ਤੋਂ ਪਹਿਲਾਂ ਭਰੋਸਾ ਬਹਾਲੀ ਵਾਸਤੇ 3 ਕਾਨੂੰਨ ਵਾਪਸ ਲੈ ਜਾਣ। ਸਸਪੈਂਡ ਕਰਨ ਨਾਲ ਗੱਲ ਨਹੀਂ ਬਣਨੀ। ਇਸ ਤੋਂ ਪਿੱਛੋਂ ਪਾਰਲੀਮੈਂਟ ਦਾ ਖੇਤੀ ਅਤੇ ਇਸ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ, ਜਿਸ ਦੇ ਵਿੱਚ ਖੇਤੀ, ਪਾਣੀ ਦੀ ਨਿੱਜੀਕਰਨ, ਕਰਜ਼ਾ ਮਾਫੀ, ਸਵਾਮੀਨਾਥਨ ਰਿਪੋਰਟ, ਔਰਤ, ਕਿਸਾਨ, ਆਦੀਵਾਸੀ, ਦਲਿਤ, ਖੇਤ ਮਜ਼ਦੂਰ, ਆਹ ਸਾਰੇ ਮੁੱਦਿਆਂ 'ਤੇ ਚਰਚਾ ਹੋਵੇ ਅਤੇ ਇਹਨਾਂ ਧਿਰਾਂ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਹੋਣ। ਬਹੁਤ ਸਾਰੇ ਜਮਹੂਰੀ ਮੁਲਕਾਂ ਦੇ ਵਿੱਚ ਇੱਕ ਰਵਾਇਤ ਇਸ ਤਰ੍ਹਾਂ ਦੀ ਹੈਗੀ ਹੈ। ਜੇ ਖੇਤੀ 'ਤੇ ਕਾਨੂੰਨ ਬਣਾਉਣਾ ਤਾਂ ਫਿਰ ਖੇਤੀ ਨਾਲ ਜੁੜੇ ਹੋਏ ਲੋਕਾਂ ਦੀ ਰਾਏ ਲੈਣੀ ਪਵੇਗੀ, ਉਹਨਾਂ ਦੀ ਹਾਮੀ ਭਰਾਉਣੀ ਹੋਏਗੀ, ਨਹੀਂ ਤਾਂ ਫਿਰ ਇੱਦਾਂ ਦੇ ਧਰਨੇ ਚੱਲਣਗੇ। ਖੈਰ, ਸਾਈਨਾਥ ਲਿਖਦੇ ਨੇ, ਕਹਿੰਦੇ ਟਰੰਪ ਦੇ ਦੇਸ਼ ਦੇ ਵਿੱਚ ਵੀ ਇਹ ਰਵਾਇਤ ਚੱਲਦੀ ਹੈ। ਪਾਰਲੀਮੈਂਟ ਦੇ ਵਿੱਚ ਕਿਸਾਨਾਂ ਅਤੇ ਸੰਬੰਧਿਤ ਲੋਕਾਂ ਨੂੰ ਸੁਣਿਆ ਜਾਵੇ, ਉਹ ਆਪਣੇ ਤਜਰਬੇ ਦੇ ਵਿੱਚ ਦੱਸਣ ਕਿ ਖੇਤੀ ਖੇਤਰ ਨੂੰ ਕਿਸ ਤਰ੍ਹਾਂ ਠੀਕ ਪਾਸੇ ਤੋਰਿਆ ਜਾ ਸਕਦਾ ਹੈ। 20-25 ਸਾਲ ਤੋਂ ਕਿਸਾਨ ਨੂੰ ਮਿਲਣ ਵਾਲੇ ਕਰਜ਼ੇ ਦਾ ਤਰੀਕਾ ਬਦਲ ਦਿੱਤਾ ਗਿਆ, ਉਹ ਖੇਤੀ ਵਪਾਰ ਦੇ ਹਵਾਲੇ ਹੋ ਰਿਹਾ। ਮਿਸਾਲ ਵਜੋਂ ਮਹਾਰਾਸ਼ਟਰ ਦੇ ਕਿਸਾਨ ਦੇ ਨਾਂ 'ਤੇ ਮਿਲਣ ਵਾਲੇ ਕੁੱਲ ਲੋਨ ਦਾ 53% ਕੇਵਲ ਮੁੰਬਈ ਦੇ ਵਿੱਚ ਦਿੱਤਾ ਜਾ ਰਿਹਾ। ਮੁੰਬਈ ਦੇ ਵਿੱਚ ਖੇਤੀ ਤੇ ਕਿਸਾਨ ਹੈ ਕਿੱਥੇ? ਜਾਣੀ ਕਿ ਜਿਹੜਾ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਪੈਸਾ ਮਿਲਣਾ ਸਰਕਾਰ ਦੀ ਤਰਫੋਂ, ਉਹ ਮੁੰਬਈ ਦੇ ਸ਼ਹਿਰ 'ਚ ਦਿੱਤਾ ਜਾ ਰਿਹਾ ਵੱਡੇ ਫਾਰਮਾਂ ਨੂੰ। ਅਤੇ ਮੁੰਬਈ ਦੇ ਵਿੱਚ ਇਹ ਕੁਛ ਹੋ ਰਿਹਾ। ਇਸੇ ਤਰ੍ਹਾਂ ਖੇਤੀ ਜਲਵਾਯੂ ਜਿਹੜਾ ਐਗਰੋ ਐਕੋਲੋਜੀ ਵਾਲੇ ਪਾਸੇ ਜਾਗਰੂਕਤਾ ਵਧਾਉਣ ਦੇ ਵਾਸਤੇ, ਖੇਤੀ ਨੂੰ ਜ਼ਹਿਰ ਮੁਕਤ ਕਰਨ ਵਾਸਤੇ, ਕਾਰਪੋਰੇਟ ਮੁਕਤ ਕਰਨ ਵਾਲੇ ਪਾਸੇ ਯੋਜਨਾਬੰਦੀ ਬਣਾਉਣ ਦੀ ਲੋੜ ਹੈ। ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵੱਲੋਂ ਅਸੀਂ 22 ਅਲੱਗ-ਅਲੱਗ ਜਲਵਾਯੂ ਜ਼ੋਨਾਂ 'ਤੇ ਸਟੋਰੀਆਂ ਕਰਵਾਈਆਂ ਨੇ, ਜਿਸ ਤੋਂ ਅਨੁਮਾਨ ਹੈ ਕਿ ਜਲਵਾਯੂ ਤਬਦੀਲੀ ਦੇ ਕਾਰਨ ਅਗਲੇ 2-2.5 ਦਹਾਕਿਆਂ ਦੇ ਵਿੱਚ ਪੈਦਾਵਾਰ 25% ਤੱਕ ਘਟ ਸਕਦੀ ਹੈ। ਜਾਣੀ ਕਿ ਇਹ ਅੰਦਾਜ਼ਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਯੀਲਡ ਹੈ, ਉਤਪਾਦਨ ਹੈ, ਜਿਹੜਾ ਖੇਤੀ ਦਾ ਉਪਜ ਹੈ ਜਿਹੜੀ ਦਾਣੇ ਦੀ, ਉਹ ਘਟੇਗੀ ਅਤੇ ਇਸ ਦੇ ਨਾਲ ਫੂਡ ਕ੍ਰਾਈਸਿਸ ਆਏਗਾ। ਇਸ ਦੇ ਆਧਾਰ 'ਤੇ ਹੀ ਕਾਰਪੋਰੇਟ ਨੇ ਇਸ 'ਤੇ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ, ਤਾਂ ਜੋ ਆਉਣ ਵਾਲੇ ਸਮੇਂ 'ਚ ਅਨਾਜ ਨੂੰ ਉੱਥੇ ਵੇਚਿਆ ਜਾਵੇ ਜਿੱਥੇ ਇਸ ਦੀ ਬਹੁਤੀ ਕੀਮਤ ਵਸੂਲੇ। ਇਹ ਅੰਬਾਨੀ ਅਡਾਨੀ ਐਵੇਂ ਥੋੜ੍ਹੀ ਪੈਰ ਪਸਾਰ ਰਹੇ ਨੇ। ਸੋ ਆਖਰੀ ਸਵਾਲ ਜਿਹੜਾ ਹਮੀਰ ਸਿੰਘ ਹੋਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਨੇਸ਼ਨ ਫਾਰ ਫਾਰਮਰਜ਼ ਨਾਲ ਮੈਂ ਕਹਿੰਦੇ ਦੇਸ਼ ਦੇ ਲੋਕਾਂ ਨੂੰ ਸੁਨੇਹਾ ਪੀ ਸਾਈਨਾਥ ਦਾ, ਨੇਸ਼ਨ ਫਾਰ ਫਾਰਮਰਜ਼ ਨਾਲ ਮੈਂ ਜੁੜਿਆ ਹੋਇਆ। ਉਸਨੇ ਕਿਸਾਨ ਬਚਾਓ ਦੇਸ਼ ਬਚਾਓ ਦਾ ਸੱਦਾ ਦਿੱਤਾ। ਹਰ ਜ਼ਿਲ੍ਹੇ ਦੇ ਵਿੱਚ ਸਮਾਗਮ ਕਰਨੇ। ਸਰਕਾਰ ਇਹ ਕਹਿ ਰਹੀ ਹੈ ਕਿ ਅੰਦੋਲਨ ਕੇਵਲ ਪੰਜਾਬ ਵਾਲੇ ਕਰ ਰਹੇ ਨੇ, ਜਦੋਂ ਕਿ ਇਹ ਸੱਚ ਨਹੀਂ ਹੈ। ਫਿਰ ਵੀ ਜਨਤਕ ਵੰਡ ਪ੍ਰਣਾਲੀ ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਬਾਰੇ ਸਾਰੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਅਤੇ ਜਿਹੜੇ ਇਹ ਕਹਿ ਰਹੇ ਨੇ ਕਿ ਉਹ ਅਮੀਰ ਕਿਸਾਨ ਦਾ ਅੰਦੋਲਨ ਹੈ, ਮੈਂ ਉਹਨਾਂ ਨੂੰ ਮਿਲਣਾ ਚਾਹਾਂਗਾ। ਅਜਿਹੇ ਅਮੀਰ ਕਿਸਾਨ ਜੋ 2 ਡਿਗਰੀ ਸੈਲਸੀਅਸ ਤਾਪਮਾਨ ਦੇ ਵਿੱਚ ਸੜਕ 'ਤੇ ਸੌਂਦਾ ਹੋਵੇ, 6 ਡਿਗਰੀ ਤਾਪਮਾਨ ਦੇ ਵਿੱਚ ਖੁੱਲ੍ਹੇ ਦੇ ਵਿੱਚ ਨਹਾ ਰਿਹਾ ਹੋਵੇ, ਇਹ ਮੈਂ ਵੇਖਣਾ ਚਾਹਾਂਗਾ। ਸੋ ਇਹ ਜਿਹੜੇ ਕਹਿੰਦੇ ਪਿਕਨਿਕ ਹੈ ਨਾ, ਉਹਨਾਂ ਨੂੰ ਇਹ ਸੱਚ ਵੇਖ ਲੈਣਾ ਚਾਹੀਦਾ ਕਿ ਕਿੰਨੀ ਕੁ ਠੰਡ ਹੈ ਅਤੇ ਕੀ ਉੱਥੇ ਹੋ ਰਿਹਾ। ਸੋ ਅਜੇ ਤੇ ਗੁਰਬਤ ਮਾਰੇ ਭਾਰਤ ਦੇ ਕਿਸਾਨ, ਸ਼੍ਰੀ ਰਾਮ ਲੱਲਾ ਦੇ ਪੁਜਾਰੀ, ਕਿੰਨੇ ਕਿਸਾਨ ਨੇ ਜਿਹੜੇ ਭੁੱਖ ਨੰਗ ਗਰੀਬੀ ਦੀ ਹਾਲਤ ਦੇ ਵਿੱਚ ਰਾਮ ਰਾਜ ਦੀ ਉਡੀਕ ਦੇ ਵਿੱਚ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਮ ਰਾਜ ਦੇ ਨਾਂ 'ਤੇ ਪਈਆਂ ਵੋਟਾਂ ਅੰਬਾਨੀ ਅਡਾਨੀਆਂ ਦੇ ਖਾਤੇ ਭੁਗਤ ਰਹੀਆਂ ਨੇ। ਇਸ ਕਰਕੇ ਉਹਨਾਂ ਦੀਆਂ ਜਾਇਦਾਦਾਂ ਛੜੱਪੇ ਮਾਰ ਕੇ ਵੱਧ ਰਹੀਆਂ ਨੇ ਅਤੇ ਕਿਸਾਨ ਦੀ ਜ਼ਮੀਨ ਹੈ ਜਿਹੜੀ ਉਹ ਖਤਮ ਹੋ ਰਹੀ ਹੈ। ਹੁਣ ਇਹ ਕਹਿੰਦੇ ਮਾਓਵਾਦੀ ਹੈ। ਇਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਇਹ ਆ ਜਿਹੜਾ ਕੁਰਕਸ਼ੇਤਰ ਵਾਲੇ ਮੈਂਬਰ ਪਾਰਲੀਮੈਂਟ ਜਾਂ ਵਿਦੰਤਾ ਦੀਆਂ ਵੱਡੀਆਂ ਖਾਣਾਂ ਨੇ, ਇਹ ਦੇਸ਼ ਦੇ ਖਜ਼ਾਨੇ ਨੂੰ ਕੱਢ ਕੇ ਉਹਨਾਂ ਖਾਣਾਂ ਦੇ ਵਿੱਚੋਂ ਵਿਦੇਸ਼ਾਂ ਨੂੰ ਵੇਚ ਰਹੇ ਨੇ। ਮਾਓਵਾਦੀਆਂ ਦੀ ਲੜਾਈ ਦੀ ਜ਼ਮੀਨੀ ਹਕੀਕਤ ਮੈਂ ਛੱਤੀਸਗੜ੍ਹ ਦੇ ਵਿੱਚ, ਬਿਹਾਰ ਦੇ ਵਿੱਚ ਵੇਖੀ ਹੈ। ਉਹ ਲੜਾਈ ਪਤਾ ਕੀ ਕਰਦੇ ਆ? ਉਹ ਕਹਿੰਦੇ ਅਸੀਂ ਜੰਗਲਾਂ 'ਚ ਰਹਿਣਾ ਚਾਹੁੰਦੇ ਹਾਂ, ਅਸੀਂ ਆਦੀਵਾਸੀ ਹਾਂ, ਜਿਹੜੀ ਸਾਡੇ ਪੁਰਖਿਆਂ ਦੇ ਕਿੱਲੇ 2-2 ਕਿੱਲੇ ਜ਼ਮੀਨ ਹੈ, ਅਸੀਂ ਉੱਥੇ ਹੀ ਰਹਿਣਾ ਚਾਹੁੰਦੇ ਹਾਂ। ਪਰ ਇਹ ਜਿਹੜੇ ਕਾਰਪੋਰੇਟ ਨੇ, ਕਿਉਂਕਿ ਉਹਨਾਂ ਜੰਗਲੀ ਇਲਾਕਿਆਂ ਦੇ ਵਿੱਚ ਜਿੱਥੇ ਉਹ ਜ਼ਮੀਨਾਂ ਦੇ ਮਾਲਕ ਨੇ, ਉੱਥੇ ਹੇਠਾਂ ਖਜ਼ਾਨਾ, ਤਾਂਬਾ, ਅਬਰਕ, ਹੋਰ ਬਹੁਤ ਸਾਰੀਆਂ ਧਾਤਾਂ ਨੇ, ਜਿਨ੍ਹਾਂ ਨੂੰ ਇਹ ਨਵੀਨ ਜਿੰਦਲ ਕੁਰਕਸ਼ੇਤਰ ਵਾਲਾ, ਜਿਹਦੀ ਮਾਂ ਸਵਿਤਰੀ ਜਿੰਦਲ ਭਾਰਤ ਦੀ ਸਭ ਤੋਂ ਅਮੀਰ ਲੇਡੀ ਹੈ, ਜਿਹੜੀ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੋਠੀ ਦੱਬੀ ਬੈਠੀ ਸੀ ਹਾਈ ਕੋਰਟ ਦੇ ਹੁਕਮਾਂ 'ਤੇ। ਬੀਬੀ ਭੱਠਲ, ਰਜਿੰਦਰ ਕੌਰ ਅਤੇ ਸਵਿਤਰੀ ਜਿੰਦਲ, ਇਹਨਾਂ ਨੂੰ ਉਹਨਾਂ ਕੋਠੀਆਂ 'ਚੋਂ ਕੱਢਿਆ ਗਿਆ ਸੀਗਾ। ਸੋ ਇਹ ਸਵਿਤਰੀ ਜਿੰਦਲ ਦਾ ਪੁੱਤਰ
ਨਵੀਨ ਜਿੰਦਲ ਦੀਆਂ ਕਈ ਖਾਣਾਂ ਨੇ, ਵਿਦੰਤਾ ਗਰੁੱਪ ਦੀਆਂ ਹੋਰ ਵੱਡੇ ਕਾਰਪੋਰੇਟਾਂ ਦੀਆਂ ਜਿਹੜੀਆਂ ਖਾਣਾਂ ਨੇ, ਉਹ ਉਹਨਾਂ ਮਾਓਵਾਦੀਆਂ ਦੇ ਇਲਾਕੇ ਦੇ ਵਿੱਚ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਲੈਂਦੀਆਂ ਨੇ, ਅਕਵਾਇਰ ਕਰਦੀਆਂ ਨੇ, ਅਤੇ ਫਿਰ ਉਸ ਜ਼ਮੀਨ ਦੇ ਵਿੱਚੋਂ ਕੀਮਤੀ ਖਜ਼ਾਨੇ ਕੱਢ ਕੇ ਵਿਦੇਸ਼ਾਂ ਨੂੰ ਵੇਚ ਰਹੇ ਨੇ। ਹਾਲਾਂਕਿ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਮਿਨਰਲ ਧਾਤਾਂ ਜ਼ਮੀਨ ਦੇ ਵਿੱਚ ਨੇ, ਉਹ ਕੋਈ ਵੀ ਮੁਲਕ ਨਹੀਂ ਵੇਚ ਰਿਹਾ, ਉਹ ਸੰਭਾਲ ਰਹੇ ਨੇ। ਫਿਰ ਭਾਰਤ ਦਾ ਖਜ਼ਾਨਾ ਇਹ ਲੁੱਟਿਆ ਜਾ ਰਿਹਾ ਇਹਨਾਂ ਕਾਰਪੋਰੇਟ ਵੱਲੋਂ। ਅੰਬਾਨੀ ਅਡਾਨੀ ਨਹੀਂ, ਇਹ 'ਚ ਨਵੀਨ ਜਿੰਦਲ ਜਾਂ ਹੋਰ ਲੋਕ ਵੀ ਨੇ ਜਿਹੜੇ ਸਰਕਾਰ ਦੇ ਰਾਹੀਂ ਇਹ ਬਿਜ਼ਨਸ ਦੇ ਰੂਪ ਦੇ ਵਿੱਚ ਠੱਗੀ ਹੋ ਰਹੀ ਹੈ। ਜੇ ਅਮੀਰ ਠੱਗੀ ਲਾਉਂਦਾ ਉਹ ਬਿਜ਼ਨਸ ਹੈ, ਜੇ ਗਰੀਬ ਆਪਣਾ ਹੱਕ ਮੰਗਦਾ ਤੇ ਉਹ ਡਾਕਾ ਬਣ ਜਾਂਦਾ ਹੈ। ਸੋ ਉਹ ਜਿਹੜੇ ਮਾਓਵਾਦੀ ਨੇ ਉਹ ਕਹਿੰਦੇ ਅਸੀਂ ਆਪਣੇ ਪਿੰਡਾਂ 'ਚੋਂ ਨਹੀਂ ਉਜੜਨਾ ਚਾਹੁੰਦੇ। ਜਿਵੇਂ ਚੰਡੀਗੜ੍ਹ ਵਸਾਇਆ ਪਿੰਡ ਉਜਾੜੇ ਗਏ, ਉਹ ਅੱਜ ਵੀ ਆਪਣੇ ਪਿੰਡ ਭਾਲਦੇ ਫਿਰਦੇ ਨੇ। ਇਸੇ ਕਰਕੇ ਇਹ ਜਿਹੜੇ ਮਾਓਵਾਦੀ ਲੋਕ ਬਣੇ ਨੇ, ਇਹ ਆਦੀਵਾਸੀ ਲੋਕ ਨੇ। ਇਹਨਾਂ ਕੋਲ ਟੁੱਟੀਆਂ ਜਿਹੀਆਂ ਬੰਦੂਕਾਂ ਕਿਤੋਂ ਗੁੱਸੇ 'ਚ ਉਹਨਾਂ ਨੇ ਚੁੱਕ ਲਈਆਂ। ਇਹਨਾਂ ਨੂੰ ਕਹਿੰਦੇ ਜੀ ਇਹ ਤਾਂ ਚਾਈਨਾ ਵਾਲੇ ਨੇ, ਇਹ ਤਾਂ ਖੱਬੇ ਪੱਖੀ ਨੇ, ਇਹ ਤਾਂ ਕਾਮਰੇਡ ਨੇ, ਇਹ ਤਾਂ ਭਗਤ ਸਿੰਘ ਦੇ ਪੈਰੋਕਾਰ ਨੇ। ਉਹ ਭਾਈ ਅਸਲ ਤੁਹਾਡੀ ਭਾਰਤ ਮਾਤਾ ਦੇ ਇਹ ਅਸਲੀ ਸਪੂਤ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਦੇ ਧਰਤੀ ਹੇਠ ਖਜ਼ਾਨਾ ਉਹ ਤੁਸੀਂ ਉਹ ਵੇਚਣਾ, ਇਹ ਇਹਨਾਂ ਨੇ ਨਹੀਂ ਕੱਢਣਾ, ਉਹ ਨਵੀਨ ਜਿੰਦਲ ਉਹਨਾਂ ਨੇ ਵੇਚਣਾ। ਜੇ ਉਹ 5 ਸਾਲ 10 ਸਾਲ 20 ਸਾਲ ਪਿਆ ਰਹੇਗਾ ਤਾਂ ਦੇਸ਼ ਹੋਰ ਅਮੀਰ ਹੋਏਗਾ, ਨਹੀਂ ਤਾਂ ਇਹ ਕੰਗਾਲ ਹੋ ਜਾਣਾ। ਇਹਨਾਂ ਪੂੰਜੀਪਤੀਆਂ ਨੇ ਸਭ ਕੁਝ ਲੁੱਟ ਕੇ ਲੈ ਜਾਣਾ। ਦੇਸ਼ ਲਈ ਮਰਨ ਵਾਲੇ ਲੋਕ, ਉਸ ਜ਼ਮੀਨ ਦੀ ਸਿਰਫ ਉੱਪਰ ਵਾਲੀ ਕਮਾਈ ਹੈ ਜਿਹੜੀ 3 ਫੁੱਟ, ਉਸ ਦੀ ਕਮਾਈ ਦੀ ਆਸ 'ਤੇ ਆਪਣੀ ਜ਼ਿੰਦਗੀ ਉਹਨਾਂ ਇਲਾਕਿਆਂ 'ਚ ਬਤੀਤ ਕਰਨ ਦੀ ਲੜਾਈ ਲੜ ਰਹੇ ਲੋਕ ਦੇਸ਼ ਵਿਰੋਧੀ ਹੋ ਗਏ। ਜਿਹੜੇ ਉਸ 3 ਫੁੱਟ ਤੋਂ ਹੇਠਲੀ ਜ਼ਮੀਨ, ਕਿਉਂਕਿ ਇੱਕ ਕਾਨੂੰਨ ਹੈ ਇੰਡੀਆ ਦੇ ਵਿੱਚ ਕਿ ਜੇ 3 ਫੁੱਟ ਤੋਂ ਹੇਠਾਂ ਤੁਹਾਡੇ ਘਰੋਂ ਚਾਂਦੀ ਨਿਕਲਿਆ ਵੇ ਉਹ ਵੀ ਸਰਕਾਰ ਲਿਜਾ ਸਕਦੀ ਹੈ। ਤੁਸੀਂ ਜਿਹੜਾ ਪਲਾਟ ਜ਼ਮੀਨ ਜਿਹਦੇ ਤੁਸੀਂ ਮਾਲਕ ਹੋ ਸਦੀਆਂ ਤੋਂ, ਉਹਦੇ ਸਿਰਫ ਉੱਪਰੀ 3 ਫੁੱਟ ਹਿੱਸੇ ਦੇ ਤੁਸੀਂ ਮਾਲਕ ਹੋ। ਜੇ ਤੁਹਾਡੇ ਘਰੋਂ ਚਾਂਦੀ ਸੋਨਾ ਨਿਕਲਿਆ ਵੇ ਨਾ, ਸਰਕਾਰ ਧੱਕੇ ਨਾਲ ਲਿਜਾ ਸਕਦੀ ਹੈ। ਇਹ ਉਹਦਾ ਰਾਈਟ ਹੈ ਇੰਡੀਆ ਗੌਰਮੈਂਟ ਦਾ। ਸੋ ਇਸ ਕਰਕੇ ਭਾਈ ਇਹ ਖਜ਼ਾਨਾ ਤਾਂ ਤੁਹਾਡਾ ਹੀ ਹੈ, ਅੱਜ ਵੇਚ ਲਓ ਭਾਵੇਂ ਕੱਲ੍ਹ, ਪਰ ਉਹ ਤੁਹਾਡੀ ਹਿਫਾਜ਼ਤ ਵਾਸਤੇ ਬੈਠੇ ਲੋਕ ਨੇ। ਵੇਚਣਾ ਕੱਲ੍ਹ ਨੂੰ ਵੀ ਆ ਤੁਸੀਂ, ਕਿਉਂਕਿ ਕਾਨੂੰਨ ਆ ਤੁਹਾਡੇ ਕੋਲ। ਪਰ ਇਹ ਜਿਹੜੀ ਲੁੱਟ ਕਰ ਰਹੇ ਹੋ ਨਾ ਤੁਸੀਂ, ਉਹਨਾਂ ਨੂੰ ਸਿਰਫ ਉਹਨਾਂ ਦੇ ਇਲਾਕਿਆਂ 'ਚੋਂ ਖਦੇੜ ਰਹੇ ਹੋ, ਉਹਨਾਂ ਨੂੰ ਜ਼ਮੀਨਾਂ ਤੋਂ ਕੱਢ ਰਹੇ ਹੋ ਬਿਨਾਂ ਪੈਸਾ ਦਿੱਤਿਆਂ, ਬਿਨਾਂ ਉਜਰਤ ਦਿੰਦਿਆਂ। ਉਹ ਆਪਣੇ ਜ਼ਮੀਨਾਂ ਦੇ ਵੀ ਖੇਤੀ ਦੇ ਉੱਪਰਲੀ ਕਮਾਈ ਦੇ ਹੀ ਹੱਕਦਾਰ ਨੇ, ਉਸ ਦੇ ਲਈ ਉਹ ਬੈਠੇ ਨੇ। ਉਹ ਤੁਹਾਡੇ ਲਈ ਮਾਓਵਾਦੀ ਹੋ ਗਏ, ਉਹ ਤੁਹਾਡੇ ਲਈ ਟੁਕੜੇ ਗੈਂਗ ਹੋ ਗਿਆ। ਤੁਸੀਂ ਜਿਹੜੇ ਦੇਸ਼ ਨੂੰ ਲੁੱਟ ਰਹੇ ਹੋ, ਭਾਰਤ ਮਾਤਾ ਦੀ ਇੱਜ਼ਤ ਆਬਰੂ ਨੂੰ, ਉਹਦੇ ਜਿਸਮ ਨੂੰ ਵਿਦੇਸ਼ਾਂ 'ਚ ਵੇਚ ਰਹੇ ਹੋ, ਉਹ ਤੁਹਾਡੇ ਲਈ ਦੇਸ਼ ਭਗਤ ਹੋ ਗਏ। ਉਹ ਕਾਂਗਰਸ ਵਾਲੇ ਵੀ ਨੇ, ਉਹ ਦੂਜੀਆਂ ਪਾਰਟੀਆਂ ਦੇ ਵੀ ਨੇ। ਨਵੀਨ ਜਿੰਦਲ ਤਾਂ ਕਾਂਗਰਸੀ ਹੀ ਆ। ਖੈਰ, ਇਹ ਸੀ ਸਮਿਆਂ ਦੇ ਸੱਚ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ। ਅਤੇ ਲਓ ਤੁਹਾਨੂੰ ਕੁਝ ਇੱਕ ਬੋਲ ਸੁਣਾਉਣੇ ਆ ਇੱਕ ਗੀਤ ਦੇ, ਉਸ ਤੋਂ ਬਾਅਦ ਆਪ ਦਾ ਸਵਾਗਤ ਇਸ ਪ੍ਰੋਗਰਾਮ ਵਿੱਚ ਰਹੇਗਾ। ਅਤੇ ਸਾਡੀਆਂ ਐਪਸ ਨੇ ਜਿਹੜੀਆਂ ਉਹ ਜ਼ਰੂਰ ਡਾਊਨਲੋਡ ਕਰੋ, ਜੋ ਤੁਹਾਨੂੰ ਮਿਲਣਗੀਆਂ ਆਈਫੋਨ ਐਪਸ 'ਤੇ ਅਤੇ ਐਂਡਰਾਇਡ 'ਤੇ। ਅਤੇ ਜਾਂ ਫਿਰ ਜਿਹੜਾ ਹੈਗਾ ਗੱਲਬਾਤ ਕਰਨ ਵਾਸਤੇ ਫ਼ੋਨ ਨੰਬਰ ਹੈ 98 763 09655। ਅਤੇ ਇਸ ਦੇ ਨਾਲ ਕਾਲ ਟੂ ਲਿਸਨ ਨੰਬਰ ਹੈ 667 930 9260, ਜਾਣੀ ਕਿ 667 930 9260। ਕੋਈ ਵੀ ਰਿਕਾਰਡਡ ਸੁਨੇਹਾ ਤੁਸੀਂ ਛੱਡ ਸਕਦੇ ਹੋ ਮੇਰੇ ਆਪਣੇ ਸੈੱਲ ਫੋਨ 'ਤੇ ਵੀ, ਅਤੇ 98 763 ਵਾਲੇ ਰੇਡੀਓ ਫੋਨ 'ਤੇ ਵੀ। ਉਹ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਔਨ 에ਅਰ ਕਰਾਂਗੇ। ਸੋ ਮੋਦੀ ਸਾਹਿਬ, ਗੱਲ ਵਿਗੜ ਰਹੀ ਹੈ, ਸੰਭਾਲ ਲਓ। ਜੇ ਗੱਲ ਵਿਗੜ ਗਈ ਤਾਂ ਫਿਰ ਕੀ ਹੁੰਦਾ, ਉਹ ਦੱਸਦੇ ਹਾਂ। ਗੁਰਦਾਸ ਕੀ ਕਹਿੰਦਾ ਵਿਗੜੀ ਗੱਲ ਬਾਰੇ। ਸਤਿ ਸ਼੍ਰੀ ਅਕਾਲ ਅੰਸਾਰੀ ਸਾਹਿਬ, ਥੈਂਕ ਯੂ। ਪ੍ਰੋਗਰਾਮ ਸੁਣ ਰਹੇ ਸੀ ਮੇਰਾ ਖਿਆਲ ਹੈ ਨਾ? ਕਿਆ ਬਾਤ ਹੈ। ਲੈ ਗੱਲ ਕਰਦੇ ਹਾਂ, ਆਪਣੇ ਕੋਲ ਹੈਗਾ 2-4 ਮਿੰਟ। ਪਾਵਾਂ ਰੇਡੀਓ 'ਤੇ? ਚੱਲ ਠੀਕ ਹੈ, ਜਿਵੇਂ ਤੁਹਾਡੀ ਇੱਛਾ। ਥੈਂਕ ਯੂ 7 ਤੋਂ 9। ਹਾਂ ਠੀਕ ਹੈ, ਥੈਂਕ ਯੂ। ਇਸ ਪ੍ਰੋਗਰਾਮ ਨੂੰ ਅਹਿਮਦਗੜ੍ਹ ਤੋਂ ਅੰਸਾਰੀ ਸਾਹਿਬ ਪਸੰਦ ਕਰਦੇ ਨੇ, ਧੰਨਵਾਦ ਹੈ। ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ 7 ਮਿੰਟ ਰਹਿ ਗਏ, ਕੋਈ ਸਵਾਲ ਸੁਨੇਹਾ ਹੋਵੇ ਤਾਂ ਆਪ ਦਾ ਸਵਾਗਤ ਹੈ। ਪ੍ਰੋਗਰਾਮ ਪਸੰਦ ਕਰਨ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਕਈ ਸਾਰੇ ਸੁਨੇਹੇ ਆਏ ਨੇ, ਮੈਂ ਕੋਸ਼ਿਸ਼ ਕਰਾਂਗਾ ਜਿਹੜੇ ਸਾਹਮਣੇ ਆ ਕੇ ਪੜ੍ਹਨ ਦੀ, ਜਿਹੜੇ ਰਹਿ ਗਏ ਉਹਨਾਂ ਤੋਂ ਮਾਫੀ।
ਤੇ ਰਾਣਾ ਅੰਜਮ ਜਿਹੜੇ ਨੇ ਮੁਲਤਾਨ ਤੋਂ, ਥੈਂਕ ਯੂ। ਤੇ ਇਸ ਦੇ ਨਾਲ ਹੋਰ ਕਈ ਸਾਰੇ ਸੱਜਣਾਂ ਦੇ ਲੋਹੜੀ ਦੇ ਸੁਨੇਹੇ ਆਏ ਨੇ। ਸੋ ਲੋਹੜੀ ਬਾਰੇ ਵਿਸ਼ੇਸ਼ ਪ੍ਰੋਗਰਾਮ ਅੱਜ ਸ਼ਾਮ ਨੂੰ ਆਪਾਂ ਕਰਾਂਗੇ, ਵਿਰਾਸਤ ਦੀ ਗੱਲ। ਸੋ ਸ਼ਾਮ ਨੂੰ ਰੇਡੀਓ 'ਤੇ ਤੁਹਾਨੂੰ ਰਿਉੜੀਆਂ ਖਵਾਵਾਂਗੇ, ਹੈ ਨਾ। ਪਰ ਇਸ ਦੇ ਨਾਲ ਮੈਂ ਸਮਝਦਾ ਕਿ ਵਿਰਾਸਤ ਦੀ ਗੱਲ ਵੀ ਗਾਹੇ ਬਗਾਹੇ ਥੋੜ੍ਹੀ ਜ਼ਰੂਰ ਸਾਂਝੀ ਕਰਨੀ ਬਣਦੀ ਹੈ। ਅਤੇ ਇਸ ਦੇ ਨਾਲ ਤੁਹਾਨੂੰ ਮਨੂ ਦੇ ਬਾਰੇ ਦੱਸਾਂਗੇ ਕਿ ਮਨੂ ਕੀ ਹੈ। ਆਪਾਂ ਅਕਸਰ ਜ਼ਿਕਰ ਕਰਦੇ ਹਾਂ ਮਨੂ ਸਿਮਰਤੀਆਂ, ਮਨੂਵਾਦੀ ਸੋਚ, ਕਿ ਮਨੂ ਅਸਲ ਦੇ ਵਿੱਚ ਹੈ ਕੀ ਹੈ। ਅਤੇ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਇਹ ਵੀ ਮਨੂ ਸਿਮਰਤੀਆਂ ਦਾ ਹਿੱਸਾ ਦੱਸਿਆ ਜਾਂਦਾ ਹੈ। ਮਨੂ ਅਸਲ ਦੇ ਵਿੱਚ ਮਨੂ ਵੈਵਸਵਤ ਸੂਰਜ ਦੇਵਤਾ ਦਾ ਪੁੱਤਰ ਸੀ। ਅਤੇ ਜਦੋਂ ਧਰਤੀ 'ਤੇ ਜਲ ਪਰਲੋਂ ਆਈ, ਪਾਣੀ ਦੀ ਪਰਲੋਂ ਆਈ ਜਦੋਂ, ਕਿਉਂਕਿ ਪਰਲੋਂ ਵੀ ਪਾਣੀ ਨਾਲ ਸੰਬੰਧਿਤ ਹੈ, ਤਾਂ ਮਨੂ ਤੋਂ ਸਿਵਾ ਹੋਰ ਸਾਰੇ ਜੀਵ ਸੀ ਜਿਹੜੇ ਉਹ ਖਤਮ ਹੋ ਗਏ। ਸੋ ਸੰਸਾਰ ਦੀ ਅਗਲੀ ਪੀੜ੍ਹੀ ਅਖੇ ਮਨੂ ਨੇ ਚਲਾਈ। ਇਹ ਮਨੁੱਖ ਦਾ ਮੋਢੀ ਸੀਗਾ। ਇਹ ਮਨੂਆਂ ਦੀ ਪ੍ਰਣਾਲੀ ਦੇ ਵਿੱਚੋਂ 7ਵਾਂ ਸੀ। ਕੁੱਲ 14 ਮਨੂ ਨੇ ਅਤੇ 7 ਅਜੇ ਮਨੂ ਹੋਰ ਪੈਦਾ ਹੋਣੇ ਨੇ। ਸੋ ਇਹਨਾਂ ਮਨੂਆਂ ਦੇ ਇਹ ਨਾਂ ਨੇ: ਸਵਾ ਜੰਭਵ, ਸਵਾ ਰੌਚਸ, ਔਤਮੀ, ਤਾਮਸ, ਰੈਵਤ, ਚਾਰਕਸ਼ਸ਼, ਵੈਵਸ਼ਤਵ, ਸਤਯਵਤ, ਸਾਵਰਣ, ਦਕਸ਼ ਸਾਵਰਣ, ਬ੍ਰਹਮ ਸਾਵਰਣ, ਧਰਮ ਸਾਵਰਣ, ਸਾਵਰਣ ਜਾਂ ਰੁਦਰ ਸਾਵਰਣ, ਰੌਚਕ ਅਤੇ ਪੌਤਿਆ। ਜਾਣੀ ਕਿ 14 ਮਨੂ ਨੇ, 7 ਹੋ ਚੁੱਕੇ ਨੇ ਅਤੇ 7 ਅਜੇ ਹੋਣੇ ਨੇ। ਇਹਨਾਂ 14 ਇਹ ਹਿੰਦੂ ਧਰਮ ਦੇ ਦਾਰਸ਼ਨਿਕ ਫਲਸਫੇ 'ਚ ਆਉਂਦੀਆਂ ਚੀਜ਼ਾਂ। ਇਹ 14 ਮਨੂ ਮਾਨਵਤਾ ਅਤੇ ਮਿਥਿਹਾਸਕ ਬਜ਼ੁਰਗ ਨੇ, ਮਿਥਿਹਾਸ ਦਾ ਵੀ ਹਿੱਸਾ ਨੇ ਇਹ ਜ਼ਿਆਦਾ। ਤਾਂ ਇਹ ਸਾਰੇ ਇੱਕ ਮਾਨਵ ਤੰਤਰ ਪ੍ਰਿਥਵੀ 'ਤੇ ਰਾਜ ਕਰਦੇ ਨੇ। ਇੱਕ ਮਾਨਵ ਤੰਤਰ 43,20,000 ਸਾਲਾਂ ਦਾ ਹੁੰਦਾ ਹੈ। 7ਵਾਂ ਮਨੂ ਜਿਹੜਾ ਵੈਵਸੇਤਿਆ ਸੀ, ਇਹ ਇਸ ਦੇ ਨਾਲ ਜਲ ਪਰਲੋਂ ਦੀ ਜਿਹੜੀ ਕਹਾਣੀ ਆ, ਉਹ ਮਿਥਿਹਾਸਕ ਸੰਬੰਧ ਉਸਦਾ ਇਹ ਹੈ ਕਿ ਇਹ ਕਥਾ ਸਤਪਥ ਬ੍ਰਾਹਮਣ, ਮਹਾਭਾਰਤ ਅਤੇ ਅਗਨੀ ਪੁਰਾਣ ਦੇ ਵਿੱਚ ਮਿਲਦੀ ਹੈ। ਸਤਪਥ ਬ੍ਰਾਹਮਣ ਦੇ ਅਨੁਸਾਰ ਇਹ ਗ੍ਰੰਥ ਨੇ। ਸਤਪਥ ਬ੍ਰਾਹਮਣ ਦੇ ਵਿੱਚ ਵੀ ਇਹ ਕਥਾ ਮਿਲਦੀ ਹੈ, ਮਹਾਭਾਰਤ ਅਤੇ ਅਗਨੀ ਪੁਰਾਣ ਦੇ ਵਿੱਚ ਵੀ ਮਿਲਦੀ ਹੈ ਮਨੂ ਦੇ ਬਾਰੇ। ਸਤਪਥ ਬ੍ਰਾਹਮਣ ਦੇ ਅਨੁਸਾਰ ਇੱਕ ਦਿਨ ਮਨੂ ਦੇ ਹੱਥ ਧੋਣ ਦੇ ਲਈ ਜਿਹੜਾ ਪਾਣੀ ਲਿਆਂਦਾ ਗਿਆ, ਉਸ ਦੇ ਵਿੱਚ ਉਸਨੇ ਇੱਕ ਮੱਛੀ ਵੇਖੀ, ਜਿਸ ਦੇ ਵਿੱਚ ਮਨੂ ਨੇ ਆਖਿਆ ਕਿ ਉਹ ਉਸ ਨੂੰ ਮਰਨ ਤੋਂ ਬਚਾ ਲਏ ਅਤੇ ਵੱਟੇ ਨਾਲ ਉਸਨੇ ਮੱਛੀ ਨੂੰ ਨਸ਼ਟ ਹੋਣ ਤੋਂ ਬਚਾਉਣ ਦਾ ਵਾਅਦਾ ਕੀਤਾ। ਮਤਲਬ ਜਿਹੜਾ ਉਸ ਦੇ ਹੱਥ ਧੋਣ ਵਾਸਤੇ, ਮਨੂ ਦੇ ਹੱਥ ਧੋਣ ਵਾਸਤੇ ਪਾਣੀ ਲਿਆਂਦਾ ਗਿਆ, ਉਸ ਦੇ ਵਿੱਚ ਇੱਕ ਮੱਛੀ ਸੀ। ਮੱਛੀ ਨੇ ਮਨੂ ਨੂੰ ਆਖਿਆ ਕਿ ਤੂੰ ਮੈਨੂੰ ਮਰਨੋਂ ਬਚਾ ਲੈ, ਮੈਂ ਵੱਟੇ ਦੇ ਵਿੱਚ ਤੈਨੂੰ ਵੀ ਮਰਨ ਤੋਂ ਬਚਾ ਲਵਾਂਗੀ। ਸੋ ਮਨੂ ਨੇ ਉਸ ਪਾਣੀ ਦੇ ਰੱਖੇ ਘੜੇ ਦੇ ਵਿੱਚੋਂ ਉਸ ਮੱਛੀ ਨੂੰ ਉਸ ਦੇ ਵਿੱਚੋਂ ਕੱਢ ਕੇ ਪਾਣੀ ਦੇ ਘੜੇ 'ਚ ਰੱਖਤਾ। ਜਿਉਂ-ਜਿਉਂ ਉਹ ਵੱਡੀ ਹੁੰਦੀ ਜਾਵੇ ਅਤੇ ਉਹ ਵੱਡੇ ਘੜੇ ਰੱਖਦਾ ਜਾਵੇ, ਅਖੀਰ ਦੇ ਵਿੱਚ ਉਹ ਮੱਛੀ ਵੱਡੀ ਹੁੰਦੀ ਗਈ ਅਤੇ ਉਸਨੇ ਉਸ ਨੂੰ ਕਹਿ ਦਿੱਤਾ ਕਿ ਮੈਂ ਜਦੋਂ ਉਹ ਜ਼ਿਆਦਾ ਵੱਡੀ ਹੋ ਗਈ, ਘੜਿਆਂ ਤੋਂ ਵੱਡੀ ਹੋ ਗਈ, ਤਾਂ ਮੈਂ ਤੈਨੂੰ ਸਮੁੰਦਰ ਦੇ ਵਿੱਚ ਪਹੁੰਚਾ ਦੇਵਾਂਗਾ। ਅਤੇ ਉਹ ਮੱਛੀ ਨੇ ਆਖਿਆ ਕਿ ਬਿਲਕੁਲ, ਜਦੋਂ ਤੂੰ ਮੈਨੂੰ ਵੱਡੀ ਹੋਣ 'ਤੇ ਸਮੁੰਦਰ 'ਚ ਛੱਡ ਦੇਵੇਂਗਾ, ਤਾਂ ਜਦੋਂ ਜਲ ਪਰਲੋਂ ਆਵੇਗੀ ਮੈਂ ਉਦੋਂ ਤੇਰੀ ਰੱਖਿਆ ਕਰਾਂਗੀ, ਕਿਉਂਕਿ ਸੰਸਾਰ ਦੇ ਵਿੱਚ ਪਰਲੋਂ ਆਉਣ ਵਾਲੀ ਹੈ। ਕਿਉਂਕਿ ਪਰਲੋਂ ਦਾ ਜ਼ਿਕਰ ਆਪਾਂ ਅਕਸਰ ਸੁਣਦੇ ਹਾਂ, ਜਦੋਂ ਮੀਂਹ ਬਹੁਤ ਪੈਂਦਾ ਤਾਂ ਆਪਾਂ ਕਹਿੰਦੇ ਹਾਂ ਪਰਲੇ ਆ ਗਈ। ਇਹ ਪਰਲੇ ਬਾਰੇ ਵੀ ਕਿਹਾ ਜਾਂਦਾ ਕਿ ਇੰਨਾ ਪਾਣੀ ਆਏਗਾ, ਸਾਰਾ ਜਿਹੜਾ ਹਰ ਜੀਵ ਪ੍ਰਾਣੀ ਇਸ ਧਰਤ ਦਾ ਖਤਮ ਹੋ ਜਾਵੇਗਾ। ਇਹ ਚੀਜ਼ਾਂ ਭਾਵੇਂ ਮਿਥਿਕ ਨੇ, ਮਿਥਿਹਾਸਕ ਪੱਖ ਨੇ, ਜੋ ਕੁਝ ਧਾਰਮਿਕ ਗ੍ਰੰਥਾਂ ਕਿਤਾਬਾਂ 'ਚ ਮਿਲਦੀਆਂ ਨੇ। ਸੋ ਮਨੂ ਇੱਦਾਂ ਹੀ ਕਰਦਾ ਗਿਆ, ਮੱਛੀ ਵੱਡੀ ਹੁੰਦੀ ਗਈ, ਉਹ ਘੜੇ ਬਦਲਦਾ ਗਿਆ ਅਤੇ ਜਦੋਂ ਉਸ ਨੂੰ ਘੜਾ ਨਾ ਲੱਭਿਆ ਅਤੇ ਅਖੀਰ ਨੇ ਉਸ ਨੂੰ ਸਮੁੰਦਰ ਦੇ ਵਿੱਚ ਛੱਡ ਦਿੱਤਾ। ਅਤੇ ਫਿਰ ਮੱਛੀ ਨੇ ਆਖਿਆ ਕਿ ਇੱਕ ਬੇੜਾ ਬਣਾ ਅਤੇ ਜਦੋਂ ਪਾਣੀ ਫੈਲਣ ਲੱਗੇ ਤੂੰ ਸਮੁੰਦਰ ਦੇ ਵਿੱਚ ਆ ਜਾਵੇਂ, ਮੈਂ ਤੈਨੂੰ ਬਚਾ ਲਵਾਂਗੀ। ਜਦੋਂ ਫਿਰ ਪਰਲੋ ਦਾ ਹੜ੍ਹ ਆਇਆ ਅਤੇ ਮਨੂ ਨੇ ਇੱਕ ਬੇੜਾ ਬਣਾਇਆ ਅਤੇ ਉਸ ਨੂੰ ਫਿਰ ਬੇੜੇ ਦੀ ਰੱਸੀ ਨੂੰ ਉਸ ਮੱਛੀ ਦੇ ਸਿੰਗ ਦੇ ਨਾਲ ਬੰਨ੍ਹ ਦਿੱਤਾ ਅਤੇ ਕਈ ਸਾਲ ਤੱਕ ਫਿਰ ਮੱਛੀ ਉਸ ਬੇੜੇ ਨੂੰ ਪਾਣੀ ਦੇ ਵਿੱਚ ਘੁਮਾਉਂਦੀ ਰਹੀ ਅਤੇ ਅਖੀਰ ਹਿਮਾਲਿਆ ਪਰਬਤ ਦੇ ਉੱਪਰੋਂ ਲੰਘੀ। ਉਦੋਂ ਮੱਛੀ ਨੇ ਮਨੂ ਨੂੰ ਇੱਕ ਬੇੜਾ ਇੱਕ ਦਰਖਤ ਨਾਲ ਬੰਨ੍ਹ ਦੇਣ ਵਾਸਤੇ ਕਿਹਾ ਅਤੇ ਪਾਣੀ ਉਤਰਨ ਤੱਕ ਉੱਥੇ ਹੀ ਹਿਮਾਲਿਆ 'ਤੇ ਰਹਿਣ ਦੀ ਤਾਕੀਦ ਕੀਤੀ। ਜਦੋਂ ਸਾਰਾ ਪਰਲੋ ਦਾ ਪਾਣੀ ਉਤਰ ਗਿਆ ਤਾਂ ਮਨੂ ਨੇ ਵੇਖਿਆ ਕਿ ਸੰਸਾਰ ਦੇ ਸਾਰੇ ਜੀਅ ਜੰਤੂ ਨਸ਼ਟ ਹੋ ਗਏ ਨੇ, ਸਿਰਫ ਉਹ ਇਕੱਲਾ ਬਚਿਆ। ਇਸ ਇਕੱਲੇਪਣ ਤੋਂ ਤੰਗ ਆ ਕੇ ਮਨੂ ਨੇ ਇੱਕ ਯੱਗ ਕੀਤਾ। ਉਸ ਦੀ ਇੱਛਾ ਅਨੁਸਾਰ ਉਸ ਯੱਗ ਦੇ ਵਿੱਚੋਂ ਇੱਕ ਔਰਤ ਨਿਕਲੀ
ਜਿਸ ਨੂੰ ਮਨੂ ਨੇ ਆਪਣੀ ਪਤਨੀ ਬਣਾ ਕੇ ਕੋਲ ਰੱਖ ਲਿਆ। ਤੇ ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਦੁਨੀਆ ਕਿ ਉਸ ਮਨੂ ਤੇ ਉਸਦੀ ਉਸ ਜੱਗ ਚੋਂ ਨਿਕਲੀ ਪਤਨੀ ਦੀ ਸੰਤਾਨ ਹੈ। ਸੋ ਇਹ ਤਾਂ ਕਹਾਣੀ ਸੀ ਸਤਪਤਿਆ ਬ੍ਰਾਹਮਣ ਦੇ ਵਿੱਚ। ਤੇ ਅਗਨੀ ਪੁਰਾਣ ਦੇ ਵਿੱਚ ਜਿਹੜੀ ਕਹਾਣੀ ਉਹ ਇਹ ਹੈ ਕਿ ਜਦੋਂ ਬਰਮਾ ਦਾ ਹੁਕਮ ਹੋਇਆ ਕਿ ਸਮੁੰਦਰ ਸਭ ਦਿਸ਼ਾਵਾਂ ਦੇ ਵਿੱਚ ਫੈਲ ਕੇ ਧਰਤ ਨੂੰ ਖਤਮ ਕਰ ਰਿਹਾ ਸ੍ਰਿਸ਼ਟੀ ਨੂੰ, ਤਾਂ ਵੈਵਸਤਵ ਮਨੂ ਜੋ ਕਿ ਹਿਮਾਲਾ ਪਰਬਤ 'ਤੇ ਰਹਿੰਦਾ ਸੀ, ਉਸਨੇ ਕਾਰਤਮਾਲਾ ਦਰਿਆ ਦੇ ਵਿੱਚੋਂ ਦੇਵਤਿਆਂ ਨੂੰ ਪਾਣੀ ਦਿੰਦਿਆਂ ਆਖਿਆ ਕਿ ਇੱਕ ਨਿੱਕੀ ਜਿਹੀ ਮਛਲੀ ਉਸਦੇ ਹੱਥਾਂ ਦੇ ਵਿੱਚ ਆ ਗਈ ਹੈ। ਉਸ ਵੇਲੇ ਆਕਾਸ਼ਬਾਣੀ ਹੋਈ ਕਿ ਇਸ ਦੀ ਰੱਖਿਆ ਕਰੋ। ਇਹ ਮੱਛੀ ਵੱਧਦੀ ਵੱਡੇ ਆਕਾਰ ਦੀ ਬਣ ਗਈ। ਸੋ ਮਨੂ ਨੇ ਇੱਕ ਬੇੜਾ ਬਣਾਇਆ ਅਤੇ ਆਪਣੇ ਪੁੱਤਰ ਤੇ ਉਸ ਦੀਆਂ ਪਤਨੀਆਂ ਤੇ ਹੋਰ ਰਿਸ਼ੀਆਂ ਨੂੰ ਉਸ ਜਿਉਂਦੀ ਚੀਜ਼ ਨਾਲ ਬੰਨ੍ਹ ਕੇ ਉਹ ਬੇੜੇ ਦੇ ਵਿੱਚ ਜਾ ਬੈਠਾ। ਇਹ ਬੇੜਾ ਮੱਛੀ ਦੇ ਸਿਰ ਨਾਲ ਬੰਨ੍ਹ ਦਿੱਤਾ ਗਿਆ। ਇਸ ਤਰ੍ਹਾਂ ਉਹ ਸਾਰੇ ਸੁਰੱਖਿਅਤ ਰਹੇ। ਜਦੋਂ ਕਿ ਹਿੰਦੂ ਧਰਮ ਦਾ ਜਿਹੜਾ ਬੜਾ ਮੁਕੱਦਸ ਗ੍ਰੰਥ ਹੈ ਮਹਾਭਾਰਤ, ਉਸ ਦੇ ਵਿੱਚ ਮਨੂ ਦੀ ਕਥਾ ਦਾ ਜਿਹੜਾ ਜ਼ਿਕਰ ਆਉਂਦਾ ਉਹ ਅਲੱਗ ਹੈ। ਉਹ ਕਹਿੰਦੇ ਮਨੂ ਜਦੋਂ ਇੱਕ ਦਰਿਆ ਦੇ ਕੰਢੇ ਭਗਤੀ ਕਰ ਰਿਹਾ ਸੀ ਤਾਂ ਇੱਕ ਨਿੱਕੀ ਜਿਹੀ ਮੱਛੀ ਨੇ ਉਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਵੱਡੀ ਮੱਛੀ ਉਸ ਨੂੰ ਖਾ ਜਾਵੇਗੀ, ਇਸ ਕਰਕੇ ਮੈਨੂੰ ਬਚਾ ਲੈ। ਸੋ ਮਨੂ ਨੇ ਉਸ ਨਿੱਕੀ ਮੱਛੀ ਨੂੰ ਵੱਡੀ ਮੱਛੀ ਤੋਂ ਬਚਾਇਆ ਅਤੇ ਇਸ ਨਿੱਕੀ ਮੱਛੀ ਨੇ ਮਨੂ ਨੂੰ ਜਲ ਪਰਲੋਂ ਬਾਰੇ ਦੱਸਿਆ ਅਤੇ ਅੱਗੇ ਕਥਾ ਉਹੀ ਹੈ। ਸੋ ਦੱਸਿਆ ਕਿ 7 ਅਜਿਹੀਆਂ ਜਲ ਪਰਲੋਂ ਅਜੇ ਆਉਣੀਆਂ ਨੇ ਅਤੇ 7 ਮਨੂ ਅਜੇ ਹੋਰ ਪੈਦਾ ਹੋਣੇ ਨੇ। ਅਤੇ ਭਵਿੱਖ ਪੁਰਾਣ ਦੇ ਵਿੱਚ ਇਹ ਵੀ ਲਿਖਿਆ ਕਿ ਵੈਵਸਤਵ ਜੋ ਮਨੂ ਸੀ ਜਿਹੜਾ ਉਹ ਸਮੇਰ ਪਰਬਤ 'ਤੇ ਰਹਿੰਦਾ ਸੀ ਅਤੇ ਉਸਦੇ ਵੀਰਜ ਜਾਣੀ ਕਿ ਉਸਦੇ ਸੀਮਨ ਤੋਂ ਕੱਕੂਸਤਾ ਰਾਜਾ ਪੈਦਾ ਹੋਇਆ, ਜਿਸ ਨੇ ਅਯੁੱਧਿਆ 'ਤੇ ਰਾਜ ਕੀਤਾ ਅਤੇ ਜਿਸ ਦੀ ਔਲਾਦ ਇਸ ਇਲਾਕੇ ਦੇ ਵਿੱਚ ਵਸੀ ਅਤੇ ਫਿਰ ਅੱਗੇ ਸਾਰੀ ਸ੍ਰਿਸ਼ਟੀ ਦੇ ਵਿੱਚ ਫੈਲ ਗਈ। ਸੋ ਇਸ ਤਰ੍ਹਾਂ ਅਲੱਗ-ਅਲੱਗ ਜਿਹੜੇ ਇਸ ਸਮਿਆਂ ਦੇ ਗ੍ਰੰਥ ਨੇ, ਹਾਲਾਂਕਿ ਇਹਨਾਂ ਦਾ ਜਿਹੜਾ ਆਪਣਾ ਟਾਈਮ ਪੀਰੀਅਡ ਹੈ, ਆਪਣੀ ਤਾਰੀਖ ਹੈ, ਇਹ ਮਿਥਿਹਾਸਕ ਪੱਖ ਇਹਨਾਂ ਦਾ ਸਾਹਮਣੇ ਆਉਂਦਾ ਮਨੂ ਦੀ ਜਗ ਪਰਲੋਂ। ਸੋ ਇਹ ਮਨੂ ਸਿਮਰਤੀਆਂ ਦੇ ਆਧਾਰ 'ਤੇ ਅੱਗੇ ਫਿਰ ਧਰਮਾਂ ਦੀ ਵੰਡ ਹੁੰਦੀ ਹੈ। ਸੋ ਮਨੂ ਸਿਮਰਤੀਆਂ ਦੇ ਵਿੱਚ ਇਹ ਗੱਲ ਵੀ ਲਿਖੀ ਹੋਈ ਹੈ ਕਿ ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਸੋ ਇਹ ਲੋਕਾਂ ਨੂੰ ਬਰਾਬਰਤਾ, ਜਾਤ, ਵਰਗ, ਵਰਨ ਵੰਡ ਜਿਹੜੀਆਂ ਚੀਜ਼ਾਂ ਆਈਆਂ, ਇਹ ਸਭ ਮਨੂਵਾਦੀ ਸੋਚ ਦੇ ਅਧੀਨ ਹੀ ਬ੍ਰਾਹਮਣ ਦੁਆਰਾ ਅੱਗੇ ਫੈਲਾਈਆਂ ਗਈਆਂ। ਬ੍ਰਾਹਮਣ ਕੋਈ ਕੁਕਰਮ ਕਰੇ ਤਾਂ ਉਹ ਮਾਫ ਹੋ ਜਾਂਦਾ। ਆਮ ਬੰਦਾ ਰੱਬ ਦਾ ਨਾਂ ਲਏ ਤਾਂ ਫਿਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਦੇ ਰਾਹੀਂ ਉਸ ਦਾ ਵੀ ਕਤਲ ਕਰਾ ਦਿੱਤਾ ਜਾਂਦਾ ਬ੍ਰਾਹਮਣ ਦੁਆਰਾ। ਇਹ ਸਾਰੀਆਂ ਗੱਲਾਂ ਤੁਸੀਂ ਵੇਖਣੀਆਂ ਹੋਣ ਤਾਂ ਡਿਸਕਵਰੀ ਆਫ ਇੰਡੀਆ, ਭਾਰਤ ਇੱਕ ਖੋਜ ਸੀਰੀਅਲ ਨੇ ਜਿਹੜੇ ਦੂਰਦਰਸ਼ਨ 'ਤੇ ਚੱਲਦੇ ਰਹੇ ਨੇ। ਇਹ ਜਿਹੜੀ ਇਹਨਾਂ ਦੀ ਸਟੋਰੀ ਹੈ, ਇਹ ਡਿਸਕਵਰੀ ਆਫ ਇੰਡੀਆ ਕਿਤਾਬ ਜਵਾਹਰ ਲਾਲ ਨਹਿਰੂ ਪੰਡਤ ਪ੍ਰਧਾਨ ਮੰਤਰੀ ਨੇ ਲਿਖੀ ਹੈ। ਸੋ ਇਸੇ ਕਰਕੇ ਕਾਂਗਰਸ ਦਾ ਅਤੇ ਇਹਨਾਂ ਮਨੂਵਾਦੀਆਂ ਦੀ ਜਿਹੜੀ ਲੜਾਈ ਸਿਰਫ BJP ਦੇ ਕਾਂਗਰਸ ਦੀ ਨਹੀਂ, ਨਹਿਰੂ ਨੇ ਧਰਮ ਦੇ ਵਿੱਚ ਜੋ ਕੁਛ ਸੀ ਉਹਨਾਂ ਕਿਤਾਬਾਂ ਦੇ ਆਧਾਰ 'ਤੇ ਉਹਨੇ ਆਪਣੇ ਕੋਲੋਂ ਨਹੀਂ ਲਿਖਿਆ। ਇਹ ਜਿਹੜਾ ਬ੍ਰਾਹਮਣ ਦੁਆਰਾ ਸ਼੍ਰੀ ਰਾਮ ਦੇ ਹੱਥੋਂ ਇੱਕ ਰਿਸ਼ੀ ਦਾ ਕਤਲ ਹੁੰਦਾ ਇਸ ਕਰਕੇ ਕਿ ਉਹ ਰਿਸ਼ੀ ਉੱਚ ਜਾਤੀ ਦਾ ਨਹੀਂ ਸੀ। ਇਹ ਸਾਰਾ ਪੁਰਾਣੀਆਂ ਕਿਤਾਬਾਂ ਹਵਾਲਿਆਂ 'ਚ ਲਿਖਿਆ। ਨਹਿਰੂ ਨੇ ਉਸ ਨੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਲਿਖਿਆ, ਜਿਸ ਕਰਕੇ ਨਹਿਰੂ ਅਤੇ ਖਾਸ ਕਰਕੇ ਕਾਂਗਰਸ ਮੁਕਤ ਭਾਰਤ ਕਰਨ ਦੀ ਗੱਲ ਲੈ ਕੇ ਭਾਰਤੀ ਜਨਤਾ ਪਾਰਟੀ ਅੱਗੇ ਵਧੀ ਅਤੇ ਉਹ ਆਪਣੇ ਏਜੰਡੇ ਦੇ ਵਿੱਚ ਕਾਮਯਾਬ ਵੀ ਹੋਈ। ਧਰਮ ਦੇ ਨਾਂ 'ਤੇ ਵੋਟਾਂ ਵਸੂਲੀਆਂ ਗਈਆਂ, ਪਰ ਧਰਮ ਦੇ ਨਾਂ 'ਤੇ ਕੀ ਸਾਰੇ ਲੋਕਾਂ ਨੂੰ ਰਾਮ ਰਾਜ ਮਿਲ ਰਿਹਾ? ਸ਼੍ਰੀ ਰਾਮ ਦੇ ਵੰਸ਼ਜ ਨੇ ਜਿਹੜੇ ਇਸ ਧਰਤੀ ਦੇ ਲੋਕ, ਉਹਨਾਂ ਨੂੰ ਉਹ ਮਿਲ ਰਿਹਾ? ਕਿਉਂਕਿ ਜੇ ਸੀਤਾ ਦੀ ਗੱਲ ਕਰਦੇ ਹਾਂ, ਸੀਤਾ ਦਾ ਨਾਂ ਕਿਉਂ ਪਿਆ? ਉਹ ਸਿਆੜ 'ਚੋਂ ਪੈਦਾ ਹੋਈ। ਸੀਤਾ ਦੇ ਪਿਤਾ ਜਨਕ ਨੇ ਉਸ ਨੂੰ ਧਰਤੀ 'ਚੋਂ ਹਲ ਵਾਹੁੰਦੇ ਹੋਏ ਚੁੱਕਿਆ, ਦੱਬੀ ਹੋਈ ਨੂੰ। ਜੇ ਸੀਤਾ ਦੇ ਪਿਤਾ ਨੇ, ਰਾਜਾ ਜਨਕ ਨੇ ਉਸ ਨੂੰ ਧਰਤੀ 'ਚੋਂ ਦੱਬੀ ਹੋਈ ਨੂੰ ਕੱਢਿਆ, ਜਿਵੇਂ ਕੁੜੀਆਂ ਦੱਬੀਆਂ ਜਾਂਦੀਆਂ ਸੀ ਜੰਮਦੀਆਂ, ਫਿਰ ਰਾਜਾ ਜਨਕ ਵੀ ਤਾਂ ਇੱਕ ਕਿਸਾਨ ਹੋਇਆ। ਸੋ ਫਿਰ ਉਹਨਾਂ ਕਿਸਾਨਾਂ ਦੇ ਨਾਲ ਰਾਮ ਰਾਜ ਦੇ ਨਾਂ 'ਤੇ ਠੱਗੀ ਕਿਉਂ? ਜੇ ਸੀਤਾ ਸਾਡੇ ਲਈ ਪੂਜਨਿਕ ਹੈ, ਉਸ ਦਾ ਪਿਤਾ ਜਨਕ ਵੀ ਇੱਕ ਕਿਸਾਨ ਸੀ, ਉਸਨੇ ਕੋਈ ਉਸ ਨੂੰ ਉੱਪਰੋਂ ਨਹੀਂ ਲਿਆ, ਉਹ ਹਲ ਵਾਹੁੰਦੇ ਨੂੰ ਮਿਲੀ ਹੈ। ਹਲ ਕਿਸਾਨ ਹੀ ਵਾਹੁੰਦੇ ਹੁੰਦੇ ਨੇ, ਅੰਬਾਨੀ ਅਡਾਨੀ ਨਹੀਂ ਵਾਹੁੰਦੇ। ਅਤੇ ਫਿਰ ਸੀਤਾ ਦੇ ਪਿਤਾ ਦਾ ਅਪਮਾਨ ਕਿਉਂ? ਉਸ ਦੇ ਰੂਪ ਦੇ ਵਿੱਚ, ਜਨਕ ਦੇ ਰੂਪ ਦੇ ਵਿੱਚ ਜਿਹੜੇ ਹੋਰ ਜਨਕ ਰਾਜ ਨੇ, ਜਨਕ ਸਿੰਘ ਨੇ, ਉਹਨਾਂ ਦੇ ਨਾਲ ਜਾਤੀਆਂ ਕਿਉਂ? BJP ਵਾਲਿਓ, ਇਹ ਜ਼ਰੂਰ ਗੌਰ ਫਰਮਾਇਓ। ਖੈਰ, ਤੁਹਾਨੂੰ ਸਜਦਾ ਸਲਾਮ ਕਰਕੇ ਸਮਾਪਤੀ ਦਾ ਵਕਤ ਹੈ। ਸਮਾਂ ਮੈਂ ਥੋੜ੍ਹਾ ਜ਼ਿਆਦਾ ਲੈ ਗਿਆ। ਖੈਰ, ਅਤੇ ਸ਼ਾਮ ਨੂੰ ਫਿਰ ਭਾਰਤੀ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੁੜਾਂਗੇ
ਟਿਵਾਣਾ ਰੇਡੀਓ ਦੇ ਰਾਹੀਂ। ਤੁਸੀਂ ਸਾਡੀ ਵੈਬਸਾਈਟ ਟਿਵਾਣਾ ਰੇਡੀਓ ਦੀ ਵੀ ਵਿਜ਼ਿਟ ਕਰੋ। ਕੋਈ ਕੰਟਰੀਬਿਊਸ਼ਨ ਅਗਰ ਮਾਇਕ ਤੌਰ 'ਤੇ ਪਾਉਣਾ ਚਾਹੁੰਦੇ ਹੋ ਤਾਂ ਆਪ ਦਾ ਸਵਾਗਤ ਹੈ, ਕਿਉਂਕਿ ਇਹ ਅਦਾਰੇ ਮਾਇਕ ਸਹਾਇਤਾ ਦੀ ਬਿਨਾਂ ਨਹੀਂ ਚੱਲ ਸਕਦੇ। ਸੋ ਜਿੰਨੀ ਤੁਹਾਡੀ ਹੈਸੀਅਤ ਹੈ, ਤੁਸੀਂ ਚਾਹੋ ਮੁਨਾਸਬ ਸਮਝੋ ਤਾਂ ਤੁਸੀਂ ਉੱਥੇ ਜਿਹੜਾ ਹੈਗਾ ਸਬਸਕ੍ਰਾਈਬ ਕਰ ਸਕਦੇ ਹੋ। ਅਤੇ ਇਸ ਦੇ ਨਾਲ ਮੇਰੇ ਨਾਲ ਕੋਈ ਗੱਲ ਕਰਨੀ ਹੋਵੇ ਤਾਂ 9877609655 'ਤੇ ਵੀ ਸੰਪਰਕ ਕਰ ਸਕਦੇ ਹੋ। ਆਪਣਾ ਰਿਕਾਰਡਡ ਮੈਸੇਜ ਵੀ ਛੱਡ ਸਕਦੇ ਹੋ। ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਲੋਹੜੀ 'ਤੇ ਵਿਸ਼ੇਸ਼ ਗੱਲਬਾਤ ਹੋਵੇਗੀ, ਉਸ ਦੀ ਵੀ ਜਿਹੜੀ ਹੈ ਸੁਣਨ ਦੀ ਗੁਜ਼ਾਰਿਸ਼ ਹੈ ਆਪ ਜੀ ਨੂੰ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਵਾ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।